कर रहे हैं, वजह क्या है, क्यों भी मुखालफत इनकी हो रही है? हम भी तो देखें जाके, जब देखते हैं तो वो कहते हो असल इस्लाम तो ये है, हम तो ऐसे भूले रहे सारी उम्र ही। हकीकी इस्लाम ऐसे तो ना क्या, हकीकी इस्लाम अहमदियत। साबर साहब समझो तो शायद शेर व शायरी का मुकाबला हो गया, मैं भी 2 शेर पढ़ लूँ। ये वो शेर व शायरी का मुकाबला नहीं हुआ था, उन्होंने बताया था कि ये है आपकी तरक्की, कि ये फलाने बुजुर्ग ने ये कहा है। निशा वापस आए ना, उनसे पूछते हैं ये नज़म जो आपने पढ़ी है तो ये तनकीदी जायजा लिया आपने या क्या? कश्मीरी साहब को कदे भी नहीं कहणगे कि हाँ मैं तनकीदी जायदाद पढ़ी है, सवाल ही पैदा नहीं ਹੁੰਦਾ। इदा गलती तस्लीम करदा, ਤੁਸੀਂ ਵੀ ਸਿਆਣੇ ਬੰਦੇ ਜੇ। ਉਹ ਕਹਿ ਦੇਣਗੇ ਤੁਹਾਡੇ ਸਾਹਮਣੇ ਕਿ ਹਾਂ ਮੈਂ ਤਨਕੀਦੀ ਤੌਰ ਤੇ ਪੜ੍ਹੀ ਹੈ, ਲੇਕਿਨ ਪੜ੍ਹਨ ਦਾ ਮਕਸਦ ਕੀ ਸੀ, ਇਹ ਪੁੱਛਣ ਵਾਲੀ ਗੱਲ ਹੈ ਕਿ ਉਸ ਮੌਕੇ ਦੇ ਉੱਤੇ ਕਿਉਂ ਪੜ੍ਹੀ ਗਈ ਹੈ, ਜਦ ਕਿ ਜਮਾਤ ਦੀ ਤਰੱਕੀ ਦੀ ਗੱਲ ਹੋ ਰਹੀ ਸੀ ਅਲਾਮਾ ਸਾਹਿਬ ਦੇ ਨਾਲ। ਇਹ ਜਿਹੜਾ ਤੁਹਾਡਾ ਸਵਾਲ ਹੈ ਨਾ, ਇਹ ਗਲਤ ਸਵਾਲ ਹੈ ਕਿ ਤੁਸੀਂ ਜੀ ਇਹ ਤਨਕੀਦੀ ਤੌਰ ਤੇ ਪੜ੍ਹੀ ਗਈ ਹੈ। ਚੋਰ ਕਦੀ ਕਹੇਗਾ ਕਿ ਮੈਂ ਚੋਰੀ ਕਰਕੇ ਆਇਆ ਜਾਂ ਮੈਂ ਚੋਰੀ ਕਰਨ ਚੱਲਾ ਵਾਂ, ਸਵਾਲ ਹੀ ਪੈਦਾ ਨਹੀਂ ਹੁੰਦਾ। किधर गए हैं आप, आते क्यों नहीं हैं? साहब कहाँ चले गए हैं? हाँ जी आ जाएंगे मेरे ख्याल में, पीछे कई दफा चाह चू या नमाज का टाइम भी इधर हो जाता है। बिल्कुल। हाँ देखो ना, ਹੁਣ ਕਸ਼ਮੀਰੀ ਸਾਹਿਬ ਨੇ ਗੱਲ ਕੀਤੀ ਹੈ, ਇਹਦੇ ਉੱਤੇ ਅਸੀਂ ਇਹਦੇ ਖਿਲਾਫ ਬੋਲੀਏ ਤੇ ਉਹ ਗੱਲ ਗਲਤ ਹੋ ਜਾਂਦੀ ਹੈ, ਕਿਉਂਕਿ ਹੋ ਸਕਦਾ ਦੋਵੇਂ ਕੰਮ ਹੋ ਸਕਦੇ, ਚਾਹ ਵੀ ਹੋ ਸਕਦੀ ਹੈ, ਨਮਾਜ਼ ਵੀ ਹੋ ਸਕਦੀ ਹੈ। ਹਾਂਜੀ पानी टाइम में थे अपना ना जी जी बिल्कुल, मैं वही अर्ज कर रहा ना, चाह चू भी पीन चल जाए, कई दफा नमाज भी, पर आ जाएंगे ना, जाना किथे बराड़ च चला रहे किथे जा सकते। बिल्कुल बिल्कुल, नहीं नहीं कोई नहीं, जाना क्यों, चले जाणगे ते फिर आ जाएंगे। आहो, लेकिन ऐसे मौके ते छड़ के जाना जो एक मौजू तेरे बहस है, ये काबिल गौर है कि उस गल नूं एक पासे ला के जाना चाहिए सी कि यार मेरे ते इतराज हो रहा, मैं इस गल नूं किसी पासे ला के जावां, चुप करके चुप्पी मार जाना। दी साहब मैं सुन तो नहीं सकिया, उन्होंने ना लिया क्या कि ऐ पै जी तुहाडी तरक्की? हाँ जी, उन्होंने ये नहीं लफज कहे ना, यह तो गल है। अबरामा साहब भी यह कह रहे थे कि तुहाडी तरक्की सन इन्ने जो गोशवारा कढ़ के दिखाया सी उन्होंने कि ऐ जे तुहाडी तरक्की, तो उत्ते उन्होंने कहा मैं नज़म तुहानूं ला के सुणाउंदा तरक्की दी। ਤਾਂ ਤੁਸੀਂ ਫੋਨ ਕਿਹੜਾ ਯੂਜ਼ ਕਰਦੇ ਹੋ? मैं एप्पल। ਸੈਮਸੰਗ ਲਵੋ, ਸੈਮਸੰਗ। ਇਹਦੇ ਚ ਕੀ ਨੁਕਸ ਹੈ? ਉਹ ਕਈ ਦਫਾ ਪ੍ਰੋਪਰ ਗੱਲ ਸਮਝ ਨਹੀਂ ਆਉਂਦੀ ਐਪਲ ਦੇ ਫੋਨ 'ਚ ਨਾ। ਸੈਮਸੰਗ ਜਿਹੜਾ ਉਹਦੀ ਕਲੀਅਰ ਲਾਊਡ ਬੜਾ ਜ਼ਬਰਦਸਤ ਹੈਗਾ। ਠੀਕ ਹੈ, ਕਿਹੜਾ ਸੈਮਸੰਗ? ਕੋਜੜੇ ਅੱਗੇ ਸੈਮਸੰਗ ਕਿਹੜਾ, ਗੈਲੈਕਸੀ ਲੈਣ ਕਿ ਕਿਹੜਾ ਲੈਣ? ਮੈਂ ਤਾਂ ਯਾਰ 7.5 ਕਿਹੜੇ ਵਕਤਾਂ ਦਾ ਖਰੀਦਿਆ ਤਾਂ ਜਾਂਦਾ ਆਸਟ੍ਰੇਲੀਆ ਉਦੋਂ ਦੇ ਉਹ ਚੱਲਦਾ। ਮੈਨੂੰ ਤਾਂ ਪਤਾ ਹੀ ਨਹੀਂ, ਮੈਂ ਤਾਂ ਅਨਪੜ੍ਹ ਜਿਹਾ ਬੰਦਾ, ਤਾਂ ਤੇ ਮੈਂ ਦੇਖਾਂ ਤਾਂ ਕੁਰਾਨ ਤੋਂ ਗੱਲ ਨਹੀਂ ਕਰਦਾ, ਕਿਉਂਕਿ ਮੇਰਾ ਇੰਨਾ ਨੌਲੇਜ ਨਹੀਂ ਹੈਗਾ। ਮੈਂ ਜ਼ਿਆਦਾ ਅਕਲੀ ਦਲਾਇਲ ਦਿੰਦਾ, ਅਕਲੀ, ਕਿਉਂਕਿ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੋਂ ਪਹਿਲੇ ਅਕਲੀ ਦਲਾਇਲ ਦੇ ਉੱਤੇ ਲੋਕ ਚੱਲਦੇ ਸੀ। ਉਦੋਂ ਨਾ ਕੁਰਾਨ ਸੀ ਨਾ ਹਦੀਸ ਸੀ, ਤੇ ਜਿੰਨੇ ਨਬੀ ਆਇਆ ਨਾ ਸਭ ਅਕਲੀ ਦਲੀਲਾਂ ਦਿੰਦੇ ਸੀ। ਉਹ ਇੱਦਾਂ ਹੀ ਸਮਝਾਉਂਦੇ ਰਹੇ ਨੇ। ਉਹਨਾਂ ਨੇ ਕਿਹਾ ਅੱਛਾ ਤੂੰ ਸੱਚਾ ਤਾਂ ਫਿਰ ਸੂਰਜ ਨੂੰ ਕੱਢ ਮਗਰਬ ਵੱਲੋਂ। ਉਹ ਉੱਥੇ ਫਿਰ ਚੁੱਪ ਕਰ ਗਿਆ ਵੀ ਇਹ ਕਿੱਦਾਂ ਹੋ ਸਕਦਾ ਕਿ ਮੈਂ ਆਪਣੇ ਖੁਦਾ ਦੇ ਉੱਤੇ ਹੁਕਮ ਚਲਾਵਾਂ। ਇਹ ਅਕਲੀ ਦਲੀਲਾਂ ਸੀ, ਤੇ ਇਹ ਗੱਲ ਹੈ ਅਸੀਂ ਤੇ ਅਕਲੀ ਦਲੀਲਾਂ ਦਾ ਮੈਂ ਤੇ ਹੈ ਵਾ। ਜਿਹੜੀ ਕੋ ਥੋੜ੍ਹੀ ਬਹੁਤੀ ਆਉਂਦੀ ਉਹ ਫਿਰ ਅਲੀ ਵਾਲਾ ਸਾਹਿਬ ਵਰਗੇ ਜਾਂ ਹੋਰ ਕਹਿਣਗੇ ਹਵਾਲਾ ਦਿਓ ਜੀ, ਹਵਾਲਾ ਜੇ ਕੋਈ ਹਦੀਸ ਪੜ੍ਹ ਦਈਏ ਤੇ ਜਿਹੜੀ ਸੁਣੀ ਹੁੰਦੀ ਆ
ਉਹ ਉਹਨਾਂ ਦਾ ਹਵਾਲਾ ਹੀ ਕਿੱਥੋਂ ਲੱਭੀਏ। ਦੇਖੋ ਅਕਲੀ ਦਲੀਲ ਇਹੋ ਹੀ ਆ ਕਿ ਅੱਲਾਹ ਤਾਲਾ ਸੱਚਿਆਂ ਦੇ ਨਾਲ ਹੁੰਦਾ, ਉਹਨਾਂ ਦੀ ਬੈਕ ਦੇ ਉੱਤੇ ਹੁੰਦਾ। ਕਸ਼ਮੀਰੀ ਸਾਹਿਬ ਕਹਿੰਦੇ ਫਾਂਸੀ ਹੋਣ ਨਾਲ ਕਿਹੜਾ ਵੀ ਹੈ ਵਾ ਕੋਈ ਬੜੀ ਇਬਰਤ ਦੀ ਸਜ਼ਾ ਵਾ, ਦੱਸੋ। ਅੱਜ ਜਦ ਇੱਕ ਦਿਨ ਭੁੱਟੋ ਦੀ ਫਾਂਸੀ ਦੇ ਮੁਤਲਕ ਗੱਲ ਹੋਈ ਸੀ ਨਾ, ਤੇ ਕਸ਼ਮੀਰੀ ਸਾਹਿਬ ਨੂੰ ਇਤਰਾਜ਼ ਹੋਇਆ ਸੀ ਕਿ ਇਹ ਤੁਸੀਂ ਮਤਲਬ ਭੁੱਟੋ ਦੀ ਫਾਂਸੀ ਨੂੰ ਇਬਰਤ ਦੀ ਸਜ਼ਾ ਸਮਝਦੇ ਜੇ। ਹਾਲਾਂਕਿ ਦੇਖੋ ਕਿੰਨੀ ਵੱਡੀ ਗੱਲ ਹੈ ਕਿ ਇੱਕ ਪਾਸੇ ਜਮਾਤ ਅਹਿਮਦੀਆ ਦੇ ਖੁਲਫਾ, ਜਮਾਤ ਅਹਿਮਦੀਆ ਦੇ ਹੈਡ ਸਾਰੇ ਸਫਰ ਵੀ ਕਰਦੇ ਆ। ਕਿਹਾ ਸੀ ਬੋਲੋ। ਹਾਂ ਪੁੱਛ ਲਓ। ਨਹੀਂ ਕਸ਼ਮੀਰੀ ਸਾਹਿਬ ਦਿਓ ਜਵਾਬ ਜੀ। ਸਾਰੇ ਸਫ਼ਰ ਕਰਦੇ, ਜਹਾਜ਼ਾਂ ਤੇ ਵੀ ਸਫ਼ਰ ਕਰਦੇ ਆ, ਗੱਡੀਆਂ 'ਚ ਵੀ ਸਫ਼ਰ ਕਰਦੇ ਆ, ਲੇਕਿਨ ਅੱਲਾਹ ਤਾਲਾ ਨੇ ਉਹਨਾਂ ਨੂੰ ਬਾਇਜ਼ਤ ਮਹਿਫੂਜ਼ ਕਰਕੇ ਹਰ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਪਹੁੰਚਾਉਂਦਾ ਹੈ। ਇੱਧਰ ਜ਼ਿਆਉਲ ਹਕ ਸਾਹਿਬ ਦਾ ਤਖਤਾ ਉੱਟ ਗਿਆ ਤੇ ਨਾਲ ਹੀ ਕੰਮ ਹੋ ਗਿਆ। ਇਹ ਇਬਰਤ ਦਾ ਨਮੂਨਾ ਹੀ ਆ, ਹੋਰ ਕੀ ਹੈ। ਭੁੱਟੋ ਨੂੰ ਫਾਂਸੀ ਹੋ ਗਈ ਤੇ ਇਬਰਤ ਦਾ ਨਮੂਨਾ ਹੀ ਆ, ਹੋਰ ਕੀ ਹੈ। ਅੱਲਾਹ ਤਾਲਾ ਨੇ ਕਿੱਦਾਂ ਖਲੀਫਾਤੁਲ ਮਸੀਹ ਰਾਬੇ ਨੂੰ ਕੱਢਿਆ ਵਾ ਉਸ ਜੰਗਲ ਦੇ ਵਿੱਚੋਂ। ਜ਼ਿਆਉਲ ਹਕ ਦੀਆਂ ਅੱਖਾਂ ਦੇ ਉੱਤੇ ਪਰਦਾ ਪਾਤਾ। ਅਬਸਾਰੋਂ ਮੁਗਿਸ਼ਾਵਤੁਨ ਵਲਹੁਮ ਅਜ਼ਾਬੁਨ ਅਲੀਮ। ਅੱਗੇ ਅਜ਼ਾਬੁਨ ਅਲੀਮ ਦਾ ਪਤਾ। तकबीर अल्लाह अकबर। अहमद भाई मैं ये कह रहा मेरा ये मौकफ नहीं है ऐसा कि मौत किसी हाल में किसी को भी आए, जरूरी नहीं है वो इबरत का निशान है। मैं नहीं मानता इस चीज को। अभी आप देखें 2 या 3 करोड़ पीपल पार्टी के लोग हैं, वो उनको शहीद मानते हैं। आप उनको इबरत का सजा मानते हैं। हम किसकी माने? मैं उनको शहीद भी नहीं मानता। ये नहीं कि मैं उसको बोलूं कि भट्टो शहीद है। क्या हमें क्या पता है शहीद है ये नहीं? कोई अल्लाह की राह में उसने जान दी है? नहीं, हमें नहीं पता कि क्या किरदार था उसका, क्या अल्लाह जानता है उसके दिल में क्या। लेकिन ना ही सजा जो फांसी की होती है किसी को, इसका मतलब ये इबरत की सजा है, और ना ही वो पीपल पार्टी और कह रहे वो शहीद है और शहीद है। नहीं, ज़िया का भी ऐसा ही है। ज़िया के मानने वाले कह रहे हैं जी वो मस्जिद फैसल मस्जिद में दफनाया गया। देखो जी कितनी बड़ी शान और फजीलत मिली है, मस्जिद के अंदर है। तो जो पीपल पार्टी वाले हैं वो बोलते हैं नहीं ये मुर्तादमर है। अब मुझे आप बताएं, वो आपस में भी एक दूसरे को बोलते हैं। नहीं तो कश्मीरी साहब आपका ज़हन काम नहीं करता कि वो बाकी वो नहीं ऐसी चीजें नहीं होती हैं। दरेश भाई देखिए, नहीं देखे अच्छा मेरी एक बात सुने, मेरी बात सुने फिर। इस तरह देखिए कितने, अभी कल ही बात हो रही थी ना वो ईसा अलैहिस्सलाम की, के यहूदी कहते थे कि ये अपना स्लीप यानी लानती मौत है। आप सोचे मैं और आप मानते हैं लानती मौत है? नहीं मानते। भले माने यहूदी कि ये लानती मौत है, स्लीप देना लानती मौत है, हम नहीं मानते। वो बात और तरफ चली जाती है यार। फांसी मेरी है बेकसूर। अभी भगत सिंह कैसी शहीदों ने फांसी लगी है यार। फांसी मेरा ये इतराज नहीं है कि यार फांसी लगने इबरतनाक सजा होती है। मैं नहीं मानता। मैं कब कहता हूँ कि फांसी लगना इबरत की आप यही तो कहते हैं। लेकिन एक नबी के मुकाबले पे आके दावा करना है और उसको झूठा करना। और फिर देखो एक हफ्ता पहले पेशगोई की खलीफातुल मसीह राबे ने कि ज़ियाउल हक तेरा अंजाम जो देखा है। हाँ जी, और हफ्ते बाद उसका जहाज गर्क हो जाना। ये चीज़ें जो होती हैं ना, ये चीज़ें होती हैं निशान। मरने को तो हर बंदा मरना ही है उसने। किसी ने फांसी लग के मर गया को किसी, लेकिन फांसी लगना कोई अच्छी मौत नहीं है, कोई इज्जत की मौत नहीं है। तो बंदा कहे कि वो बड़ी इज्जत की मौत मरा है। तो नहीं अपना मैं ऐसी चीज, मैं मुझे पता है क्या, मुझे नहीं लगता ऐसी कोई चीजें होती हैं। ठीक है, ये नहीं कि मैं ਤੁਹਾਡੀ ਗੱਲ ਕਰਾਂ, मैं अपना भी कोई कहवे ना साडे बारे च भी यार कोई साडा भी ऐसा मैं नहीं मनता यार उस तरह मतलब यानी कि फांसी उन्हें लगी तो मतलब है कि उन्हें इस चीज की सजा मिली। सजा उन्हें अगर उन्हें बुरा जो भी किया उन्हें सजा रोजे महशर मिलनी है। नहीं गुजारिश ये आ कि जिद्दां सोचा जाए, कुछ कश्मीरी साहब जी इदां ही सोचा जाए तो मैं हुण इतराज वाली गल नहीं। गल है जंगां दे विच कतल तो सारे हुंदे ना, शहीद भी हुंदे आ, कतल भी हुंदे आ। ते हजरत इमाम हुसैन अलैहिस्सलाम शहीद हो गए तो किहड़ा एडा वड्डा काम हो गया? बस ठीक हो गए शहीद। जंग जो होई सी इन्ना मुकाम क्यों दिता जांदा उन्हां दी शहादत नूं? नहीं ओ जंग हक ते सच दी जंग है ओते। नहीं हक ते सच दी जंग। ये तो वेखो ना साडा मुसलमानां दा ख्याल है कि हक ते सच दी जंग सी। इहो ते हक सच दी जंग ज़ियाउल हक नाल सी, इहो भुट्टो दे नाल सी। हक सच दी जंग इत्थे इहो चीज है ना। समझ ब्रदर मुकाबले ते आए सी जमात दे मुकाबले दे उत्ते ਇਹ ਦੋਸਤ ਜਮਾਤ ਦੇ ਮੁਕਾਬਲੇ ਤੇ ਆਏ ਸੀ। No, you fix it. Is a flat? Is flat? Okay. Thank you, Migo. Okay. Thank you.
ਤਾਂ ਅਮੀਗੋ ਕਹਿ ਰਹੇ ਹੋ, ਇਹ ਤੇ ਇਟਾਲੀਅਨ ਵਰਡ ਹੈਗਾ ਅਮੀਗੋ, ਮੈਨੇ ਫਰੈਂਡ। ये दूजे स्पेनिश है। ਸਪੈਨਿਸ਼ वो मैं कह रहा अमीगो कह रहे हैं। उम्मी को कहते हैं। ਦੁਕਾਨ ਬਣਾਈ ਦੀ ਜੇ? नहीं नहीं, मैं वो गड्डी दे टायर मेरा पंचर हो गया सी, ते मैं ਉਹ वो ਅੱਛਾ ਅੱਛਾ। टायर पंचर लवाया ते वो कह रहे हैं। ਤੇ ਤੁਸੀਂ ਉਹ ਰੱਖਿਆ ਨਹੀਂ ਹੋਇਆ ਆਪਣੇ ਕੋਲ, ਉਹ ਪੰਪ ਜਿਹਾ ਇਲੈਕਟ੍ਰਿਕ ਜਿਹੜੇ ਮਿਲ ਜਾਂਦਾ ਪੋਰਟੇਬਲ, ਤੇ ਹਵਾ ਭਰ ਕੇ ਬੰਦਾ ਫੇਰ मैं ਚੱਲ वो ਪੈਂਦਾ। आज कर रहे सी, सोच रहे सी यार ये पंचर लाना कोई मुश्किल नहीं मेरे ख्याल है। इथों मैं चीज़ां ले लेना ऑटो जोन तो ਇਹ ਤੇ गड्डी है जी। ਮੈਂ ਕਿਹਾ ਬੜੇ ਪੈਸੇ ਲੈ ਲੈਂਦੇ ਆ ਪੈਂਚਰ ਲਾਉਣ ਦੇ। $15 ने ले लिया होना बस, वो सुबह जी घुमाया ने। ਤੇ ਟਾਇਰ ਕਿੰਨੇ ਦਾ ਪੈਂਦਾ ਹੈ? टायर बस यूज भी पैंदे आ 50 दे, ਹਾਂ 60 दे, नवा 100 ਦਾ ਵੀ ਮਿਲ ਜਾਂਦਾ, 150 ਦਾ ਵੀ। ਹਾਂ। ਤੇ ਇਹ ਗੱਲ ਹੈ। ਸਾਡੇ ਇੱਥੇ ਹੁਣ $40 ਲੈਂਦੇ ਜੇ ਪੈਂਚਰ ਦੇ, ਤੇ ਨਵਾਂ ਟਾਇਰ ਲਾਓ ਤੇ $80 ਦਾ। ਤੇ ਅਸੀਂ ਕਹਿੰਦੇ ਫਿਰ ਇਹਨਾਂ ਬਿਹਤਰ ਨਹੀਂ ਨਵਾਂ ਹੀ ਪਾ ਲਓ। 40 ਪੈਂਚਰ ਦੇ, ਇੱਕ ਪੈਂਚਰ ਦਾ। ਆਹੋ ਓਏ $80 ਦਾ ਨਵਾਂ ਟਾਇਰ। ਉਹ ਤੇ ਟਾਇਰ ਤੁਹਾਡਾ ਸਸਤਾ ਹੈ ਨਾ, ਫਿਰ ਇਸ ਦਾ ਮਤਲਬ ਹੈ ਨਵੇਂ ਕੋਲੋਂ। ਤੇ ਅਸੀਂ ਉਹੀ ਕਿਹਾ ਨਾ, ਇੱਥੇ ਲੋਕੀ ਤੇ ਜ਼ਿਆਦਾ ਤੁਸੀਂ ਪੈਂਚਰ ਕੋਲੋਂ ਨਵਾਂ ਟਾਇਰ ਹੀ ਪਵਾ, ਉਹ ਸਹੀ ਹੈ। ਹਾਂ ਬਿਲਕੁਲ ਬਿਲਕੁਲ। ਓਹ, ਤੇ ਜੇ ਕਿਤੇ ਮਤਲਬ ਕੋਈ ਰਸਤੇ ਰੁਸੇ ਜੇ ਇੱਧਰ ਉੱਧਰ ਜ਼ਰਾ ਦੁਕਾਨ ਤੋਂ ਦੂਰ ਹੋਵੇ ਤੇ ਹਵਾ ਨਿਕਲ ਜੇ, ਤੇ ਫਿਰ ਅਗਲੇ ਆਂਦੇ ਜੀ $60 ਲਾਂਗੇ ਅਸੀਂ, ਕਿਉਂਕਿ ਉੱਥੇ ਆ ਕੇ ਹਾਂ ਪੈਂਚਰ ਲਾਉਣਾ। ਅੱਛਾ ਉੱਥੇ ਆ ਵੀ ਜਾਣੇ? ਆ ਜਾਂਦੇ ਆ, ਕੋਈ ਨੇੜੇ ਵਾਕਫਕਾਰ ਹੋਵੇ ਤੇ। ਅੱਛਾ ਆਸਟ੍ਰੇਲੀਆ ਦੀ ਗੱਲ ਕਰ ਰਹੇ ਹੋ? ਹਾਂਜੀ ਹਾਂਜੀ। ਉਹ ਅੱਛਾ ਅੱਛਾ, ਮੈਸੇਜ ਹੈ ਕੈਨੇਡਾ ਨਹੀਂ, ਠੀਕ ਆਸਟ੍ਰੇਲੀਆ ਦੇ। ਬਾਕੀ ਦਰੀਸ ਸਾਹਿਬ ਗੱਲ ਇਹ ਵੇ ਕਿ ਮੈਨੂੰ ਪਤਾ ਹੈ ਤੁਹਾਡਾ ਇੱਕ ਤੁਹਾਡੇ ਦਿਲ ਵਿੱਚ ਦਿਮਾਗ ਵਿੱਚ ਯਾਨੀ ਕਿ ਇੱਕ ਦੁੱਖ ਹੁੰਦਾ ਹੈ, ਮੈਨੂੰ ਪਤਾ ਹੈ ਤੁਹਾਡੀ ਇੱਕ ਕਾਹਦਾ? ਫੀਲਿੰਗ ਹੈ। ਕਾਹਦਾ ਮੈਂ ਦੁੱਖ ਕਹਿੰਦਾ ਹੁੰਦਾ? ਤੁਹਾਡੀ ਇੱਕ ਫੀਲਿੰਗ ਹੈ ਕਿ ਇਹਨਾਂ ਬੰਦਿਆਂ ਨੇ ਜਮਾਤ ਨਾਲ ਕੋਈ ਬੁਰਾ ਕੀਤਾ ਹੋ ਸੀ, ਕਾਨੂੰਨ ਬਣਾਇਆ ਹੈ, ਜੋ ਵੀ ਪਟੋਨੇ ਜ਼ਿਆਨ ਨੇ ਕੀਤਾ ਹੋਏਗਾ, ਤੇ ਉਸ ਹਿਸਾਬ ਨਾਲ ਤੁਸੀਂ ਸੋਚਦੇ ਹੋ ਯਾਰ ਕਿਸ ਤਰ੍ਹਾਂ ਯਾਨੀ ਇਹਨਾਂ ਦੀ ਤੇ। ਲੇਕਿਨ ਉਹ ਜਿਹੜੇ ਪੀਪਲ ਪਾਰਟੀ ਕੇ ਦੂਜੇ ਕਹਿੰਦੇ ਜੀ ਸ਼ਹੀਦ ਨੇ, ਉਹਨਾਂ ਦੇ ਖਤਮ ਹਰ ਸਾਲ ਤੋਂ, ਮੈਂ ਤੁਹਾਨੂੰ ਕੀ ਦੱਸਾਂ, ਲੋਕ ਪੜ੍ਹਾਉਂਦੇ ਆ ਉਹਨਾਂ ਦੇ, ਉਹ ਵੀ ਤਾਂ ਦੇਖੋ ਨਾ, ਕੁਰਾਨ ਖਾਨੀਆਂ ਹੁੰਦੀਆਂ ਨੇ ਹਰ ਸਾਲ। ਹੁਣ ਅਸੀਂ ਉਹ ਵੀ ਨਹੀਂ ਮੰਨਦੇ ਉਹਦੇ, ਯਾਰ ਬਈ ਤੁਸੀਂ ਕਿਸ ਤਰ੍ਹਾਂ ਕਹਿ ਰਹੇ ਹੋ ਕਿ ਇੱਕ ਬੰਦਾ ਸ਼ਹੀਦ ਹੋ ਗਿਆ? ਕਿਸ ਤਰ੍ਹਾਂ ਉਹਨੇ ਕੀ ਕੰਮ ਕੀਤਾ ਅੱਲਾ ਦੇ ਰਾਹ ਤੇ ਕੋਈ ਸ਼ਹੀਦ ਹੋ ਗਿਆ? ਮੈਂ ਤੇ ਤੁਹਾਨੂੰ ਹਜ਼ਰਤ ਆਪਣੇ ਇਮਾਮ ਹੁਸੈਨ ਅਲੈਹਿਸਲਾਮ ਦੀ ਮਿਸਾਲ ਦਿੱਤੀ ਹੈ ਨਾ, ਕਿ ਆਖਰ ਜੰਗਾਂ 'ਚ ਹੋਰ ਵੀ ਸ਼ਹੀਦ ਹੁੰਦੇ, ਉਹ ਵੀ ਸ਼ਹੀਦ ਹੋ ਗਏ। ਬਸ ਹਜ਼ਰਤ ਇਮਾਮ ਹਸਨ ਅਲੈਹਿਸਲਾਮ ਵੀ ਸ਼ਹੀਦ ਹੋ ਗਏ, ਲੋਕੀ ਸ਼ਹੀਦ ਹੁੰਦੇ ਹੀ ਆ। ਐਡਾ ਮਕਾਮ ਕਿਉਂ ਦਿੱਤਾ ਜਾਂਦਾ ਹੈ? ਹਜ਼ਰਤ ਅਲੀ ਵੀ ਸ਼ਹੀਦ ਹੋ ਗਏ, ਫਿਰ ਕੀ ਹੋਇਆ? ਸ਼ਹਾਦਤ ਤੇ ਆਮ ਹੈ, ਆਮ ਬੰਦੇ ਨੂੰ ਵੀ ਹੋ ਜਾਂਦੀ ਹੈ। ਦੇਖੋ ਉਹ ਤਾਂ ਸਾਰੇ ਮੁਸਲਮਾਨ ਦਿੰਦੇ ਨਾ, ਤੁਸੀਂ ਵੀ ਦਿੰਦੇ ਹੋ, ਇਹ ਨਹੀਂ ਕਿ ਅਸੀਂ ਦਿੰਦੇ ਹਾਂ ਭਾਜੀ, ਤੁਸੀਂ ਵੀ ਦਿੰਦੇ ਹੋ। ਕਿਉਂ ਦਿੰਦੇ? ਤੁਸੀਂ ਵੀ ਦਿੰਦੇ ਹੋ ਸਾਰੇ, ਅਸੀਂ ਵੀ ਦਿੰਦੇ ਹਾਂ, ਤੁਸੀਂ ਵੀ ਦਿੰਦੇ ਹੋ। ਸਵਾਲ ਇੱਥੇ ਕਿਉਂ ਦਾ ਵਾ, ਇਹ ਨਹੀਂ ਗੱਲ ਪਈ ਕਿਉਂ ਦਿੰਦੇ ਆ। ਦਿੰਦੇ ਤੇ ਹੈ, ਅਸੀਂ ਵੀ ਦਿੰਦੇ ਆ, ਤੁਸੀਂ ਵੀ ਦਿੰਦੇ, ਲੇਕਿਨ ਕਿਉਂ ਦਿੰਦੇ ਆ? ਜ਼ਾਹਿਰ ਹੈ ਈਸਾਈ ਤੇ ਨਹੀਂ ਦੇਣਗੇ ਜਾਂ ਯਹੂਦੀ ਤੇ ਨਹੀਂ ਦੇਣਗੇ ਆ ਕੇ ਉਹਨਾਂ ਨੂੰ। ऐसा मौजूद है? बराड गिरेगी, बराड गिर जाएगी हुसैन साहब। तो कई लोग नीचे से आना भी चाह रहे थे, वो लिख रहे थे। नहीं बराड गिर जाएगी, अली अहमद भाई हैं तो वो सुन रहे तो जरा बराड ना गिर जाए और कोई मसला नहीं है। अगर वो पीछे नहीं जाते ना तो फिर बराड़ नहीं गिरेगी, क्योंकि हैं वो ऑन ही है मतलब, लेकिन परे गए हुए हैं, फोन रख के कहीं गए हुए हैं, तो फिर बराड़ नहीं गिरेगी। नहीं अगर वो पीछे बैक में जाते चले जाए फिर बराड़ गिरती है। गिर जाएगी तो उठा लेंगे, कोई बात नहीं। मैं गिर भी गया तो उठा लेंगे। अच्छा हुसैन साहब मैंने दसो तुसी जी जी ਪਿੱਛੇ ਥੋੜਾ ਜੀ, ਜੀ। ਨਾਰਾਜ਼ਗੀ ਦਾ ਇਜ਼ਹਾਰ ਕੀਤਾ ਹੈ ਤੇ ਨਹੀਂ ਨਹੀਂ ਕੋਈ ਨਹੀਂ ਨਾਰਾਜ਼ਗੀ ਜੀ। ਉਹ ਯਾਰ ਸੁਣ ਤੇ ਲਓ ਹੁਸੈਨੀ ਯਾਰ ਸਾਹਿਬ ਲਫ਼ਜ਼ ਤੁਸੀਂ ਨਾ ਨਾ ਇਸਤੇਮਾਲ ਕੋਲੋਂ ਕਰ ਲਿਆ ਕਰੋ। ਇਹ ਜਿਹੜੀ ਨਜ਼ਮ ਤੁਸੀਂ ਪੜ੍ਹੀ ਏ, या ਇਹ ਪੜ੍ਹ ਕੇ ਗਏ, ਇਸ ਵਿੱਚ ਤਨਕੀਦੀ ਜਾਇਜ਼ਾ ਤੁਸੀਂ ਲਿਆ ਜਾਂ ਤੁਸੀਂ ਇੱਕ ਐਵੇਂ ਖਾਲੀ ਮਿਸਾਲ ਦਿੱਤੀ ਹੈ? मैं तो सिर्फ ਉਹਨਾਂ ਦੇ ਯਕੀਨ ਦੀ ਗੱਲ ਕੀਤੀ ਕਿ ਉਹਨਾਂ ਕਸਮਾਂ ਖਾ ਖਾ ਕੇ ਦੱਸਿਆ ਹੈ। ਜਿਹੜਾ ਆਖਰੀ ਸ਼ੇਰ ਹੈ ਉਹ ਸੁਣਨ ਵਾਲਾ, ਉਹ ਕਹਿੰਦੇ ਨੇ ਖੁਦਾ ਖੁਦ ਜਬਰੋ ਇਸਤਬਦਾਦ को बर्बाद कर देगा, ਜਾਂ ਮੈਂ ਹਰ ਸੂ ਅਹਿਮਦੀ ਆਬਾਦ ਕਰ ਦੇਗਾ। ਹੁਣ ਇਹਨੂੰ ਮੈਂ ਤੇ ਜਿਸ ਤਰ੍ਹਾਂ ਹੈ ਉਂਝ ਤਾਂ ਉਂਝ ਹੀ ਪੜਿਆ, ਨਾ ਕੋਈ ਉਹਦੇ ਚ ਫਟ ਕੀਤਾ ਨਾ ਏਦਾਂ ਹੀ ਏਦਾਂ ਹੀ। ਨਹੀਂ ਨਹੀਂ ਮੈਂ ਕਦੋਂ ਕਿਆ ਤਨਕੀਦ ਕੀਤੀ ਆ? ਦਰੀਸ ਸਾਹਿਬ ਇਹ ਸਮਝ ਰਹੇ ਨੇ ਕਿ ਹੁਸੈਨ ਸਾਹਿਬ ਕਹਿੰਦੇ ਨੇ ਇਹ ਪੇਜ ਤੁਹਾਡੀ ਨਹੀਂ ਤਨਕੀਦ ਗੱਲ ਪੜ੍ਹੋ। ਮੈਂ ਇਹ ਅਰਜ਼ ਕੀਤੀ ਸੀ, ਵੇਖੋ ਫਿਰ ਹੁਸੈਨੀ ਸਾਹਿਬ ਤੁਸੀਂ ਆਪਣੇ ਕਸ਼ਮੀਰੀ ਸਾਹਿਬ ਲਾ ਲੈਂਦੇ ਜੇ। ਮੈਂ ਅਰਜ਼ ਕੀਤੀ ਕਿ ਉਹਦੇ ਜਮਾਤ ਦੀ ਤਰੱਕੀ ਦੀ ਗੱਲ ਹੋਣ ਡਈ ਦੀ ਸੀ, ਤੇ ਉਹ ਜਨਾਬ ਜਿਹੜੇ ਅਲਾਮਾ ਨਜ਼ੀਰ ਸਾਹਿਬ ਸਨ ਨਾ, ਉਹ ਬਕਾਇਦਾ ਇੱਕ ਜਾਇਜ਼ਾ ਪੇਸ਼ ਕਰ ਰਹੇ ਸੀ ਸਾਡੇ ਅਖਬਾਰ ਤੋਂ,
ਤੇ ਇਹਨਾਂ ਨੇ ਕਿਹਾ ਮੈਂ ਤੁਹਾਨੂੰ ਦਿਖਾਣਾ ਵਾ ਜਮਾਤ ਦੀ ਤਰੱਕੀ। ਤੇ ਇਹਨਾਂ ਨੇ ਉਹ ਨਜ਼ਮ ਪੜ੍ਹ ਕੇ ਸੁਣਾ ਦਿੱਤੀ। ਕਿਆ ਉਸ ਮੌਕੇ ਤੇ ਉਹ ਪੜ੍ਹਨ ਦਾ ਕੀ ਮਕਸਦ ਸੀ? ये भी तो हो सकता है कि उस वक्त वो उस बात से हटा दिया है, हाँ ये अमर साहब की तवज्जो हटा के एक नई हाँ तरफ लगा दी। ये भी बिल्कुल ये भी हो सकता हम है। पानी को भरा हुआ भी गिलास को समझ सकते हैं, आधा खाली भी समझ हाँ सकते हैं। बिल्कुल। देख ले, मुझे तो कोई इतराज नहीं है आप जैसे। ਜੀ ਸਲਾਮ ਅਲੈਕਮ ਹੁਸੈਨੀ ਸਾਹਿਬ ਗਰੁੱਪ ਦੇ ਸਾਰੇ ਦੋਸਤੋ ਤੇ ਭਾਈਓ ਤੇ ਮਿਹਰਬਾਨੋ ਤੇ ਸੱਜਣੋ ਸਲਾਮ ਤੇ ਅਲੈਕਮ। माशाल्लाह जी, वालेकुम सलाम व रहमतुल्लाहि व बरकातहू। ਸੱਜਣੋ ਤੇ ਮਿੱਤਰੋ, ਹਾਂ ਬਿਲਕੁਲ ਜੀ। ਕਿੱਡਾ ਮੈਂ ਤੇ ਕਿੰਨੇ ਦਿਨ ਹੋ ਗਏ ਨੇ, 3-4 ਦਿਨ ਹੋ ਗਏ, ਹਫਤਾ ਹੋ ਗਿਆ ਕਿ ਹੁਸੈਨੀ ਸਾਹਿਬ ਨਾਲ ਤੇ ਤੁਹਾਡੇ ਦੋਸਤਾਂ ਨਾਲ ਗੁਫ਼ਤਗੂ ਨਹੀਂ ਹੋ ਸਕੀ। ਅੱਜ ਮੇਰਾ ਬੜਾ ਜੀ ਚਾਹੁੰਦਾ ਸੀ, ਮੈਂ ਕਿਹਾ ਅੱਜ ਦਿਨ ਦੇ ਵਕਤ ਕਿਉਂ ਨਾ ਤੁਹਾਨੂੰ ਕਾਬੂ ਕੀਤਾ ਜਾਏ। ਸਹੀ ਗੱਲ ਹੈ। ਮੇਰੇ ਕੋਲ ਇਸ ਵਕਤ 2:05 ਹੋਏ ਨੇ ਓਏ ਹੋਏ ਰਾਤ ਦੇ ਦੁਪਹਿਰ ਦੇ। ਅੱਛਾ ਦੁਪਹਿਰ ਹਾਂ ਠੀਕ ਹੈ। ਅੱਜ ਸਾਡੇ ਸਿਆਟਲ ਹੁੰਦੇ ਧੁੱਪ ਨਾ, ਸਿਆਟਲ ਵਾਸ਼ਿੰਗਟਨ, ਹਾਂ ਜੀ ਬੜਾ ਦਿਨ ਅੱਜ ਉੱਥੇ- ਅੱਛਾ ਹੈ। ਸੜਕ ਉੱਥੇ ਤੇ ਆਈ ਟਾਈਮ ਹੈ। ਟ੍ਰੈਫਿਕ ਬਿਲਕੁਲ। ਚੱਲ ਰਹੀ ਹੈ, ਆ ਰਹੇ ਨੇ ਜਾ ਰਹੇ ਨੇ ਲੋਕੀ ਤੇ ਬਾਕੀ ਲਾਨ ਦੇ ਵਿੱਚ ਧੁੱਪ ਲੱਗੀ ਹੋਈ ਹੈ, ਬੜੀ ਮਜ਼ੇਦਾਰ ਕੜਾਕੇਦਾਰ ਬਾਦਰ ਅਰਸਾ ਦਰਾਜ਼। ਤੇ ਅਸੀਂ ਤੇ ਜੀ ਵੇਖ ਰਹੇ ਹਾਂ ਕਾਇਨਾਤ ਤੇ ਕੁਦਰਤ ਦੇ ਨਜ਼ਾਰੇ ਕਿ ਜਿਹੜੀ ਕਾਇਨਾਤ ਬਣਾ ਦਿੱਤੀ ਗਈ ਹੈ, ਉਹ ਕਿੰਨੇ ਕਿੰਨੇ ਅੱਛੀਆਂ ਚੀਜ਼ਾਂ ਨੇ, ਕਿੰਨੀ ਕੁ ਉਹਨਾਂ ਦੇ ਵਿੱਚ ਖੁਦਾਈ ਹੈ ਤੇ ਕਾਇਨਾਤ ਹੈ ਤੇ ਕੁਦਰਤ ਹੈ ਭਰੀ ਹੋਈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਨਾ, ਫਿਰ ਵੀ ਅੱਲਾਹ ਤਾਲਾ ਕਹਿੰਦਾ ਕਿ ਮੈਂ ਵੀ ਆਪਣੇ ਬੰਦਿਆਂ ਨੂੰ ਅਜ਼ਮਾਉਣਾ ਹੈ ਕਿ ਕਿੰਨੇ ਕੁ ਮੇਰੇ ਨਾਲ ਚੱਲਦੇ ਨੇ, ਕਿੰਨੇ ਕੁ ਮੇਰੇ ਤਾਬੇ ਚੱਲਦੇ ਨੇ, ਕਿੰਨੇ ਕੁ ਜਿਹੜੇ ਨੇ ਮੇਰੇ ਤੋਂ ਪਿਛਾਂ ਹਟਦੇ ਨੇ। ਗੱਲ ਇਹ ਆ ਕਿ ਨੇਕੀ ਦਾ ਕੰਮ ਬੱਚਾ ਕਰ ਰਿਹਾ ਹੋਵੇ ਨਾ, ਨਮਾਜ਼ ਪੜ੍ਹਦਾ ਹੋਵੇ, ਕਿਚਨ ਦੇ ਵਿੱਚ ਜਾ ਨਮਾਜ਼ ਵਿਛਾ ਕੇ, ਤੇ ਉਹਦਾ ਬਾਪ ਕਹੇ ਨਾ ਵੀ ਨਹੀਂ ਬੇਟਾ ਤੂੰ ਇਹ ਡਰਾਇੰਗ ਰੂਮ ਦੇ ਵਿੱਚ ਇੱਥੇ ਆ ਕੇ ਪੜ੍ਹ, ਤੇ ਉਹਦੀ ਤਾਬੇਦਾਰੀ 'ਚ ਬਿਹਤਰੀ ਆ। ਕਰ ਉਹ ਵੀ ਨੇਕੀ ਦਾ ਕੰਮ ਰਿਹਾ ਵਾ, ਇਹ ਨਹੀਂ ਕਿ ਨਹੀਂ ਕਰ ਰਿਹਾ ਹੈਗਾ, ਲੇਕਿਨ ਬਾਪ ਦੀ ਗੱਲ ਮੰਨੇਗਾ ਤੇ ਉਹ ਜ਼ਿਆਦਾ ਤਾਬੇਦਾਰੀ ਹੋਏਗੀ। ਉਹ ਗੱਲ ਇਹ ਆ ਕਿ ਕਰਦੇ ਬੇਸ਼ੱਕ ਨੇਕੀ ਦਾ ਕੰਮ ਨੇ, ਲੇਕਿਨ ਜਿੱਦਾਂ ਅੱਲਾਹ ਤਾਲਾ ਹੁਕਮ ਦਿੰਦਾ ਹੈ ਨਾ, ਜੋ ਉਹਦੀ ਮਨਸ਼ਾ ਹੈ, ਅਗਰ ਉਹਦੇ ਮੁਤਾਬਕ ਕੰਮ ਕੀਤੇ ਜਾਣ ਉਹ ਜ਼ਿਆਦਾ ਬਿਹਤਰ ਹੈ। ਮਾਸ਼ਾਅੱਲਾ ਜੀ, ਤੁਹਾਡੇ ਬੜੇ ਅੱਛੇ ਖਿਆਲਾਤ ਨੇ। ਤੁਸੀਂ ਤੇ ਖੁਦਾ ਤਾਲਾ ਦੇ ਇੱਕ ਸਹੀ ਕਿਸਮ ਦੇ ਅਬਦ ਬਣੇ ਹੋਏ ਹੋ। ਅਬਦ ਦਾ ਮਤਲਬ ਹੁੰਦਾ ਗੁਲਾਮ ਕੋਸ਼ਿਸ਼ ਕਰਦਾ ਬਣਨਾ, ਹਰ ਬੰਦਾ, ਕੋਸ਼ਿਸ਼ ਤੇ ਹਰ ਬੰਦਾ ਅਮਤ ਹੁੰਦਾ ਹੈ, ਅਮਤ ਹੁੰਦਾ ਹੈ ਜਾਂ ਅਮਤਾ ਹੁੰਦਾ ਹੈ ਗੁਲਾਮਾਂ ਨੂੰ, ਜਿਹੜਾ ਕਿ ਅੱਲਾ ਦੇ ਦਿੱਤੇ ਹੋਏ ਹੁਕਮਾਂ ਦੇ ਮੁਤਾਬਕ ਜ਼ਿੰਦਗੀ ਗੁਜ਼ਾਰਦਾ ਹੈ। ਤੁਸੀਂ ਉਹ ਅੱਲਾਹ ਤਾਲਾ ਦੇ ਬਹੁਤ ਵੱਡੇ ਅਮਦ ਹੋ, ਗੁਲਾਮ ਹੋ। ਮੈਂ ਤੇ ਵੀ ਕਹਿੰਦੇ ਤੁਹਾਡੇ ਖਿਆਲਾਤ ਜਿਹੜੇ अच्छा, ਬਹੁਤ नासिर साहब भी यही कहते हैं कि अबद बनो, अबद। ये ਅਬਦ अबद का क्या मतलब है? ਅਬਦ ਦਾ ਮਤਲਬ ਹੁੰਦਾ ਹੈ ਗੁਲਾਮ, ਆਪਣੀ ਜ਼ਿੰਦਗੀ ਜਿਹੜੀ ਹੈ ਅਗਲੇ ਦੇ ਸਪੁਰਦ ਕਰ ਦੇਣਾ, ਤਾਬੇਦਾਰੀ। ਉਹਦੀ ਤਾਬਿਆ ਫਰਮਾਨੀ ਦੇ ਵਿੱਚ, ਤਾਬਿਆਦਾਰੀ ਦੇ ਨਹੀਂ ਜੀ। ਖੁਦਾ ਜਿਹੜਾ ਹੈ ਉਹ ਤਾਬਿਆਦਾਰ ਹੈ, ਅਸੀਂ ਖੁਦਾ ਦੇ ਤਾਬੇ ਫਰਮਾਨ ਆ। ਤਾਬਿਆਦਾਰ ਹੁੰਦਾ ਹੈ ਜਿਹੜਾ ਕਿ ਕਿਸੇ ਨੂੰ ਆਪਣੀ ਤਾਬਿਆਦਾਰੀ 'ਚ ਰੱਖੇ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਉਹ ਤਾਬਿਆਦਾਰ ਹੈ, ਅਸੀਂ ਤਾਬਿਆ ਫਰਮਾਨ ਆ। ਠੀਕ ਹੈ। ਕਿਉਂ ਜੀ ਹੁਸੈਨੀ ਸਾਹਿਬ, ਬਾਤ ਮੈਂ ਗਲਤ ਨਹੀਂ ਕਹੀ? ਮੈਂ ਐਡਾ ਗ੍ਰਾਮਰ ਨਹੀਂ ਜਾਣਦਾ, ਸਾਡੀ ਸਾਹਿਬ ਵੀ ਦੱਸ ਸਕਦੇ ਆ। ਹਾਂ, ਮੈਂ ਤਾਂ ਹੁਸੈਨੀ ਸਾਹਿਬ ਨੂੰ ਸਵਾਲ ਕੀਤਾ ਜੀ। ਤਾਬੇ ਫਰਮਾਨ ਤੇ ਤਾਬੇਦਾਰ, ਉਹ ਕਿੱਥੇ ਸੌ ਗਏ ਹੋ? ਚਾਹ ਦਾ ਕੱਪ ਪੀ ਕੇ ਜਾਂ ਲੱਸੀ ਦਾ? ताबे फरमान का मतलब है कि हर फरमान मानना, राइट? हर हुक्म ਨੇ मानना, ਤਾਬੇ ਫਰਮਾਨ, ਤਾਬੇ ਕਹਿੰਦੇ ਨੇ ਫਰਮਾਨ ਦੀ ਤਾਬੇਦਾਰੀ ਕਰਨ ਵਾਲੇ ਨੂੰ, तामील करना। ਤਾਮੀਲ ਕਰਨ। ਚਲੋ ਇਹ ਲਾ ਲਓ। और ताबेदार का क्या मतलब है फिर? ਕਿਸੇ ਨੂੰ ਆਪਣੇ ਤਾਬੇ ਰੱਖਣਾ। अच्छा, ओ, ਦਾਰ ਦਾ ਮਤਲਬ ਹੈ ਥਾਣੇਦਾਰ, ਜਿਸ ਨੇ ਅਗਲੇ ਨੂੰ ਥਾਣੇ ਤੇ ਰੱਖਿਆ ਹੋਇਆ, हम इसका ਆਪਣੇ उल्ट ਥਾਣੇ मतलब ਤੇ फिर ਰੱਖਿਆ कोई ਹੋਇਆ। करें, ठीक है, समझ आ गई। ठीक हो गया, ठीक। ਜਿਵੇਂ ਕਹਿੰਦੇ ਮਜ਼ੇਦਾਰ, मजे वाला। ਮਜ਼ੇ ਵਾਲਾ। ਲਿਹਾਜ਼ਾ ਤਾਬੇਦਾਰ ਅਗਲੇ ਨੂੰ ਤਾਬੇ ਰੱਖਣ ਵਾਲਾ। ओके ओके, अगर मैं आइए, यहाँ सारी- मतलब फॉर एग्जांपल सबर साइड साहब को कोई बात कहता हूँ, मानो मानो, तो मैं ताबेदार हूँ, राइट? ਹਾਂ, ਉਹ ਵੇ ਕਿ ਤੂੰ ਮੇਰਾ ਉੱਲੂ ਦੀਆਂ ਪੱਠਿਆ ਮੇਰਾ ਘਰ ਆਖਾ ਮੰਨਣਾ ਹੈ। नहीं नहीं, उल्लू का पट्टा तो नहीं कहूँगी। नहीं कहूँगा। ਪੱਠੇ ਦਾ ਮਤਲਬ ਹੁੰਦਾ ਹੈ ਪੁੱਤਰ, ਸੋਨਾ, उत्तर, हाँ, ਅੱਛਾ ਜਿਹੜਾ ਹੈ। उल्लू भी कोई मतलब, ਉਹ ਸਾਡੀ है। ਦੁਨੀਆ ਨੇ ਉਹਨੂੰ ਪੱਠੇ ਨੂੰ ਵੀ ਗਲਤ ਮਤਲਬ ਲੈ ਲਿੱਤਾ ਗਿਆ। लेकिन ਪੱਠਾ ਕੋਈ उल्लू तो ਭੈੜਾ थोड़ा ਲਫ਼ਜ਼ गलत ਨਹੀਂ। मतलब नहीं होता तो उल्लू का। ਇਹ ਉੱਲੂ ਪੰਜਾਬੀ ਜਿਹੜਾ ਹੈ ਇਨਸਾਨ ਉਹ ਹੈ, ਪੰਜਾਬੀ ਅਕਲਮੰਦ ਕੇ ਜਾਨਵਰ ਇਨਸਾਨ। ਹੁੰਦਾ ਹੈ।
कल ਉੱਲੂ किसी ਦੇ ने ਵਿੱਚ यहाँ ਜਿਹੜੀ कहा ना ਅਕਲ ਹੈ खोती का बच्चा है, ਸਹਿਬਲ ਸਾਹਿਬ ਉਹ खोती का ਖੋਤੀ ਦਾ बच्चा है। ਤੁਸੀਂ ਹੋਰ ਕਹਿ ਸਹਿਬਲ ਲਓ ਸਾਹਿਬ। ਉਹ ਤੇ ਉੱਥੇ ਖੋਤੀ ਦਾ ਹੋਰ ਹੈ ਸਹਿਬਲ ਸਾਹਿਬ ਇੱਕ ਲਤੀਫਾ ਹੈ ਜੀ ਫਰਮਾਈਏ ਬੰਦਾ ਉੱਲੂ ਤੇ ਉਹਦਾ ਪੁੱਤਰ ਛੋਟਾ ਬੱਚਾ ਲੈ ਗਿਆ ਮਾਰਕੀਟ 'ਚ ਸੇਲ ਕਰਨ ਵਾਸਤੇ ਹੈ ਜੀ 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 ਉਹ ਕਹਿੰਦਾ ਕਿ ਉੱਲੂ ਕਿੰਨੇ ਦਾ ਕਹਿੰਦਾ 1 ਲੱਖ ਦਾ ਕਹਿੰਦਾ ਇਹਦਾ ਬੱਚਾ ਕਿੰਨਾ ਕਹਿੰਦਾ 1.5 ਲੱਖ ਦਾ ਉਹ ਕਹਿੰਦਾ ਇਹ ਕਹਿਣ ਡਿਆ ਉਹ ਜਿਹੜਾ ਵੱਡਾ ਹੈ ਉਹ ਲੱਖ ਦਾ ਦੂਜਾ 1.5 ਲੱਖ ਦਾ ਕਹਿੰਦਾ ਉਹ ਨਿਰਾ ਉੱਲੂ ਏ ਇਹ ਉੱਲੂ ਦਾ ਪੱਠਾ ਵੀ ਏ ਬਿਲਕੁਲ ਤੁਸੀਂ ਇੱਕ ਬੰਦੇ ਹੋ ਇਸ ਗਰੁੱਪ ਦੇ ਵਿੱਚ ਜਿੰਨਾ ਕਿ ਮੇਰੀ ਬਾਤ ਜਿਹੜੀ ਹੈ ਉਹ ਸਮਝੀ ਹੈ ਤੁਹਾਨੂੰ ਮੈਂ ਕ੍ਰੈਡਿਟ ਦੇਣਾ ਮੈਂ ਕਹਿੰਦਾ ਇਹ ਲੋਕੀ ਜਿਹੜੇ ਨੇ ਤੁਹਾਨੂੰ ਕੋਈ ਸਟਾਰ ਤੇ ਕੁਝ ਤੋਹਫੇ ਵੀ ਭੇਜਣ माशाल्लाह जी, ये तो समझदार है जी, सबर से। ਹਾਂਜੀ ਇਹ ਸਮਝਦਾਰੀ ਦੀ ਬਾਤਾਂ ਸਮਝਦਾਰੀ ਸਮਝ ਸਕਦੇ ਨੇ ਨਾ ਅਸੀਂ ਤਾਂ ਇੱਥੇ ਬੈਠੇ ਹੋਏ ਆ ਇਹਨਾਂ ਦੀਆਂ ਗੱਲਾਂ ਸੁਣਨ ਵਾਸਤੇ ਆ ਜਾਂਦੇ ਆ ਤੇ ਉਹ ਸਾਨੂੰ ਵੀ ਕੋਈ ਚੱਕਲ ਆ ਜਾਏ ਸਹਿਬਲ ਸਾਹਿਬ ਤੇ ਫਿਰ ਅੱਜ ਦਾ ਕੀ ਟਾਪਿਕ ਜੀ ਅੱਜ ਕੀ ਤੁਸੀਂ ਸ਼ੁਰੂ ਕੀਤਾ एक फिर होता है ताबड़तोड़, ਤਾਬੜ ਤੋੜ ਹਾਂ उसका फिर क्या मतलब हो गया? ਤਾਬੜ ਤੋੜ ਦਾ ਮਤਲਬ ਹੈ ਨਾ ਆਓ ਦੇਖੋ ਨਾ ਤਾਓ ਜਿਹੜੇ ਪਾਸੇ ਸੱਜੇ ਆਇਓ ਖੱਬੇ ਆਓ ਉੱਤੋਂ ਆਵੇ ਥੱਲੇ ਆਵੇ ਵਿਦਨ 6 ਡਾਇਰੈਕਸ਼ਨ ਇਨ ਆਲ ਡਾਇਰੈਕਸ਼ਨ ਤੁਨ ਕੇ ਰੱਖੋ ਦਬਾ ਕੇ ਰੱਖੋ वाह वाह, तोड़ के रखो। हाँ, ये ਇਹੋ ਹੀ ਮੌਜੂ ਜੀ ਅੱਜ ਦਾ ਇਹ ਕਿਸ ਨੂੰ ਤੁਸੀਂ ਤਾਬੜ ਤੋੜ ਕਰ ਰਹੇ ਹੋ नहीं नहीं, वैसे ही सुना वो आज ਮਰਜ਼ੀ ਕਰ ਦੇਵੇ क्या कहते हैं कि तुन के रखो भी सुना है आज लफ्ज़, ਉਹ ਨਹੀਂ ਨਹੀਂ ਉਹ ਤੇ ਹੁਣ ਅਗਰ ਮੈਂ ਕਹਿੰਦਾ ਤੁਸੀਂ ਫਿਰ ਮੈਨੂੰ ਕਹਿਣਾ ਸੀ ਕਿ ਕਿਉਂ ਚੈਲ ਸਾਹਿਬ ਕਿਉਂ ਤੁਸੀਂ ਇਹ ਕਹਿ ਰਹੇ ਹੋ ਨਹੀਂ ਇਹ ਮੌਜੂ ਅੱਜ ਦਾ ਹਾਂ ਤੇ ਫਿਰ ਕਿਸ ਨੂੰ ਰੱਖਣਾ ਜੇ ਹੁਸੈਨੀ ਸਾਹਿਬ ਨੂੰ ਰੱਖਿਆ ਹੋਇਆ ਜੇ ਤਾਂ ਹੀ ਹੁਸੈਨੀ ਸਾਹਿਬ ਅੱਜ नहीं नहीं नहीं, वो तो हमारे भाई, होस्ट हैं, ਉਹ उनको हम नहीं रख ਖਾਮੋਸ਼ ਹੋ सकते। ਕੇ ਬੜੀ ਇੱਕ ਤਬੀਅਤ ਸੁਬਹਾਨੀ ਦੇ ਨਾਲ ਇਹ ਸਾਡੀਆਂ ਸਾਰੀਆਂ ਉੱਚੀਆਂ ਨੀਵੀਆਂ ਗੱਲਾਂ ਜਿਹੜੇ ਨੇ ਨਾ ਉਹਨਾਂ ਨੂੰ ਸੁਣ ਵੀ ਰਹੇ ਨੇ ਤੇ ਬਰਦਾਸ਼ਤ ਵੀ ਕਰ ਰਹੇ ਨੇ ਉਹ ये ਐਂਬੂਲੈਂਸ सबर साइड है तो वो डबल सबर साइड है। ਹਾਂਜੀ ਬਿਲਕੁਲ ਉਹਨਾਂ ਦੇ ਕੋਲ ਤੇ ਸਬਰੇ ਜਮੀਲ ਹੈ हाँ, ਹਾਂ ਬਿਲਕੁਲ ਹਾਂਜੀ ਹੁਸੈਨੀ ਸਾਹਿਬ ਤੁਸੀਂ ਵੀ ਕੁਝ ਬੋਲੋ ਕੁਝ ਸਾਨੂੰ ਆਗਾਹ ਕਰੋ ਆਪਣੇ ਕਮਾਲਾਤ ਹਸਨਾ ਦੇ ਬਾਰੇ ਨਾ ਚਾਹ ਬਣਾਉਣ ਗਏ ਨੇ ਕੈਂਡਮਨ ਪਾ ਕੇ ਨਾ ਕੈਡਮਨ ਪਾ ਕੇ अदरक वाली चाह, अदरक वाली इस टाइम पीने नहीं सही साहब। ਅੱਛਾ ਅਦਰਕ ਵਾਲੀ ਹੋ ਗਈ ਸੌਂਫ ਵਾਲੀ ਹੋ ਗਈ ਵਿੱਚ ਧਨੀਆ ਥੋੜਾ ਕੁ ਪਾ ਲਿਆ ਤੇ ਥੋੜਾ ਇੱਕ ਉਹ ਕੀ ਥੋਮ ਦੀ ਤੁਰੀ ਜਿਹੜੀ ਹੈ ਉਹ ਵੀ ਪਾ ਲਈ ਤੇ ਉਹ ਪੀ चाह में ਕੇ ए पहली दफा सुना है थोम दी तुरी। ਇਹ ਤੁਸੀਂ ਕਿਉਂ ਨਹੀਂ ਸੁਣਿਆ थूम ਤੁਸੀਂ का ਅਦਰਕ कदे ਪਾ मैं ਲਿਆ ਹੈ ਜਵੈਨ ਪਾ ਲਈ ਹੈ ਹੋਰ ਚੀਜ਼ਾਂ ਪਾ ਲਿਆ ਹੈ, ਲੂਣ ਪਾ ਲਿਆ ਹੈ, ਸਾਰੀਆਂ ਚੀਜ਼ਾਂ ਪਾ ਲਿਆ ਨੇ ਤੇ ਇਹ आ ਕਿਉਂ गए ਨਹੀਂ जो ਪਾ सैनी ਲਿਆ? सैनी साहब आ आप गए। गुजरावाला से तो नहीं है, गुजरावाला के लोग तुरी कहते हैं थोम के। ਉਹ ਧੁਰੀ ਜਿਹੜੀ ਹੈ ਨਾ ਗੁਜਰਾਂਵਾਲਾ ਥੋਮ ਸ਼ਹਿਰ ਕੋਲ ਥੋਮ ਤੁਹਾਨੂੰ ਪਤਾ ਕਿ ਥੋਮ ਕਿਹੜੀ ਜ਼ਬਾਨ ਦਾ ਲਫ਼ਜ਼ ਹੈ नहीं, ਇਹ ਅਰਬੀ ਦਾ ਲਫ਼ਜ਼ ਹੈ ਵਫੂਮਿਹਾ ਵ ਆਦਾ ਹਾ ਵ ਬਾਸਾਲੇਹਾ ਮਿਮਾ ਤੁੰਬਿਤੁਲ ਅਰਜ਼ ਵ ਥੂਮਿਹਾ ਥੂਮਿਹਾ ਉਸ ਨੂੰ ਥੇ ਅਰਬੀ ਵਿੱਚ ਨਹੀਂ ਤੇ ਉਹਨੂੰ ਫੂਮ ਕਹਿ ਦਿੰਦੇ ਨੇ ਉਹਨੂੰ ਫੇ ਦੀ ਆਵਾਜ਼ ਦੇ ਦਿੰਦੇ ਨੇ ਹੈ ਥੋਮ ਇਹ ਲਫ਼ਜ਼ ਉਹਨਾਂ ਕੋਲ ਵੀ ਪੁੱਛੋ ਥੋਮ ਹੀ ਕਹਿੰਦੇ ਕਿ ਸਾਡੇ ਕੋਲ ਥੇ ਦੀ ਆਵਾਜ਼ ਨਹੀਂ ਆਉਂਦੀ ਤੇ ਅਸੀਂ ਇਹਨੂੰ ਫੂਮ ਕਹਿੰਦੇ ਆ ਹਾਂ ਇਹ ਕਰਨਾ ਵਫੂਮਿਹਾ ਨਾ ਵਾਰਦਾ ਸਿਆ ਵਾ ਆਦਾ ਸਿਆ ਅਦਸ ਕਹਿੰਦੇ ਨੇ ਅਦਸੇ ਨੂੰ ਉਹ ਹੁੰਦੀ ਹੈ ਜਿਹੜੀ ਦਾਲ ਮਸਰਾਂ ਦੀ ਦਾਲ ਜਿਹੜੀ ਹੁੰਦੀ ਹੈ ਨਾ ਉਹਦੀ ਸ਼ਕਲ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਕਿ ਅਦਸਾ ਹੁੰਦਾ ਹੈ ਯਾ ਤੇ ਲਿਹਾਜ਼ਾ ਉਹਨਾਂ ਕਹਿੰਦੇ ਕਿ ਅਦਸੇ ਵਾਲੀ ਦਾਲ ਐਸੀ ਦਾਲ ਜਿਹੜਾ ਕਿ ਅਦਸੇ ਵਾਲੇ ਹੁੰਦੀ ਹੈ ਵਾਦਾ ਸਿਆ ਯਾ ਤੇ ਫਿਰ ਥੋਮ ਦੇ ਮਤਲਬ ਮੈਂ ਦੱਸਦਾ ਕਿ ਥੋਮ ਜਿਹੜਾ ਹੈ ਨਾ ਇਹ ਖੂਨ ਨੂੰ ਪਤਲਾ ਕਰਦਾ ਹੈ ਔਰ ਹਾਰਟ ਦੇ ਵਾਸਤੇ ਜਾਂ ਵੇਨਾਂ ਵਾਸਤੇ ਬੜਾ ਅੱਛੀ ਚੀਜ਼ ਹੈ ਅੱਲਾ ਜੀ ਤੁਹਾਨੂੰ ਖੁਸ਼ ਰੱਖੇ ਇਸੇ ਵਜ੍ਹਾ ਤੋਂ ਬਨੀ ਇਸਰਾਈਲ ਨੇ ਕਿਹਾ ਸੀ ਤਾਂ ਹੀ ਅਸੀਂ ਦੁਆਵਾਂ ਕਰਨੇ ਆ ਯਾ ਅੱਲਾ ਜਿਹਨਾਂ ਦੇ ਤੂੰ ਇਨਾਮ ਕੀਤਾ ਸਾਨੂੰ ਉਹਨਾਂ ਦਾ ਰਾਹ ਦਿਖਾ ਇਹ ਉਹ ਥੋਮ ਖਾਂਦੀ ਹੁੰਦੀ ਕੌਮ ਸੀ ਤੇ ਅਸੀਂ ਕਹਿੰਦੇ ਆ ਅਸੀਂ ਵੀ ਥੋਮ ਖਾਈਏ ਉਹਨਾਂ ਕਿਹਾ ਜਿਹੜਾ ਥੋਮ ਖਾਣਾ ਖਾਓ ਚਾਹੀਦਾ ਬੰਦੇ ਨੂੰ 1-2 ਗੁਲੀਆਂ ਰੋਜ਼ ਮੈਂ ਤੇ ਕਹਿੰਦਾ ਤੁਸੀਂ ਪਕਾ ਕੇ ਨਾ ਖਾਇਆ ਕਰੋ ਥੋਮ ਲਿਆ ਉਹਨੂੰ ਆਪਣੇ ਮੂੰਹ ਦੇ ਵਿੱਚ ਥੋੜਾ ਕੁ ਦਬਾ ਕੇ ਉਹਦਾ ਰਸ ਆਇਆ ਤੇ ਫਿਰ ਉਸ ਥੋਮ ਨੂੰ ਤੁਸੀਂ 1 ਘੰਟੇ ਤੱਕ ਮੂੰਹ 'ਚ ਰੱਖੋ ਇਹ ਨਾ ਹੋਵੇ ਕਿ ਥੋਮ ਤੁਹਾਡੇ ਗਲੇ 'ਚ ਵੀ ਕਈ ਦਫਾ ਫਸ ਜਾਂਦਾ ਹੈ ਉਹ ਨਾ नहीं नहीं देखो लो भी आसान तरीका है वे अदरीस साहब जदों रोटी खांदे हो ना ਤੇ 2 ਥੂਮ ਦੀਆਂ ਚੂਰੀਆਂ ਛਿਲ ਕੇ ਬੁਰਕੀ ਵਿੱਚ ਜਦੋਂ ਸਾਲਣ ਨਾਲ ਡਬੋ ਬੁਰਕੀ ਵਿੱਚ ਇੱਕ ਤੁਰੀ ਉਹ ਵੀ ਪਾ ਲਓ ਤੇ ਸਾਲਣ ਮੂੰਹ 'ਚ ਖਾ ਲਓ ਬਸ ਉਹ ਜ਼ਾਇਕਾ ਮਿਕਸ ਹੋ ਜਾਏਗਾ ਤੁਸੀਂ ਇਹ ਕਿਉਂ ਨਹੀਂ ਕਰਦੇ ਤੁਸੀਂ ਜ਼ਾਇਕਾ ਮਿਕਸ ਹੋ ਜਾਂਦਾ ਸਾਨੀ ਸਾਹਿਬ ਪਤਾ ਵੀ ਨਹੀਂ ਚੱਲਦਾ ਥੋਮ ਦਾ ਅਚਾਰ ਲਾਇਆ ਉਹ ਬਾਅਦ ਚ ਥੋਮ ਦਾ ਅਚਾਰ
ਅਚਾਰ ਹੀ ਬੜਾ ਮਿਲਦਾ ਮਜ਼ੇਦਾਰ ਹੁੰਦਾ ਜੀ। ਮੈਂ ਤੇ ਘਰ ਰੱਖਿਆ ਹੋਇਆ ਅਚਾਰ। ਮੈਂ ਤੇ ਸੁਨਨਤ ਸਮਝ ਕੇ ਕਹਿਣਾ ਵਾ, ਜਿਹੜੀ ਕਿ ਬਨੀ ਇਸਰਾਈਲ ਨੇ ਮੰਗੀ ਸੀ, ਤੇ ਅਸਾਂ ਬਨੀ ਇਸਰਾਈਲ ਦੀ ਸੁਨਨਤ ਅਸੀਂ ਮੰਨਨੇ ਆ, ਤੇ ਸਾਨੂੰ ਤੇ ਖਾਣਾ ਪਏਗਾ। ਜਿਹੜੀ ਚੀਜ਼ ਸਾਡੇ ਕੋਲ ਹੈ ਵੇ, ਜਿਹੜੀ ਸੁਨਨਤ ਉਹਨਾਂ ਦੀ ਹੈ ਵੇ, ਉਹ ਅਸੀਂ ਮੰਨਦੇ ਕੋ ਨਹੀਂ। ਉਂਝ ਸਾਰੀ ਉਮਰ ਦੁਆਵਾਂ ਕਰਦੇ ਰਹਿੰਦੇ ਆ, ਸਰਾਤ ਅੱਲਾ ਜ਼ੀਨਾ ਅਨਾਮ ਦਾ ਉਹ ਤਰੀਕਾ ਦੱਸ ਸਾਨੂੰ ਜਿਹੜਾ ਕਿ ਜਿਨ੍ਹਾਂ ਦਾ ਇਨਾਮ ਹੋਇਆ, ਜਿਨ੍ਹਾਂ ਕਿ ਯਾ ਬਨੀ ਇਸਰਾਈਲ ਦੇ ਦਸ ਕਰੂ ਨੇਮਤੀ ਅੱਲਾ ਤੀ ਅਨਅਮ ਤੋਂ। ਲਾ ਜਨਾਬ ਮਾਸ਼ਾਅੱਲਾ। ਤੇ ਹੁਣੇ ਅਸੀਂ ਤਾਜ਼ਾ ਹੁੱਕਾ ਭਰਨੇ ਆ ਤੇ ਫਿਰ ਕੰਮ ਚਲਾਨੇ ਆ ਮਾਸ਼ਾਅੱਲਾ। ਲਾ ਜਨਾਬ ਅਲੀਗੜ੍ਹ ਸਾਹਿਬ ਆ ਗਏ ਤੇ ਰਾਣਾ ਸਾਹਿਬ। अस्सलाम वालेकुम सैनी साहब। ਵਾਲੇकुम ਸਲਾਮ। शुक्र है साड़ी बारी भी आई है। कोई 3-4 घंटे हो गए ने काल पा के बैठे हैं। ਤੁਹਾਡਾ ਭਲਾ ਹੋ ਜਾਏ। ਅੱਛਾ हाँ मैं तो आख्या अज पता नहीं वारी आउंदी या नहीं आउंदी। ਨਹੀਂ ਨਹੀਂ ਵਾਰੀ ਕਿਉਂ ਨਹੀਂ ਆਉਣੀ, ਤੁਹਾਡੀ ਵਾਰੀ ਆਉਣੀ। अच्छा ਬਿਸਮਿਲ੍ਲਾ। ਉਹ ਅੱਜ ਮਸਲਾ ਇਹ ਕਰਨੇ ਆ, ਪੁੱਛਨੇ ਆ अच्छा ਇੱਕ ਗੱਲ ਜਿਹੜੀ ਹੈ ਨਾ, ਸਾਲੇ ਸ਼ਹੀਦ ਤੇ ਸਦੀਕ, ਉਹਦੇ ਚ ਸਦੀਕ ਲੈ ਹੈ। बात डबल हो रही है। कौन है? अच्छा क्या जे? ਮੈਂ ਕਿਹਾ ਜਿਹੜਾ ਇਨਾਮ ਨੇ ਨਾ 4, जी ਉਹਨਾਂ ਦੀ ਅਸੀਂ ਰੋਜ਼ ਬਹਿਸ ਛੇੜਦੇ ਰਹਿੰਦੇ ਆ ਬਈ ਇਹ 4 ਅਹਿਮਦੀ ਕਹਿੰਦੇ ਨੇ ਇਨਾਮ ਇੱਥੇ ਹੀ ਮਿਲਣੇ ਨੇ, ਅਗਲੇ ਜਾਨ ਨਹੀਂ ਮਿਲਣੇ। जी ਤੇ जी ਮੰਨ ਲੈਂਦੇ ਆ ਵੀ ਇੱਥੇ ਹੀ ਮਿਲਣੇ ਨੇ। बिल्कुल ਤੇ ਇਹ ਦੱਸੋ ਵੀ ਸਦੀਕ ਦਾ ਇਨਾਮ ਕਿਹਨੂੰ ਕਿਹਨੂੰ ਮਿਲਿਆ ਤੇ ਕਿਹਨੇ ठीक ਦਿੱਤਾ है ठीक है। ਜੀ? मैंने लिस्टें तैयार करने पे लगाई हुई हैं, मैं ढूंढ रहा हूँ, इंशाल्लाह जल्द आपको पेश की जाएंगी। ਇਹ ਚੀਜ਼ ਪੇਸ਼ ਕੀਤੀ ਜਾਣਗੀ। इनकी लिस्टें हैं जो आप मांग रहे हैं। ਮੈਂ ਤੇ ਕੋਈ ਲਿਖਤ ਨਹੀਂ ਮੰਗੀ। ਮੈਂ ਤੇ ਇਹ ਕਿਹਾ ਹੈ वही ਦੇਖੋ ਨਾ, ਤੁਸੀਂ ਕਹੋ ਕਿ ਪਹਾੜ ਹੁੰਦੇ ਨੇ ਦੁਨੀਆ 'ਚ ਤੇ ਕਿੱਥੇ ਹੁੰਦੇ ਨੇ, ਤੇ ਤੁਸੀਂ ਕਹੋ ਰੱਬਾ ਦੇ ਕਰੀਬ ਜਾਓ ਤੇ ਸਿਲਾਂ ਵਾਲੀ ਤੇ ਰੱਬਾ ਦੇ ਵਿੱਚ ਵੀ ਪਹਾੜੀਆਂ ਨੇ, ਤੇ ਬਸ ਉੱਥੇ ਦੇਖ ਲਓ ਉਹਨਾਂ ਨੂੰ। ਜਾਂ ਤੁਸੀਂ ਕਸ਼ਮੀਰ ਚਲੇ ਜਾਓ ਤੇ ਪਹਾੜ। ਕੋਈ ਕਹਿੰਦਾ ਸਮੁੰਦਰ ਵੀ ਹੁੰਦਾ ਹੈ, ਉਹਨੇ ਕੋਈ ਪੁੱਛਣ ਵਾਲਾ ਪੁੱਛਦਾ ਕਿੱਥੇ ਹੁੰਦਾ ਹੈ, ਕਹਿੰਦੇ ਕਰਾਚੀ ਟੁਰ ਜਾਓ, ਕਲਿਫਟਨ ਹੈ, ਹਾਕਸਬੇ ਹੈ, ਉਹ ਹੈ। ਤੇ ਜੇ ਉਹ ਅੱਗੋਂ ਕਹੇ ਜੀ ਮੈਂ ਲਿਸਟ ਤਿਆਰ ਕਰਕੇ ਦਿਆਂਗਾ, ਦੇਖਾਂਗਾ, ਤੁਸੀਂ ਕਿਉਂ ਪੁੱਛ ਰਹੇ ਹੋ, ਕਿਉਂ ਦੇਖਣਾ ਚਾਹੁੰਦੇ ਹੋ? ਬਈ ਜਦੋਂ ਤੁਸੀਂ ਕਿਹਾ ਕੋਈ ਸ਼ੈ ਹੁੰਦੀ ਹੈ ਤੇ ਉਹਨੂੰ ਕਿਤੇ ਸਰਫੇਸ ਤੇ ਨਜ਼ਰ ਵੀ ਤੇ ਆਉਣਾ ਚਾਹੀਦਾ ਨਾ। बिल्कुल ਕੋਈ ਚੀਜ਼ ਇਹ ਹੈ ਕਿ ਅਗਰ ਇਨਾਮ ਅੱਲਾਹ ਤਾਲਾ ਨੇ ਦਿੱਤਾ ਤੇ ਬੰਦਿਆਂ ਨੂੰ ਹੀ ਦਿੱਤਾ ਹੋਣਾ ਨਾ, ਜਾਂ ਤੇ ਬੰਦਿਆਂ ਨੂੰ ਕਹੋ ਵੀ ਬੰਦਿਆਂ ਨੂੰ ਨਹੀਂ ਦਿੱਤਾ, ਫਿਰ ਠੀਕ ਹੈ, ਫਿਰ ਨਹੀਂ ਪੁੱਛਣ ਲੱਗੇ ਤੁਹਾਨੂੰ। ਜੇ ਅੱਲਾਹ ਨੇ ਦਿੱਤਾ ਹੈ ਤੇ ਦਿੱਤਾ ਬੰਦਿਆਂ ਨੂੰ ਹੈ, ਤੇ ਉਹ ਬੰਦਾ ਵੀ ਤੇ ਨਜ਼ਰ ਆਵੇ ਜਿਹਨੂੰ ਇਨਾਮ ਮਿਲਿਆ। बिल्कुल ਇਹ ਪੁੱਛਣ ਚ ਕਿਹੜੀ ਨਾਰਾਜ਼ਗੀ ਤੇ ਕਿਹੜੀ ਬੁਰੀ ਗੱਲ ਹੈ? नहीं, कोई नाराजगी नहीं है, कौन नाराज हो? ਅਗਰ ਕੋਈ ਆਦਮੀ ਕਵੇ ਵੀ ਮੈਨੂੰ ਅੱਲਾਹ ਤਾਲਾ ਨੇ ਸਦੀਕ ਦਾ ਇਨਾਮ ਦੇ ਦਿੱਤਾ ਹੈ, ਤੇ ਜਾਂ ਕੋਈ ਦੂਸਰਾ ਬੰਦਾ ਕਵੇ ਬਈ ਮੈਨੂੰ ਅੱਲਾਹ ਤਾਲਾ ਨੇ ਦੱਸਿਆ ਵੀ ਫਲਾਣਾ ਬੰਦਾ ਸਦੀਕ ਹੈ, ਮੈਂ ਉਹਨੂੰ ਇਨਾਮ ਦਿੱਤਾ, ਤਾਂ ਇੱਕ ਸੂਰਤਾਂ ਠੀਕ ਹੋ ਜਾਣਗੀਆਂ, ਕਿਉਂਕਿ ਅੱਲਾਹ ਤਾਲਾ ਦੀ ਖਬਰੋਂ ਆਏਗੀ, ਉਹਦੀ ਤਰਫੋਂ ਖਬਰ ਆਏਗੀ ਨਾ, ਇਨਾਮ ਤੇ ਉਹਨੇ ਦੇਣਾ। ਤੇ ਜੇ ਖਬਰ ਮਿਲੇ ਹੀ ਕੋਈ ਨਾ, ਤੇ ਫਿਰ ਅਸੀਂ ਇਹੋ ਹੀ ਕਹਾਂਗੇ ਵੀ ਖਬਰ ਨਹੀਂ ਮਿਲੀ। ਜੇ ਖਬਰ ਮਿਲੇਗੀ ਤਾਂ ਕਹਾਂਗੇ ਮਿਲੀ ਹੈ, ਜੇ ਨਹੀਂ ਮਿਲੇਗਾ ਤਾਂ ਕਹਾਂਗੇ ਨਹੀਂ ਮਿਲੀ। जी अब्दुल कादिर चहल साहब, ਇਹ ਮੈਨੂੰ ਤੁਸੀਂ ਸਵਾਲ ਕੀਤਾ ਹੈ ਜਾਂ ਕਿ ਕਿਸੇ ਹੋਰ ਨੂੰ ਕੀਤਾ ਹੈ? ਮੈਂ ਤਾਂ ਤੁਸੀਂ ਸ਼ਾਇਦ ਗਰੁੱਪ ਵਿੱਚ ਦੂਸਰੇ ਜਿਹੜੇ ਦੋਸਤ ਅਹਿਬਾਬ ਨੇ ਜਿਹੜੇ ਗੱਲ ਤੁਸੀਂ ਸਮਝ ਗਏ ਹੋ ਜਿਹੜੀ ਮੈਂ ਕੀਤੀ ਹੈ? ਤੁਸੀਂ ਬਿਲਕੁਲ ਸਹੀ ਬਾਤ ਕੀਤੀ ਹੈ, ਕਿਉਂਕਿ ਅਸੀਂ ਸਾਰੀ ਉਮਰ 5 ਵਕਤ ਦੇ ਵਿੱਚ ਸਾਰਾ ਦਿਨ ਦੇ ਵਿੱਚ ਸਿਰਾਤ ਅੱਲਾ ਜ਼ੀਨਾ ਅਨਅਮਤਾ ਅਲੈਹਿਮ ਨਮਾਜ਼ਾਂ ਇਹ ਕਹਿ ਕੇ ਕਦੀ ਪੁੱਠੇ ਹੋ ਗਏ, ਕਦੀ ਸਿੱਧੇ ਹੋ ਗਏ, ਕਦੀ ਖਲੋ ਕੇ, ਕਦੀ ਉੜ ਕੇ, ਕਦੀ ਕੁੱਬੇ ਹੋ ਗਏ, ਤੇ ਕਦੀ ਮੂਧੇ ਵੀ ਹੋ ਗਏ, ਕਿ ਜਿਵੇਂ ਮਾਸਟਰ ਸਾਨੂੰ ਸਕੂਲ ਦੇ ਵਿੱਚ ਕੰਨ ਫੜਾਉਂਦਾ ਸੀ, ਇਸ ਤਰ੍ਹਾਂ ਅਸੀਂ ਨਮਾਜ਼ ਦੇ ਵਿੱਚ ਕੰਨ ਵੀ ਫੜ ਲੈਂਦੇ ਆ, ਉਹ ਵੀ ਬੱਦੀ ਸ਼ਕਲ ਵੀ ਅਸੀਂ ਬਣਾ ਲੈਂਦੇ ਆ। ਬੇਬੀ ਅਗਰ ਤੱਕ ਸਾਨੂੰ ਇਨਾਮ ਨਹੀਂ ਮਿਲੇ ਦੁਆਵਾਂ ਕਰ ਕਰਕੇ, ਤੇ ਫਿਰ ਤੇ ਫਿੱਟੇ ਮੂੰਹ ਸਾਡਾ। ਨਹੀਂ, ਮੇਰਾ ਮਕਸਦ ਇਹ ਹੈ ਨਹੀਂ, ਤੇ ਜੇ ਮੈਂ ਇਹ ਗੱਲ ਕਹਾਂ ਵੀ ਹੁਸੈਨੀ ਸਾਹਿਬ ਨੇ ਬਿਲਕੁਲ ਗਲਤ ਗੱਲ ਕੀਤੀ ਹੈ, ਤੇ ਫਿਰ ਤੇ ਮੈਂ ਤਾਂ ਵੀ ਤੁਹਾਡੇ ਨਾਲ ਆ। ਬੜੀ ਖੁਸ਼ੀ ਹਾਂ, ਨਾਲ ਉਹ ਇਸ ਤਰ੍ਹਾਂ ਸਬੂਤ ਮੈਂ ਦੇਣਾ ਹੈ। ਉਹ ਕਹਿੰਦੇ ਆ ਕਿ ਜਮਾਤ ਇਹ ਕਹਿੰਦੀ ਆ ਕਿ ਇਹ ਇਨਾਮ ਜਿਹੜੇ ਆ ਇੱਥੇ ਨਹੀਂ, ਇੱਥੇ ਮਿਲਣੇ ਆ, ਅੱਗੇ ਨਹੀਂ ਮਿਲਣੇ। ਹਾਲਾ ਜਮਾਤ ਦੇ ਕਿਸੇ ਲਿਟਰੇਚਰ ਵਿੱਚ ਨਹੀਂ ਹੈਗਾ ਕਿ ਅੱਗੇ ਨਹੀਂ ਮਿਲਣੇ, ਇਹ ਸਾਬਤ ਕਰ ਦੇਣ।
ਮੈਂ ਤੇ ਤੇ ਅੱਗੇ ਦਾ ਨਹੀਂ ਕੀ ਤੁਸੀਂ ਮਤਲਬ ਹੈ ਅੱਗੇ ਦਾ ਕਿਹੜਾ ਹੈ ਮਰਨ ਦੇ ਦੁਨੀਆ ਬਾਅਦ ਤੇ ਹੈ ਵੇਰਾ ਇਸ ਵਕਤ ਦੁਨੀਆ ਤੋਂ ਮਰਨ ਬਾਅਦ ਦੇ ਕੋਈ ਬਾਅਦ ਹੋਰ ਵੀ ਚੀਜ਼ ਹੋਣੀ ਹੈ ਮਰਨ ਤੋਂ ਬਾਅਦ ਨਹੀਂ, ਇਹ ਕੋਈ ਐਸਾ ਮਸਲਾ ਨਹੀਂ, ਹੁਣੇ ਮੁਕਾ ਲੈਣੇ ਆ। ਹਾਂ ਹਾਂਜੀ ਕੋਈ ਫਿਰ ਗਲਤ ਕਹੋਗੇ ਜਿਹੜਾ ਨਾ ਜਿਹੜਾ ਕੋਈ ਲਫ਼ਜ਼ ਮੈਂ ਗਲਤ ਕਹਿ ਦਿੱਤਾ ਉਹਨੂੰ ਮੈਂ ਵਾਪਸ ਲੈ ਲਾਂਗਾ। ਮੈਂ ਇਹ ਨਹੀਂ ਕਿਹਾ ਵੀ ਜਮਾਤ ਇਹ ਕਹਿੰਦੀ ਹੈ ਵੀ ਇੱਥੇ ਮਿਲਣਗੇ ਤੇ ਉੱਥੇ ਨਹੀਂ ਮਿਲਣਗੇ, ਜਾਂ ਉੱਥੇ ਮਿਲਣਗੇ ਤੇ ਇੱਥੇ ਨਹੀਂ ਮਿਲਣਗੇ। ਗੱਲ ਇਹ ਹੈ ਵੀ ਜਿਹੜੀ ਵੀ ਜਮਾਤ ਹੋਵੇ ਜਾਂ ਜਿਹੜੇ ਵੀ ਬੰਦੇ ਇਹ ਕਹਿੰਦੇ ਹੋਵਣ ਕਿ ਇਹ ਇਨਾਮ ਇੱਥੇ ਮਿਲਦੇ ਨੇ, ਮਿਲੇ ਨੇ ਜਾਂ ਮਿਲਣਗੇ, ਤੇ ਉਹਨਾਂ ਨੂੰ ਅਸੀਂ ਇਹ ਪੁੱਛ ਰਹੇ ਹਾਂ ਵੀ ਕਿਹਨੂੰ ਮਿਲੇ ਨੇ। ਬਸ ਇਤਨੀ ਗੱਲ ਹੈ। ਕਿੱਥੇ ਮਿਲਣਗੇ, ਅੱਗੇ ਹੋਰ ਵੀ ਮਿਲਣਗੇ, ਬਹੁਤ ਜ਼ਿਆਦਾ ਮਿਲਣਗੇ, ਘੱਟ ਮਿਲਣਗੇ, ਸਾਨੂੰ ਕੀ ਪਤਾ ਉਹਦਾ। ਜੋ ਕੁਝ ਵੀ ਹੈ ਠੀਕ ਹੈ। ਇਸ ਦੁਨੀਆ 'ਚ ਜਿਹੜਾ ਦਾਵਾ ਕਰ ਰਿਹਾ ਉਹਨਾਂ ਨੂੰ ਪੁੱਛ ਰਹੇ ਹਾਂ ਵੀ ਇੱਥੇ ਇਨਾਮ ਕਿਹਨੂੰ ਕਿਹਨੂੰ ਮਿਲਿਆ। ਇਤਨੀ ਗੱਲ ਹੁਣ ਠੀਕ ਹੈ। ਗੱਲ ਕੋਈ ਬਿਹਤਰ ਹੈ ਜਾਂ ਨਹੀਂ? ਤੁਸੀਂ ਅਗਲੀ ਗੱਲ ਕੀਤੀ ਉਹ ਫੇਰ ਦਿੱਤੇ ਨਾ ਹੁਣ ਹਾਂਜੀ, ਉਹ ਲਫ਼ਜ਼ ਫਿਰ ਗਿਆ ਲਫ਼ਜ਼ ਕੀ ਹੋ ਗਿਆ? ਹਾਂਜੀ, ਫਿਰ गए समझ नहीं आई क्या कह भाई साहब आपका कैमरा खुल गया, गलती से तो नहीं खुला? चेक कर लें। रहे हैं। मेरा आज कहने का मकसद ये है कि साडा कोई आडा नहीं है कि एक दूसरे के मुकाबले च आ गए हैं तो असी शर्तां ला दित्तियां ते सनी हरा भाई मैं देना। छोटा सा अगर इसमें कोई कमेंट करूं, अगर जी, इजाजत जी, दें तो। जरूर करो। बात सिर्फ इतनी है, देखें जी, मेरा हमारा भी एक क्वेश्चन यही है, फिर हमें अगर फर्दर मतलब सेक ऑफ द आर्गूमेंट हम आपकी बात जी, मान लें कि आप कहते हैं कि इसकी को बताएं कि कौन सदीक बने कौन। अच्छा ठीक है, मैं फॉर द सेक ऑफ द आर्गूमेंट मान लेता हूँ, लेकिन जो खैर उम्मत है, क्या हम ये कह सकते हैं, आप बताएं कि इस उम्मत में कोई सदीक नहीं हुआ, कोई शहीद नहीं हुआ और कोई साले नहीं हुआ? हाँ, ऐसा बड़ी क्या हैरत, मुमकिन है? बड़ी कमाल दी हैरत दे नाल कम जिस टाइम वक्त हमें ये चीजों को ऐसे हल समझ- करना पड़ता है, हाँ, मैथ के कुछ जब हाँ। ऐसे हल होता है। मैं कहना कमाल कर तो दी आप है। या तो फिर ये एक्सेप्ट कर लें कि कोई साले नहीं है इस उम्मत में, और जो मैं- खैरुल उम्मत कहा गया है, जो हज़रत सल्लल्लाहु अलैहि वसल्लम रहमतुल लिल आलमीन खातम नबीन मैं- तमाम अंबिया से अफजल, तो उनकी उम्मत भी तो अफजल होनी चाहिए। जे तुसी ये कहो भी मेरे घर च 50,000 डॉलर ने, ये भाई मुझे अगर थोड़ा सा गाइड कर दें प्लीज। मैं हुणे कर देना। मैं ਤੁਹਾਨੂੰ कहा ਵੀ ਤੁਸੀਂ ਕਹਿੰਦੇ ਹੋ ਵੀ ਮੇਰੇ ਘਰ 50,000 ਡਾਲਰ ਨੇ, 100 ਦੇ ਨੋਟ ਨੇ, ਤੇ ਮੈਂ ਤੁਹਾਨੂੰ ਕਹਾ ਮੈਂ ਉਹਨਾਂ ਚੋਂ 5 ਮੈਨੂੰ ਦਿਖਾ ਦਿਓ। ਤੋ ਕਹਿੰਦੇ ਤੂੰ ਯਕੀਨ ਨਹੀਂ ਕਰਦਾ ਕਿ ਹੁੰਦੇ ਨੇ ਡਾਲਰ, ਬੈਂਕਾਂ 'ਚ ਹੁੰਦੇ ਨੇ ਕਿ ਨਹੀਂ ਹੁੰਦੇ? ਮੈਂ ਕਿਹਾ ਹੁੰਦੇ ਨੇ, ਪਰ ਤੁਸੀਂ ਕਹਿੰਦੇ ਹੋ ਘਰ ਨੇ, ਘਰ ਹੈ ਨੇ ਤੇ ਦੱਸੋ ਕਿੱਥੇ ਨੇ ਘਰ, ਮੈਨੂੰ ਦਿਖਾਓ ਤਾਂ ਯਕੀਨ ਆ ਜਾਏ ਕਿ ਹੈ ਨੇ। ਤੁਸੀਂ ਕਹਿੰਦੇ ਲਾ ਹੱਦ ਹੋ ਗਈ। ਇਹਦਾ ਮਤਲਬ ਇਹ ਹੈ ਕਿ ਮੁਲਕ 'ਚ ਡਾਲਰ ਹੀ ਨਹੀਂ ਹੁੰਦੇ? ਮੁਲਕ 'ਚ ਹੁੰਦੇ ਨੇ। ਮੁਲਕ ਦੀ ਮਈਸ਼ਤ ਜਿਹੜੀ ਉਹ ਇਹਦੇ ਤੇ ਹੀ ਤਰੱਕੀ ਕਰਦੀ ਹੈ, ਮੁਲਕ ਦੇ ਬਜਟ ਬਣਦੇ। ਤੁਸੀਂ ਬਜਟ ਤੇ ਨਹੀਂ ਯਕੀਨ ਰੱਖਦੇ? ਮੈਂ ਕਿਹਾ ਹਾਂਜੀ ਮੈਂ ਰੱਖਣਾ। ਤੁਸੀਂ ਉਹ ਘਰੋਂ 5 ਨੋਟ ਨਹੀਂ ਦਿਖਾ ਸਕਦੇ, ਉਹਦੇ ਤੇ ਤੁਸੀਂ ਫੇਲ ਹੋ। ਤੇ ਮੁਲਕ ਦੀ ਇਕਨੋਮੀ ਦਾ ਜ਼ਿਕਰ ਕਰੋਗੇ, ਬਜਟ ਦਾ ਜ਼ਿਕਰ ਕਰੋਗੇ, ਉਹਦੀ ਇਨਕਮ ਟੈਕਸ ਦਾ ਜ਼ਿਕਰ ਕਰੋਗੇ, ਬੈਂਕਾਂ ਦਾ ਜ਼ਿਕਰ ਕਰੋਗੇ, ਜਿਹੜਾ ਤੁਸੀਂ ਘਰ ਦਾਵਾ ਕੀਤਾ ਉਹ ਨਹੀਂ ਦੱਸ ਰਹੇ। ਗੱਲ ਅਸੀਂ ਇਹ ਨਹੀਂ ਕਹਿ ਰਹੇ ਕਿ ਖੈਰ ਉਮਤ ਹੈ ਜਾਂ ਨਹੀਂ ਹੈ, ਜਾਂ ਦੂਸਰੀਆਂ ਚੀਜ਼ਾਂ ਜੋ ਕੁਝ ਵੀ ਹੈ ਉਹਦੇ ਤੋਂ ਨਹੀਂ ਇਨਕਾਰ। ਅਸੀਂ ਇਸ ਆਇਤ ਦੇ ਤੇ ਮੁਤਲਕ ਕਹਿ ਰਹੇ ਹਾਂ ਕਿ ਇਸ ਆਇਤ ਤੋਂ ਅਗਰ ਇਹ ਜਿਹੜਾ ਬੰਦਾ ਇਹ ਮੁਰਾਦ ਲੈਂਦਾ ਹੈ ਕਿ ਇਹ ਇਨਾਮ ਇਸੇ ਦੁਨੀਆ 'ਚ ਮਿਲਨੇ ਨੇ ਜਾਂ ਮਿਲਦੇ ਨੇ ਜਾਂ ਮਿਲ ਗਏ ਨੇ, ਜਾਂ ਤੇ ਉਹ ਕਹੇ ਕਿ ਹਲੇ ਨਹੀਂ ਮਿਲੇ, ਬਾਅਦ ਹੀ ਕਿਸੇ ਵੇਲੇ ਮਿਲਣਗੇ, ਬੜੀ ਅੱਛੀ ਗੱਲ ਹੈ, ਫਿਰ ਤੇ ਨਹੀਂ ਪੁੱਛਾਂਗੇ ਅਸੀਂ। ਜੇ ਕੋਈ ਕਹਿੰਦਾ ਹੈ ਵੀ ਹੁਣ ਮਿਲੇ ਨੇ ਤੇ ਫਿਰ ਅਸੀਂ ਕਹਿੰਦੇ ਹਾਂ ਕੋਈ ਨਮੂਨਾ ਦਿਖਾਓ। ਇਹੋ ਹੀ ਗੱਲ ਜਮਾਤ ਇਲਾਮ ਔਰ ਵਹੀ ਦੇ ਮੁਤਲਕ ਵੀ ਜਦੋਂ ਗੱਲ ਕਰਦੀ ਹੈ ਕਿ ਅੱਲਾਹ ਤਾਲਾ ਹੁਣ ਵੀ ਕਲਾਮ ਕਰਦਾ ਹੈ ਤੇ ਹੁਣ ਵੀ ਵਹੀ ਕਰਦਾ ਹੈ, ਇਲਾਮ ਕਰਦਾ ਹੈ, ਤੇ ਜੇ ਪੁੱਛੀਏ ਵੀ ਹੁਣ ਸਭ ਤੋਂ ਨੇਕ ਬੰਦਾ ਕੌਣ ਹੈ ਇਸ ਵਕਤ, ਉਹਦਾ ਨਾਂ ਦੱਸੋ, ਤੇ ਉਹਨੂੰ ਜਿਹੜਾ ਇਲਾਮ ਹੋਇਆ ਹੈ ਅੱਲਾਹ ਤਾਲਾ ਨੇ ਕਲਾਮ ਕੀਤਾ ਉਹ ਨਮੂਨਾ ਕਲਾਮ ਦੱਸੋ। ਤੇ ਉੱਥੇ ਫਿਰ ਉਹ ਇਹੋ ਕਹਿਣ ਹੱਦ ਹੋ ਗਈ ਮਸੀਹ ਮੌਦ ਅਲੈਹਿਸਲਾਮ ਨੂੰ ਤੇ ਇਤਨੇ ਇਲਾਮ ਹੁੰਦੇ। ਉਹ ਬਈ ਇਹ ਨਹੀਂ ਪੁੱਛਿਆ ਮਸੀਹ ਮੌਦ ਅਲੈਹਿਸਲਾਮ ਨੂੰ ਹੁੰਦੇ ਜਾਂ ਦੂਸਰੇ ਨੂੰ ਹੁੰਦੇ। ਤੁਸੀਂ ਕਹਿੰਦੇ ਹੋ ਹੁਣ ਵੀ ਹੁੰਦਾ, ਹੁਣ ਹੁੰਦਾ ਤੇ ਦੱਸੋ ਉਹਦਾ ਨਮੂਨਾ। नासर साहब जी जी नासर साहब का दावा हाँ जी। नासर साहब का दावा है नासर साहब कहते हैं मुझे इस खुदा भेजा है। वक्त जमात अहमदिया के मुताबिक सब तो नेक आदमी अल्लाह ताला दा बरगुज़ीदा इंसान नासर साहब ने, ते उन्हां नूं इलाम हुंदे ने। ते के इलाम होया दसो, सुनाओ इलाम उन्हां दा वो नमूना तो कलाम। बता सकते हैं ना, मुझे उन्होंने बताया, वो कहते हैं मुझसे अल्लाह कलाम नहीं, करता है। ਜਦੋਂ ਤੁਸੀਂ ਜਵਾਬ ਦੇਣ ਆਏ ਹੋ ਤੇ ਕਮ ਸ ਕਮ ਅਵਲ ਤੇ ਵੈਸੀ ਵੇਖ ਗੱਲ ਹੈ ਕਿ ਤੁਸੀਂ ਉਹਨਾਂ ਨੂੰ ਜਮਾਤ ਵਾਲੇ ਸਭ ਤੋਂ ਨੇਕ ਬੰਦਾ ਨਹੀਂ ਮੰਨਦੇ। ਤੁਸੀਂ ਐਵੇਂ ਇੱਕ ਉਹਨੂੰ ਖਾਨਾਪੁਰੀ ਵਾਸਤੇ ਕਹਿਤਾ ਜੀ ਉਹਨਾਂ ਨੂੰ ਇਲਾਮ। ਗੱਲ ਇਹ ਹੈ ਕਿ ਜਿਸ ਤਰ੍ਹਾਂ
ਇਸ ਜ਼ਮਾਨੇ ਦੇ ਵਿੱਚ ਮਸੀਹ ਮਊਦ, ਮਹਿਦੀ ਮਊਦ ਔਰ ਮੁਜੱਦਦ ਸਭ ਤੋਂ ਨੇਕ ਇਨਸਾਨ ਨੇ ਤੁਹਾਡੇ ਮੁਤਾਬਕ, ਤੇ ਤੁਸੀਂ ਕਹਿੰਦੇ ਹੋ ਉਹਨਾਂ ਨਾਲ ਅੱਲਾਹ ਤਾਲਾ ਕਲਾਮ ਕਰਦਾ ਹੈ। ਇਹ ਹੁਣ ਤੁਹਾਡਾ ਦਾਵਾ ਹੋ ਗਿਆ। ਮੈਂ ਕਹਿੰਦਾ ਅੱਛਾ ਕਲਾਮ ਕਰਦਾ ਹੈ ਤੇ ਕੀ ਕਲਾਮ ਕਰਦਾ ਹੈ? ਕਲਾਮ ਤੇ ਲਫ਼ਜ਼ਾਂ 'ਚ ਹੁੰਦਾ, ਕੋਈ ਲਫ਼ਜ਼ ਹੈ ਨੇ ਤੇ ਲਾਮਾ ਤੁਸੀਂ ਉਹ ਲਫ਼ਜ਼ ਦੱਸ ਦਿਓਗੇ। ਜੇ ਤੁਸੀਂ ਨਾ ਦੱਸੋਗੇ ਤੇ ਇਹਦਾ ਮਤਲਬ ਨਹੀਂ ਹੁੰਦੇ। ਇਸ ਤਰ੍ਹਾਂ ਹੀ ਅਗਰ ਤੁਸੀਂ ਇਸ ਜ਼ਮਾਨੇ ਦੇ ਵਿੱਚ ਯਾਨੀ ਅੱਜ ਦੇ ਦਿਨ ਔਰ ਇਸ ਮਹੀਨੇ 'ਚ ਕਹੋ ਕਿ ਕਿਸੇ ਨੂੰ ਇਲਾਮ ਹੁੰਦੇ ਨੇ ਔਰ ਵਹੀ ਹੁੰਦੀ ਹੈ ਔਰ ਅੱਲਾਹ ਤਾਲਾ ਦਾ ਨੇਕ ਔਰ ਬਰਗੁਜ਼ੀਦਾ ਬੰਦਾ ਹੈ, ਤੇ ਉਹਦੇ ਤੇ ਪੁੱਛਾਂਗੇ ਉਹ ਕਿਹੜਾ ਬੰਦਾ ਹੈ ਤੇ ਉਹਨੂੰ ਕੀ ਇਲਾਮ ਹੋਇਆ। ਇਹ कोई ऐसा नाजायज सवाल तो नहीं होएगा? मैं कभी रिलीजियस मामलों में इतनी बहस नहीं करता, मगर इसके ऊपर मैं आपसे सवाल पूछता हूँ। हाँ नहीं, आप कहते ਇਹਦਾ हैं ਜਵਾਬ कि ਇਹਦਾ एक सवाल जितनी सुन मैं लें। ਗੱਲ ਕੀਤੀ ਹੈ ਨਾ, अच्छी की है ਜਿਤਨੀ आपने ਮੈਂ बात, अच्छी ਇੱਕ ਮਿੰਟ की, ਇੱਕ ठीक है। ਮਿੰਟ ਇੱਕ ਮਿੰਟ ਇੱਕ ਮਿੰਟ ਜਿਤਨੀ ਮੈਂ ਗੱਲ ਕੀਤੀ ਹੈ ਇਹਦਾ ਜਵਾਬ ਇਹੋ ਹੀ ਹੈ ਜਿਹੜਾ ਹੁਣ ਤੁਸੀਂ ਪੁੱਛਣ ਲੱਗੇ ਹੋ। ਪੁੱਛੋ ਜਜ਼ਾਕल्ला। हाँ जी। हाँ अच्छा, आप कहते हैं कि ये रफाकत होगी क़यामत वाले दिन, सॉरी क़यामत के दिन, क़यामत से लाइक दूसरी दुनिया में, ऐसा मैं ही है उन लोगों की? मैं कुछ भी नहीं कहता। मैं कहना जी, अल्लाह फिर ताला ने रफाकत हो गया, वो फिर आप बता दें। वो तो आयत तो 100 बारी पढ़ के सुनाई है कि अल्लाह ताला फरमांदा है। ਇਹਦੇ ਦੋ ਗਰੋਹਾਂ ਦਾ ਜ਼ਿਕਰ ਹੈ। ਇੱਕ ਗਰੋਹ ਨੂੰ ਅੱਲਾਹ ਤਾਲਾ ਨੇ ਫਰਮਾਇਆ ਹੈ ਕਿ ਮੈਂ ਯੁਤੀ ਅੱਲਾਹ व रसूला, ਜਿਹੜਾ ਕੋਈ ਇਤਾਅਤ ਕਰੇ ਅੱਲਾਹ ਦੀ ਔਰ ਅੱਲਾਹ ਦੇ ਰਸੂਲ ਦੀ, ਫਉਲਾਇਕਾ, ਇਹ ਗਰੁੱਪ ਹੈ। ਉਲਾਇਕਾ ਦਾ ਕੀ ਮਤਲਬ ਹੈ? ਗਰੁੱਪ ਹੈ, ਇਹ ਲੋਕ ਨੇ। ਉਲਾਇਕਾ ਮਾਲਜ਼ੀਨਾ, ਇਹ ਲੋਕ ਉਹਨਾਂ ਲੋਕਾਂ ਦੇ ਨਾਲ ਹੋਣਗੇ। ਅੱਲਾਜ਼ੀਨਾ ਉਹਨਾਂ ਲੋਕਾਂ ਦੇ ਨਾਲ ਹੋਣਗੇ। ਮਾਲਜ਼ੀਨਾ ਅਨਮ ਅੱਲਾਹੁ ਅਲੈਹਿਮ, ਜਿਨ੍ਹਾਂ ਤੇ ਅੱਲਾਹ ਤਾਲਾ ਪਹਿਲੇ ਇਨਾਮ ਫਰਮਾ ਚੁੱਕਾ ਹੈ। ਉਹ ਕੀ ਫਰਮਾ ਚੁੱਕਾ ਹੈ? ਮਿਨ ਨਬੀयीना व सिद्दीकीना व शुहदाए व सालिहीना व हसुन उलाइका रफीका। ਅੱਲਾਹ ਤਾਲਾ ਦੇ ਇਲਮ ਵਿੱਚ ਹੈ ਉਹਨੇ ਕਿਹਨੂੰ ਇਨਾਮ ਦਿੱਤਾ ਹੈ ਤੇ ਉਹ ਉਹਨਾਂ ਨਾਲ ਇਹਨਾਂ ਨੂੰ ਜਾ ਕੇ ਮਿਲਾਏਗਾ। ਇਹ ਅੱਲਾਹ ਤਾਲਾ ਦਾ ਵਾਅਦਾ ਹੈ। वो ग्रुप जो है वो हज़रत से पहले वाला ग्रुप है या ਸਾਨੂੰ बाद में भी ਨਹੀਂ कोई ऐड हो सकते पता, हैं? ਸਾਨੂੰ ਨਹੀਂ ਪਤਾ ਕੌਣ ਕਦੋਂ। हाँ, ਇਹਦੇ इस ਕੋਈ ਜ਼ਮਾਨਾ नहीं। आंसर आपका आंसर इसी में ही है कि हाँ। हमें नहीं पता कि शुहदा कौन है, हाँ जी, सालेहीन कौन है, ये हमसे ना हाँ पूछें। हाँ जी। ਇਹ ਫਿਰ आप ਇਹ ਜਿਹੜਾ ਤੁਹਾਡਾ ਦਾਵਾ ਕਰਨਾ ਹੈ ਨਾ जी ਕਿ जी ਇਸ ਦੁਨੀਆ 'ਚ ਹੀ ਇਨਾਮ ਮਿਲਣਗੇ, ਇਹਨੂੰ ਛੱਡ ਦਿਓ ਫਿਰ ਠੀਕ ਹੈ। नहीं, ਫਿਰ ਤੁਸੀਂ ਕਹੋ ਕਿ ਬਸ ਇਹ ਵਾਅਦਾ ਹੈ आपकी ਲੇਕਿन वो ਸਾਨੂੰ बात नहीं पता रद्द हो कब होगा। जाती है। वो आप जब हम आपसे पूछते हैं जिनके मैं- साथ रफाकत होगी वो कौन लोग हैं, आप कहते हैं मैं- खुदा, खुदा ਤੁਸੀਂ जानता है। ਤੁਹਾਡਾ ਇਹ ਦਾਵਾ ਹੈ ਕਿ ਇਸ ਦੁਨੀਆ ਵਿੱਚ ਹੀ ਮਿਲਣਗੇ, ਮਿਲਦੇ ਨੇ, ਮਿਲੇ ਨੇ। ਇਹ चलो ਦਾਵਾ मैं ਛੱਡ ਦਿਓ ਤੇ ਬਸ। मैं आपका ले लेता हूँ। ਇਹ ਦਾਵਾ वो ਛੱਡ कौन- ਦਿਓ, वो ਬਾਕੀ कौन ਠੀਕ लोग ਹੈ। हैं? ਮੈਂ ਉਹੀ ਤਾਂ ਕਿਹਾ ਯਾਰ, ਮੇਰਾ ਤੇ ਦਾਵਾ ਨਹੀਂ ਹੈ। ਜਿਹੜਾ ਦਾਵਾ ਤੁਹਾਡਾ ਹੈ, ਤੁਸੀਂ ਕਹਿੰਦੇ ਹੋ ਇਸ ਦੁਨੀਆ 'ਚ ਮਿਲਦੇ ਨੇ, ਤੇ ਅਗਰ ਉਹ ਮਿਲਦੇ ਨੇ ਤੇ ਮੈਂ ਪੁੱਛਣਾ ਕਿੱਥੇ ਨੇ, ਕੌਣ ਨੇ। ਜੇ ਇਹ ਦਾਵਾ ਤੁਸੀਂ ਨਾ ਕਰੋ ਤੇ ਲਾਮਾ जो ਲਾਵਾਂ आप ਤੁਹਾਨੂੰ वाला ਸਵਾਲ दावा है ना, ਪੁੱਛੂ। जो हैं? आप वाला दावा, जो आपका दावा वो तो ग्रे एरिया में है, पता ही कोई नहीं। ਤੇ ਮੈਨੂੰ ਤੁਸੀਂ ਪੁੱਛ, ਮੈਂ ਇਹੋ ਹੀ ਕਹਿਣਾ ਨਾ। अगर आप मुझे ਮੈਨੂੰ पूछे ਤੇ कि शुहदा ਉਹ ਯਾਰ कौन से ਜਿਹੜਾ हैं, ਜਿਹੜਾ ਦਾਵਾ तो ਮੈਂ मैं अव्वल और शुहदा ਉਹ हर ਸਬਰ तमाम ਸਾਈਡ बता ਸਵਾਲ सकता हूँ। ਪੁੱਛਣ ਦਾ ਵਸਫ ਤੇ ਸਿੱਖ ਲੈ ਯਾਰ, ਇੰਜ ਤੇ ਨਾ ਕਰ। ਜਿਹੜਾ ਦਾਵਾ ਮੈਂ ਕਰਨਾ ਉਹਦੇ ਜਵਾਬਦੇਹੀ ਮੇਰੇ ਤੇ ਹੈ। ਬਿਲਕੁਲ ਠੀਕ ਹੈ, ਤੁਹਾਨੂੰ ਹੱਕ ਪਹੁੰਚਦਾ, ਮੈਨੂੰ ਪੁੱਛੋ ਜਿਹੜੀ ਮੈਂ ਗੱਲ ਕਹਿ ਰਿਹਾ ਕਿ ਉਹਦਾ ਕੀ ਜਵਾਬ ਹੈ। ਮੈਂ ਇਹ ਦਾਵਾ ਕਰ ਹੀ ਨਹੀਂ ਰਿਹਾ ਕਿ ਮੈਂ ਕੋਈ ਚੀਜ਼ ਦਿਖਾਵਾਂਗਾ। ਮੈਂ ਤੇ ਇਹ ਕਹਿ ਰਿਹਾ ਮੈਨੂੰ ਪਤਾ ਨਹੀਂ, ਇਹਦੇ 'ਚ ਕੋਈ ਨਹੀਂ। ਮੇਰੇ ਨਜ਼ਦੀਕ ਕੋਈ ਵੀ ਬੰਦਾ ਨਹੀਂ, ਕਿਸੇ ਨੂੰ ਵੀ ਅੱਲਾਹ ਤਾਲਾ ਨੇ ਇਨਾਮ ਨਹੀਂ ਦਿੱਤਾ, ਮੇਰੇ ਇਲਮ ਵਿੱਚ ਨਹੀਂ। ਇਸ ਕਰਕੇ ਹੁਣ ਮੈਂ ਕੀ ਦਿਖਾਂ ਜਦੋਂ ਮੇਰੇ ਇਲਮ ਵਿੱਚ ਨਹੀਂ। ਤੁਸੀਂ ਇਹ ਕਹਿੰਦੇ ਹੋ ਕਿ ਇਹਦਾ ਮਤਲਬ ਹੈ ਕਿ ਇਸੇ ਦੁਨੀਆ ਦੇ ਵਿੱਚ ਅੱਲਾਹ ਤਾਲਾ ਇਨਾਮ ਅਤਾ ਕਰੇਗਾ। करेगा, हाँ जी। ਤੇ बिल्कुल ਜਦੋਂ ਇਹ ऐसे ही है। ਪੁੱਛਨੇ ਆ ਵੀ ਕੀਤੇ ਵੀ ਨੇ ਅੱਲਾਹ ਤਾਲਾ ਨੇ ਕਿਸੇ ਨੂੰ। अच्छा, ये आपका सवाल मैं बताता हूँ आपको। ਹਾਂਜੀ पहले नंबर पे तो ये बात जो है कि एक बंदा कहता है कि मुझे दिखाओ, ਹੂੰ ठीक है, ये उसका दावा ही गलत है ਅੱਛਾ कि ਜੀ, वो मुझे दिखाओ, ਅੱਛਾ जी। इसलिए कि सिर्फ नबी दावा कर सकता है कि मेरे साथ अल्लाह ताला ने कलाम किया और मुझे जो है वो नबी बना दिया है। ਔਰ ਅਗਰ जो ਅੱਲਾਹ भी- ਤਾਲਾ वो ਕਿਸੇ उसकी बात ਸਦੀਕ है, ਨਾਲ ठीक ਗੱਲ है? ਕਰੇ ਤੇ ਉਹ ਨਹੀਂ ਕਹਿ ਸਕਦਾ ਵੀ ਮੈਨੂੰ ਅੱਲਾਹ ਤਾਲਾ ਨੇ ਸਦੀਕ ਬਣਾਇਆ। उसकी ਉਹਨੂੰ जरूरत मना नहीं है ना, उसकी ਉਹ जरूरत नहीं है। ਭਾਈ ਉਹ ਠਹਿਰ ਜਾਓ। उसने ਅਗਰ ਅੱਲਾਹ तरबियत ਤਾਲਾ नहीं करनी, ਉਹ उसने ਠਹਿਰ माशरे ਠਹਿਰ की तरबियत नहीं ਉਹ करनी। ਭਾਈ ਨਹੀਂ, ਇਸ ਤਰ੍ਹਾਂ ਨਹੀਂ ਹੈ। ਜੇ ਅੱਲਾਹ ऐसा- ਤਾਲਾ ऐसे ही ਕਿਸੇ है। ਨਾਲ ਕਲਾਮ ਕਰੇ, ਜੇ ਅੱਲਾਹ ਤਾਲਾ ਕਿਸੇ ਨਾਲ ਕਲਾਮ ਕਰੇ ਔਰ ਉਹਨੂੰ ਅੱਲਾਹ ਤਾਲਾ ਫਰਮਾਏ ਕਿ ਮੈਂ ਤੈਨੂੰ ਸਦੀਕ ਦੇ ਮਰਤਬੇ ਦੇ ਉੱਤੇ ਫਾਇਜ਼ ਕਰ ਦਿੱਤਾ ਹੈ, कलाम ਉਹ ਠਹਿਰ ਭਾਈ ਸਮਝ ਲੈ ਗੱਲ ਨੂੰ, समझ लो। अगर अल्लाह ताला किसी को कलाम करे और उसको फरमाए कि मैंने तुम मेरे नज़दीक तुम सिद्दीक हो,
अल्लाह ताला किसी के साथ कलाम करे और उसको फरमाए कि मेरे नज़दीक तुम शहीद हो, अल्लाह ताला किसी से कलाम फरमाए और उसको कहे कि मेरे नज़दीक तुम साले हो, तो उस बंदे को खुश होना चाहिए या रोना शुरू कर देना चाहिए? सनी भाई, ये जो बातें आप कर रहे हैं ना हम्म, कि वो बंदा अल्लाह कलाम करके उसको बताए, हम्म। ये कहाँ पे लिखा हुआ है? ये तो आप उसके अगर आगे अल्लाह चले जा ताला रहे हैं। अगर अल्लाह ताला किसी अल्लाह को कह ना रहा है कि जो बताए, लोग नेक अमाल जो करते हैं अगर वो ये जब आप रुतबे ये पाते कहते हैं, हैं, वो ये जब अल्लाह मकाम ताला, पाते हैं। अच्छा चलो मैं खामोश हो जाता हूँ, आप मुझे समझाएं, जो आप नहीं, जिस तरह समझाएंगे के आप मैं क्वेश्चन उससे पूछ रहे हैं समझने ना, की वो मैं क्वेश्चन मैं इररिलेवेंट है। कोई क्वेश्चन नहीं पूछता, जो मेरा क्वेश्चन खिलाफ अकल है उसको डिलीट कर दें, और जो बात आप समझाना चाहते हैं समझाएं, मैं खामोशी से सुन रहा हूँ जी। ठीक है। ये क्लियरली जो है वो बताया गया है कि ये जो तरीका लोग इख्तियार करेंगे, अल्लाह ताला उनके ऊपर इनाम करेगा। वो जो है शुहदा होंगे, साले बनेंगे। ये बड़े अच्छे, एक बंदा 5 वक्त की नमाज पढ़ के आ रहा है तो अच्छा काम कर रहा है, साले में जाएगा। साले लोग हैं, ये सारे लोग कहते हैं अच्छा इंसान है, साले इंसान है। अब उसकी लिस्टें प्रोवाइड करना ये गैर मुनासिब है। सिर्फ दावा करने वाला एक बंदा ही हो सकता है, ठीक है, जिसको अल्लाह ताला पॉइंट करेगा कि वो उसने लोगों की तरबियत करनी है। बाकी दूसरे किसी बंदे को दावा करने की ज़रूरत क्या है कि मैं जो है वो क्या नाम, मुझे ये साले का जो है वो मिल गया सर्टिफिकेट, मुझे शुदा का सर्टिफिकेट मिल गया। ये तो इनाम है अल्लाह ताला के, वो बंदों के ऊपर ऑटोमेटिकली हो रहे हैं, बाय डिफ़ॉल्ट ये चीज़ें हो रही हैं। आप जितना क्या नाम है इबादत करते हैं, अपने आप को प्योरीफाई करते हैं, आपके इर्द गिर्द वो ओरा बन जाता है, तो ये वो ओरे की बात हो रही है। बाकी जो दावा करना है, लोगों को बताना है, वो सिर्फ नबी ही कर सकता है कि मुझे पॉइंट कर दिया है, दूसरे बंदों को क्या ज़रूरत है। ਮਾਸ਼ਾਅੱਲਾ ਜੀ, ਮਾਸ਼ਾਅੱਲਾ ਜੀ। ਅੱਜ ਤੇ ਜੀ ਇਹ ਇਲਮ ਦੀਆਂ ਨਹਿਰਾਂ ਜਿਹੜੀਆਂ ਨੇ ਨਾ ਉਹ ਖੁੱਲ ਗਈਆਂ ਨੇ ਜਾ ਹੁਣ ਗੱਲ ਇਹ ਹੈ ਚਹਿਲ ਸਾਹਿਬ ਜੀ। ਜਿਹੜੀ ਗੱਲ ਇਹਨਾਂ ਨੇ, ਇਹ ਗੱਲ ਮੈਂ ਹਜ਼ਾਰਾਂ ਦਫਾ ਅਹਿਮਦੀਆਂ ਕੋਲੋਂ ਸੁਣੀ, ਮੈਨੂੰ ਜ਼ੁਬਾਨੀ ਯਾਦ ਹੈ। ਮੈਨੂੰ ਪੁੱਛ ਲਓ ਤਾਂ ਮੈਂ ਤੁਹਾਨੂੰ ਅਹਿਮਦੀ ਮੌਕਫ ਸਾਰਾ ਜ਼ੁਬਾਨੀ ਸੁਣਾ ਦਿਆਂਗਾ, ਇੱਕ ਜ਼ਰਾ ਗਲਤੀ ਨਹੀਂ ਕਰਨ ਲਗਾ। ਗੱਲ ਹੈ ਅਕਲ ਵਾਲੀ। ਹੁਣ ਤੁਸੀਂ ਸੁਣਿਓ ਅਬਦੁਲ ਕਾਦਰ ਚਹਿਲ ਸਾਹਿਬ, ਤੁਹਾਡੇ ਨਾਲ ਇਹ ਸਵਾਲ ਹੈ। ਗੱਲ ਇਹ ਹੈ ਕਿ ਅਗਰ ਤੁਸੀਂ ਮੈਨੂੰ ਇਹ ਕਹੋ ਕਿ ਇਹ 4 ਇਨਾਮ ਅੱਲਾਹ ਤਾਲਾ ਲੋਕਾਂ ਨੂੰ ਇਸ ਜ਼ਿੰਦਗੀ 'ਚ ਅਤਾ ਕਰੇਗਾ, ਜ਼ਿੰਦਾ ਲੋਕਾਂ ਨੂੰ, ਤੇ ਉਹਨਾਂ ਵਿੱਚੋਂ ਕੋਈ ਬੰਦਾ ਜਿਹਨੂੰ ਇਨਾਮ ਮਿਲੇ ਉਹ ਬੰਦਾ ਨਾ ਖੁਸ਼ ਹੁੰਦਾ, ਨਾਰਾਜ਼ ਹੁੰਦਾ ਹੈ ਜਾਂ ਖੁਸ਼ ਹੁੰਦਾ? ਉਹ ਅਗਰ ਕੋਈ ਆਦਮੀ ਖੁਸ਼ ਹੋਣਾ ਮੈਟ੍ਰਿਕ ਚਾਹੀਦਾ, ਉਹਨੂੰ ਖੁਸ਼ ਹੋਣਾ ਚਾਹੀਦਾ ਜੀ, ਕਿਉਂ ਨਹੀਂ? ਉਹਨੂੰ ਤਾਂ ਖੁਸ਼ੀ ਦਾ ਇਜ਼ਹਾਰ ਕਰਨਾ ਚਾਹੀਦਾ ਵੀ ਅੱਲਾਹ ਤਾਲਾ ਨੇ ਮੈਨੂੰ ਇਹ ਇਨਾਮ ਦਿੱਤਾ ਹੈ। ਇਨਾਮ ਦੇਣ ਵਾਲਾ ਕੌਣ ਹੈ? ਅੱਲਾਹ ਤਾਲਾ। ਲੈਣ ਵਾਲਾ ਕੌਣ ਹੈ? ਬੰਦਾ। ਜਿਸ ਬੰਦੇ ਨੂੰ ਅੱਲਾਹ ਤਾਲਾ ਨੇ ਇਨਾਮ ਦਿੱਤਾ ਹੋਵੇ, ਅੱਲਾਹ ਤਾਲਾ ਨੇ ਕਿਹਾ ਹੋਵੇ ਵੀ ਮੇਰੇ ਨਜ਼ਦੀਕ ਤੂੰ ਸਾਲੇ ਹੈ, ਤੇ ਉਸ ਬੰਦੇ ਨੂੰ ਛੁਪ ਜਾਣਾ ਚਾਹੀਦਾ ਹੈ, ਤੇ ਗੱਲ ਛੁਪਾ ਲੈਣੀ ਚਾਹੀਦੀ ਵੀ ਮੈਂ ਕਿਸੇ ਨੂੰ ਨਹੀਂ ਦੱਸਣੀ। ਇਹ ਗੱਲ ਬੜੀ ਅਫਸੋਸਨਾਕ ਹੈ, ਮੈਂ ਇਹ ਗੱਲ ਕਿਸੇ ਨੂੰ ਦੱਸਣੀ ਨਹੀਂ। ਜਾਂ ਉਹ ਖੁਸ਼ੀ ਨਾਲ ਕਹੇਗਾ, ਖੁਸ਼ੀ ਦੇ ਇਜ਼ਹਾਰ ਦੇ ਤੌਰ ਤੇ, ਤਾਦੀਸ ਨਿਮਤ ਦੇ ਤੌਰ ਤੇ, ਕਿ ਮੈਨੂੰ ਅੱਲਾਹ ਤਾਲਾ ਦੀ ਤਰਫੋਂ ਇਹ ਨਿਦਾ ਆਈ ਹੈ ਕਿ ਮੇਰੇ ਕਾਗਜ਼ਾਂ 'ਚ ਤੂੰ ਸਾਲੇ ਹੈ। ਅਗਰ ਮੈਨੂੰ ਅੱਲਾਹ ਤਾਲਾ ਦੱਸੇਗਾ ਤੇ ਅਬਦੁਲ ਕਾਦਰ ਚਹਿਲ ਸਾਹਿਬ, ਮੈਂ ਤੁਹਾਨੂੰ ਫੋਨ ਕਰਕੇ ਦੱਸਾਂਗਾ ਕਿ ਤੁਹਾਨੂੰ ਪਤਾ ਹੈ ਮੈਨੂੰ ਅੱਲਾਹ ਤਾਲਾ ਨੇ ਦੱਸਿਆ ਵੀ ਤੂੰ ਸਾਲੇ ਹੈ। ਲਓ ਜੀ, ਮੈਂ ਇੱਥੇ ਤੁਹਾਡੀ ਸਾਰਿਆਂ ਦੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਇੱਕ ਲਾਮੇ ਰੱਖ ਕੇ ਮੈਂ ਤੁਹਾਨੂੰ ਕੁਰਾਨ ਹਕੀਮ ਦੇ ਵਿੱਚ ਜਿਹੜਾ ਮੈਸੇਜ ਹੈ ਉਹ ਤੁਹਾਨੂੰ ਮੈਂ ਦੱਸਣਾ ਵਾ, ਜਿਹੜੀ ਮੇਰੀ ਸਮਝ ਹੈ। ਮੈਂ ਗਲਤ ਵੀ ਹੋ ਸਕਦਾ ਉਹਨੂੰ ਸਮਝਣ ਵਿੱਚ, ਮੈਸੇਜ ਗਲਤ ਨਹੀਂ ਹੋ ਸਕਦਾ, ਲੇਕਿਨ ਸਮਝਣ ਵਿੱਚ ਮੈਨੂੰ ਗਲਤੀ ਲੱਗ ਸਕਦੀ ਹੈ। ਠੀਕ ਹੈ ਨਾ ਜੀ? वो मैं योते इल्लाह वर रसूल, ਜਿਹੜਾ ਕਿਹੜਾ ਤੁਹਾਡੇ ਵਿੱਚੋਂ ਅੱਲਾ ਦੀ ਅਤਾਇਤ ਕਰਦਾ ਹੈ, ਵਾ ਰਸੂਲ, ਔਰ ਉਸ ਦੇ ਮੈਸੇਜ ਨੂੰ ਮੰਨਦਾ ਹੈ। ਜਦੋਂ ਅਸੀਂ ਰਸੂਲ ਲਾ ਦਿਆਂਦੇ ਤੇ ਇਹ ਅੱਲਾ ਦੇ ਨਾਲ ਸ਼ਿਰਕ ਹੋ ਜਾਏਦਾ, ਕਿਸੇ ਹੋਰ ਬੰਦੇ ਦੀ ਅਤਾਇਤ ਹੋ ਜਾਏਗੀ। ਅੱਲਾ ਤੇ ਇਲਾਵਾ ਅਸੀਂ ਕਿਸੇ ਦੀ ਅਤਾਇਤ ਨਹੀਂ ਕਰਦੇ। ਲਾ ਤਾਅਤ ਅਲ ਮਖਲੂਕ ਫੀ ਮਾਸੀਅਤ ਅਲ ਖਾਲਿਕ।
ਵਮਈ ਯੋਤੇ ਇਲਾਹਾ, ਜਿਹੜਾ ਕਿ ਅੱਲਾ ਦੀ ਅਤੈਤ ਕਰਦਾ ਹੈ, ਵਾ ਰਸੂਲਾ, ਤੇ ਉਸ ਦਾ ਜਿਹੜਾ ਮੈਸੇਜ ਹੈ, ਫਾਉਲਾਇਕਾ, ਇਹ ਜਿਹੜੇ ਲੋਕੀ ਨੇ, ਮਾਲਜ਼ੀਨਾ ਅਨਾਮ ਅੱਲਾਹੋ, ਇਹ ਉਹਨਾਂ ਲੋਕਾਂ ਦੇ ਨਾਲ ਹੋਣਦੇ ਜਿਨ੍ਹਾਂ ਦੇ ਉੱਤੇ ਅੱਲਾ ਨੇ ਆਪਣੀਆਂ ਬਰਕਤਾਂ ਤੇ ਰਹਿਮਤਾਂ ਤੇ ਇਨਾਮ ਕੀਤੇ ਨੇ, ਆਪਣਾ ਸਕੂਨ, ਆਪਣਾ ihsan ਕੀਤਾ ਹੈ, ਅਲੈਹਿਮ ਜੰਨਤ ਤੇ। ਉਹ ਜਿਹੜੇ ਨੇ ਉਹ ਇਹ ਕਿਹਾ ਗਿਆ ਹੈ, ਉਹ ਨਬੀਆਂ 'ਚ ਵੀ ਹੋ ਸਕਦੇ ਨੇ, ਉਹ ਸਦੀਕ ਵੀ ਹੋ ਸਕਦੇ ਨੇ, ਉਹ ਸ਼ੋਹਦਾ ਵੀ ਹੋ ਸਕਦੇ ਨੇ, ਉਹ ਸਾਲਿਹੀਨ ਵੀ ਹੋ ਸਕਦੇ ਨੇ। ਵਾ ਹਸਨਾ ਉਲਾਇਕਾ ਰਫੀਕਾ, ਇਹ ਜਿਹੜੀ ਦੋਸਤੀ ਜਿਹੜੀ ਹੈ, ਇਹ ਸਭ ਤੋਂ, ਇਹਨਾਂ ਲੋਕਾਂ ਦੀ ਜਿਹੜੀ ਦੋਸਤੀ ਹੈ ਸਭ ਤੋਂ ਜ਼ਿਆਦਾ ਅੱਛੀ ਹੈ। ਇਹ ਵੇ ਸੂਰਤ ਨਿਸਾ ਦੀ 69 ਆਇਤ ਹੈ। ਇੱਥੇ ਨਹੀਂ ਮੈਨੂੰ ਪਤਾ ਕਿ ਕੋਈ ਨਬੀ ਆਇਆ ਦਾ, ਸਦੀਕ ਆਇਆ ਦਾ, ਜਾਂ ਇੱਕ ਜਨਰਲ ਬਾਤ ਕੀਤੀ ਗਈ ਹੈ ਕਿ ਜਿਹੜੇ ਅੱਲਾ ਤੇ ਨੂੰ ਮੰਨਦੇ ਨੇ, ਉਹਦੇ ਮੈਸੇਜ ਨੂੰ ਮੰਨਦੇ ਨੇ, ਉਹ ਇੱਦਾਂ ਕੀ ਵੇ ਕਿ ਅੱਲਾ ਨੇ ਉਹਨਾਂ ਤੋਂ ਇਨਾਮ ਕਰਤਾ ਹੈ, ਉਹਨਾਂ ਦਾ ਦਰਜਾ ਇਸ ਤਰ੍ਹਾਂ ਹੀ ਹੋਵੇਗਾ ਜਿਵੇਂ ਕਿ ਨਬੀਆਂ ਦੇ ਨਾਲ ਹੋਣ ਦੇ, ਸਦੀਕਾਂ ਦੇ ਨਾਲ ਨੇ, ਸ਼ੋਹਦਾ ਤੇ ਸਾਲਿਹੀਨ ਦੇ, ਤੇ ਇਹ ਜਿਹੜੀ ਦੋਸਤੀ ਅੱਛੀ ਹੈ। ਫਿਰ ਇਦੋਂ ਅੱਗੇ ਆਇਤ ਆਉਂਦੀ ਹੈ ਸੂਰਤ ਮਰੀਮ ਦੀ 58 ਆਇਤ, ਉਹਦੇ ਵਿੱਚ ਲਿਖਿਆ ਹੈ ਉਲਾਇਕ ਅੱਲਾਜ਼ੀਨਾ ਅਨਅਮ ਅੱਲਾਹੁ ਅਲੈਹਿਮ, ਇਹ ਉਹੀ ਲੋਕੀ ਨੇ ਜਿਨ੍ਹਾਂ ਦੇ ਉੱਤੇ ਅੱਲਾ ਨੇ ਇਨਾਮ ਕੀਤਾ ਹੈ, ਮਿਨਨ ਨਬੀਨਾ, ਨਬੀਆਂ ਦੇ ਵਿੱਚੋਂ, ਇਹ ਵੇ ਜਿਨ੍ਹਾਂ ਦਾ ਇਨਾਮ ਹੋਇਆ ਹੈ ਉਹ ਨਬੀਆਂ ਦੇ ਵਿੱਚੋਂ ਨੇ, ਮਿਨ ਜ਼ੁਰਰੀਅਤ ਆਦਮ, ਇਹ ਆਦਮ ਦੀ ਔਲਾਦ ਜਿਹੜੀ ਹੈ, ਜਿਹੜੇ ਨਬੀ ਨੇ, ਇਹ ਉਹਨਾਂ ਨਬੀਆਂ ਦੇ ਵਿੱਚੋਂ ਨੇ ਜਿਨ੍ਹਾਂ ਤੇ ਅੱਲਾ ਨੇ ਇਨਾਮ ਕੀਤਾ ਹੈ। ਵ ਮਿਮਨ ਹਮਲਨਾ ਮਾਨੂਹਨ, ਇਹ ਉਹ ਲੋਕੀ ਨੇ ਜਿਨ੍ਹਾਂ ਨੂੰ, ਜਿਹੜੇ ਕਿ ਸਵਾਰ ਹੋਏ ਨੇ, ਹਮਲਨਾ, ਜਿਨ੍ਹਾਂ ਉਠਾਇਆ ਗਿਆ ਹੈ ਨੂਹ ਦੇ ਨਾਲ। ਵ ਮਿਨ ਜ਼ੁਰੀਅਤ ਇਬਰਾਹੀਮ, ਇਬਰਾਹੀਮ ਦੀ ਜ਼ੁਰੀਅਤ ਨਾਲ। ਵ ਇਸਰਾਈਲ, ਇਸਰਾਈਲ ਦੀ ਜ਼ੁਰੀਅਤ ਨਾਲ। ਵ ਮਿਮਨ ਹਦੈਨਾ ਵਜਤਬੈਨਾ, ਉਹਨਾਂ ਨੂੰ ਜਿਨ੍ਹਾਂ ਨੂੰ ਅਸਾਂ ਹਦਾਇਤ ਦਿੱਤੀ ਤੇ ਜਿਨ੍ਹਾਂ ਨੂੰ ਅਸਾਂ ਚੁਣ ਲਿਆ। ਇਜ਼ਾ ਤੁਤਲਾ ਅਲੈਹਿਮ ਆਯਾਤੁਰ ਰਹਿਮਾਨ, ਜਦੋਂ ਕਿ ਉਹਨਾਂ ਦੇ ਉੱਤੇ ਅੱਲਾ ਦੀਆਂ ਆਯਾਤ, ਅੱਲਾ ਦੀਆਂ ਨਿਸ਼ਾਨੀਆਂ, ਅੱਲਾ ਦੀਆਂ ਗੱਲਾਂ ਦੱਸੀਆਂ ਜਾਂਦੀਆਂ ਨੇ, ਖਰੂ ਸੁਜਦਨ, ਉਹ ਉਹਦੇ ਅਹਿਕਾਮ ਨੂੰ ਮੰਨਣ ਵਾਸਤੇ ਸਰਬਸਜੂਦ ਹੋ ਜਾਂਦੇ ਨੇ, ਡਿੱਗ ਪੈਂਦੇ ਨੇ। ਵਾ ਬੁਕਾਨ, ਰੋਂਦੇ ਨੇ। 2 ਹੋ ਗਈ। ਤੀਸਰਾ ਅੱਗੇ ਮੈਂ ਤੁਹਾਨੂੰ ਦੱਸ ਦਿੰਦਾ ਵਾਂ, ਇਹ ਸੂਰਤ ਨਿਸਾ ਦੀ ਐਤ 82 ਲਾ ਲਓ। ਵਇਨਾ ਮਿਨਕੁਮ ਲਮਨ, ਇਹ ਪਿਛਲੀ ਪੜੀ ਜੇ ਕਾਦਰ ਸਾਹਿਬ, ਇਹ ਕਿਹੜੀ ਆਇਤ ਸੂਰਤ ਦੀ ਇਹ ਆਇਤ, ਇਹ ਦੱਸ ਦਿਓ। ਜਿਹੜੀ ਪਹਿਲੋਂ ਮੈਂ ਉਹ ਸੂਰਤ ਪਹਿਲੀ ਜਿਹੜੀ ਪੜੀ ਸੀ, ਉਹ ਸੂਰਤ ਨਿਸਾ ਦੀ 69 ਆਇਤ ਸੀ, ਜਿਹੜੀ ਦੂਸਰੀ ਜੀ ਮਰੀਮ ਦੀ 58ਵੀਂ ਆਇਤ ਸੀ। ਅੱਛਾ ਅੱਛਾ ਜੀ। ਤੇ ਇੱਕ ਆਇਤ ਮੈਂ ਤੁਹਾਡੇ ਸਾਹਮਣੇ ਹੋਰ ਪੜ੍ਹਨਾ ਵਾਂ, ਸੂਰਤ ਮਾਇਦਾ ਦੀ 63ਵੀਂ ਆਇਤ। ਅੱਛਾ। ਕਾਲਾ ਰਾਜੁਲਾਨੇ ਮਿਨल्लज़ीना यखाफूना अनअम अल्लाहु अलैहिमा, ਕਾਲਾ ਕਿਆ ਰਾਜੁਲਾਨੇ, 2 ਬੰਦਿਆਂ ਨੇ, ਮਿਨल्लज़ीना, ਉਹਨਾਂ ਲੋਕਾਂ ਚੋਂ, ਯਖਾਫੂਨਾ, ਜਿਨ੍ਹਾਂ ਨੂੰ ਖੌਫ ਸੀ, ਕਿ ਅਨਅਮ ਅੱਲਾਹੁ ਅਲੈਹਿਮਾ, ਕਿ ਅੱਲਾ ਨੇ ਉਹਨਾਂ ਦੋਵਾਂ ਦੇ ਉੱਤੇ ਇਨਾਮ ਕੀਤਾ ਹੈ। ਇਦਖੁਲੂ ਅਲੈਹਿਲ ਬਾਬ, ਉਹਨਾਂ ਨੇ ਕਿਹਾ ਕਿ ਤੁਸੀਂ ਦਾਖਲ ਹੋ ਜਾਓ ਇਹਨਾਂ ਦਰਵਾਜ਼ਿਆਂ ਦੇ ਵਿੱਚੋਂ। ਫਾਇਜ਼ਾ ਦਖਲ ਤੋਂ ਮੂੰਹ ਹੋ, ਜਦੋਂ ਕਿ ਉਹਨਾਂ ਦਰਵਾਜ਼ਿਆਂ ਚੋਂ ਦਾਖਲ ਹੋ ਗਏ। ਫਾਇਨਕੁਮ ਗਾਲਿਬੂਨ, ਅਸਾਂ ਕਹਿ ਦਿੱਤਾ ਕਿ ਤੁਸੀਂ ਹੁਣ ਗਾਲਿਬ ਹੋ। ਵਾਲल्लाह, ਔਰ ਅੱਲਾ ਦੇ ਉੱਤੇ ਵੇ, ਫਤਵਕਲੂ, ਤੁਸੀਂ ਤਵੱਕਲ ਕਰੋ, ਇਨ ਕੁੰਤੁਮ ਮੂਮਿਨੀਨ, ਅਗਰ ਤੁਸੀਂ ਮੂਮਨ ਹੋ। ਫਿਰ ਇਹ ਤੋਂ ਅੱਗੇ ਤੁਸੀਂ ਕਰ ਲਵੋ ਜੀ ਸੂਰਤ ਨਿਸਾ ਦੀ 82 ਆਇਤ। ਵਇਨਾ ਮਿਨਕੁਮ ਲਮਲ ਲਾਯੁਬਤੇ ਅੰਨਾ ਫਇਨ ਅਸਾਬਤਕੁਮ ਮੁਸੀਬਤੁਨ ਕਾਲਾ ਕਦ ਅਨਅਮ ਅੱਲਾਹੁ ਅਲੈਯਾ ਇਸਲਾਮ ਅਕਮ ਮਾਹੁਮ ਸ਼ਹੀਦਾ। ਇੰਨਾ ਵਾ ਇੰਨਾ ਮਿਨਕੁਮ, ਤੁਹਾਡੇ ਚ ਕੋ ਬਾਜ਼ ਲੋਕੀ ਉਹ ਨੇ, ਲਮਈ ਲਾਯੁਬਤੇ ਅੰਨਾ, ਉਹ ਜਿਹੜੇ ਕਿ ਨਹੀਂ ਸਨ ਚਾਹੁੰਦੇ, ਜਿਨ੍ਹਾਂ ਨੂੰ ਨਹੀਂ ਸੀ, ਉਹਨਾਂ ਦੀ ਦਿਲ ਦੀ ਨੀਅਤ ਇਹ ਨਹੀਂ ਸੀ ਕਿ ਉਹ ਕਰਨ। ਫਾਇਨਾ ਮੁਸੀਬਤ ਹਮ ਮੁਸੀਬਤਨ, ਜਦੋਂ ਕਿ ਉਹਨਾਂ ਦੇ ਉੱਤੇ ਮੁਸੀਬਤ ਆ ਜਾਂਦੀ ਹੈ, ਉਹ ਜਿਹੜੀ ਲੜਾਈ ਕਰਨ ਜਾਂਦੇ ਨੇ ਤੇ ਕਹਿੰਦੇ ਨੇ, ਕਾਲਾ, ਉਹਨਾਂ ਨੇ ਕਿਹਾ, ਕਦ ਅਮੱਲਾਹੁ ਅਲੈਹ, ਇਹ ਕਿ ਮੇਰੇ ਤੇ ਅੱਲਾ ਨੇ ਤੇ ਇਨਾਮ ਕਰ ਦਿੱਤਾ ਕਿ ਮੈਂ ਉਸ ਜੰਗ ਵਿੱਚ ਸ਼ਾਮਲ ਹੀ ਨਹੀਂ ਹੋਇਆ। ਇਸਲਾਮ ਅਕਮ ਮਾਹੁਮ ਸ਼ਹੀਦਾ, ਕਿ ਮੈਂ ਤੇ ਉਹਨਾਂ ਨਾਲ ਸ਼ਾਮਲ ਨਹੀਂ ਹੋਇਆ, ਮੈਂ ਤੇ ਸ਼ਹੀਦ ਬਣਿਆ ਹੀ ਨਹੀਂ। ਉਹਨੇ ਇਸ ਚੀਜ਼ ਨੂੰ ਸਮਝਿਆ ਕਿ ਮੈਂ ਸ਼ਹੀਦ ਨਹੀਂ ਹੋਇਆ, ਅੱਲਾ ਨੇ ਮੇਰੇ ਤੇ ਇਨਾਮ ਕਰ ਦਿੱਤਾ ਹੈ। ਸ਼ਹੀਦ ਨਾ ਹੋਣਾ ਕੀ ਅੱਲਾ ਦਾ ਇੱਕ ਇਨਾਮ ਹੈ। 4 ਆਇਤਾਂ।
ਇੱਕ ਐਤ ਅਗਰ ਤੁਸੀਂ ਇਹ ਕਹਿੰਦੇ ਹੋ ਤੇ ਕਿਹੜੀ ਮੈਂ ਤੁਹਾਨੂੰ ਕਿਹੜੀ ਸੁਣਾਵਾਂ, ਕਿਹੜੀ ਨਾ ਸੁਣਾਵਾਂ, ਇੱਕ ਹੋਰ ਸੁਣਾ ਦੇਣਾ ਜੀ। ਉਹ ਵੇ ਸੂਰਤ ਅਹਜ਼ਾਬ ਦੀ 37ਵੀਂ ਐਤ। ਲਿੱਲਾ ਸੀ ਅਨਾਮ ਅੱਲਾਹੁ ਅਲੈਹ, ਉਹ ਬੰਦਾ ਜਿਹਦੇ ਤੇ ਅੱਲਾ ਨੇ ਇਨਾਮ ਕਰ ਦਿੱਤਾ ਹੋਇਆ ਹੈ। ਵਾ ਅਨ ਅਮਤਾ ਅਲੈਹ, ਤੇ ਇਨਾਮ ਉਹਦੇ ਤੇ ਹੋਇਆ ਹੈ। ਤੇ ਇਹ ਕਿਹਾ ਹੈ ਅਮ ਸੇ ਕਿ ਤੂੰ ਇਹਨੂੰ ਨਾ ਛੱਡੀ, ਅਲੈਕਾ ਉੱਪਰ ਤੇਰੇ ਜ਼ੌਜਾ ਕਾ, ਤੂੰ ਆਪਣੀ ਬੀਵੀ ਨੂੰ ਨਾ ਛੱਡੀ। ਵਤਕਲਾਹ, ਅੱਲਾ ਕੋਲੋਂ ਡਰੀ। ਵਾ ਮੈਨੂੰ ਕੋਈ ਐਤ ਜਿਹੜੀ ਹੈ ਜ਼ਿਹਨ ਚ ਨਹੀਂ ਆ ਰਹੀ ਪੂਰੀ, ਮੈਂ ਕੁਰਾਨ ਫੋਲ ਲਵਾਂ ਇੱਕ ਦਫਾ ਜਾਂ ਕੋਈ ਮਸਲਾ ਨਹੀਂ, ਤੁਸੀਂ ਜਿੰਨਾ ਦਿਲੇ ਟਾਈਮ ਲਓ। ਦਾ ਜ਼ਿਕਰ ਹੈ ਅਸੀਂ ਇਹ ਨਹੀਂ ਕਿਹਾ ਵੇ ਕਿੱਥੇ ਕਿੱਥੇ ਇਨਾਮ ਦੇ ਲਫ਼ਜ਼ ਆਏ ਨੇ ਤੇ ਉਹਨਾਂ ਨੂੰ ਜੋੜ ਦਿਓ। ਗੱਲ ਜਿਹੜੀ ਕਰ ਰਹੇ ਆ ਉਸ ਮੌਜੂ ਤੋਂ ਨਹੀਂ ਹਟੀਦਾ, ਗੱਲ ਸਿੰਪਲ ਇਤਨੀ ਹੈ। ਸੁਣੋ ਮੇਰੀ ਬਾਤ, ਅਸੀਂ ਉਸ ਮੌਜੂ ਤੋਂ ਨਹੀਂ ਮੈਂ ਹਟ ਰਿਹਾ, ਮੈਂ ਇਹ ਦੱਸ ਰਿਹਾ ਹਾਂ ਕਿ ਇਨਾਮ ਕਿੰਨਾ ਦੇ ਹੋਏ ਨੇ, ਕਿਹੜੀ ਲੋਕੀ ਜਿਹਨਾਂ ਦੇ ਇਨਾਮ ਹੋਏ ਨੇ। ਅਸੀਂ ਕੁਰਾਨ ਦੇ ਵਿੱਚੋਂ ਅਸੀਂ ਇਹ ਲੈ ਰਹੇ ਆ, ਮਤਲਬ ਜਿਹੜੀਆਂ ਮੁਖਤਲਿਫ ਲੈ ਰਹੇ ਆ। ਜਿਹੜਾ ਇਨਾਮ ਇਹਦੇ ਅੱਲਾਹ ਤਾਲਾ ਨੇ ਦੱਸਿਆ ਹੈ ਅਨਮ ਅੱਲਾਹੁ ਅਲੈਹ। ਮੈਨੂੰ ਇੱਕ ਮਿੰਟ ਦਿਓ ਤੇ ਮੈਂ ਇਹ ਕਰਦੇ ਆ ਤੇ ਫਿਰ ਇਹ ਤੋਂ ਬਾਅਦ ਤੁਸੀਂ ਕਰ ਲਿਆ ਜੀ ਗੱਲ। ਇਸੇ ਐਤ ਨੂੰ ਮੈਂ ਅਗਰ ਕਹਿ ਲਵਾਂ ਤੇ ਫਿਰ ਤੋਂ ਬਾਅਦ ਜੋ ਮਰਜ਼ੀ ਹੈ ਤੁਸੀਂ ਕਹਿ ਲੈਣਾ, ਮੈਂ ਤੁਹਾਡੀ ਬੜੇ ਗੌਰ ਦੇ ਨਾਲ ਇਤਮਾਨਾਨ ਦੇ ਨਾਲ ਬਾਤ ਸੁਣਾਦਾ। ਬਾਤ ਥੋੜੀ ਜਿਹੀ ਸ਼ਾਰਟ ਕਰਿਆ ਜੇ, ਬਾਕੀ ਕੋਈ ਨਹੀਂ ਗੱਲ। ਅੱਛਾ ਜੀ। ਵਾਇਨਾ ਮਿਨਕੁਮ ਲਮਨ, ਕਿਹੜੀ ਪੜ ਰਹੇ ਹੋ ਆਇਤ ਦੀ? ਇਹ ਐਤ ਕਿਹੜੀ ਸੂਰਤ ਦੀ ਆਇਤ ਪੜ ਰਹੇ ਹੋ? 72 ਐਤ ਹੈ ਤੇ ਸੂਰਤ ਨਿਸਾ ਹੈ ਤੇ ਸਫਾ ਨੰਬਰ ਜਿਹੜਾ ਮੇਰੇ ਨਿਸਾ ਹੈ, ਠੀਕ ਹੋ ਗਿਆ। ਚਲੋ ਸਫਾ ਰਹਿਣ ਦਿਓ, ਆਇਤ ਨੰਬਰ ਹੀ ਆ ਗਿਆ ਬੜਾ, ਨਿਸਾ ਦੀ 72 ਹੋ ਗਈ, ਠੀਕ ਹੋ ਗਿਆ। ਹਾਂਜੀ। ਤੇ ਵਾ ਇੰਨਾ ਮਿਨਕੁਮ, ਤੁਹਾਡੇ ਜੋ ਕੋਈ ਐਸਾ ਵੀ ਬੰਦਾ ਹੈ ਲਾਯੂ ਬੱਤੇ ਅੰਨਾ, ਨਹੀਂ ਉਹ ਕਿਹੜੀ ਐਤ ਪੜਨਾ ਵਾ ਪਿਆ, ਜਿਹੜੀ ਤੁਹਾਡੇ ਅੱਗੇ ਨਹੀਂ ਉਹ ਤੇ ਹੈ ਵੇ, ਮੈਂ ਉਹਨੂੰ ਕਰਤੀ। ਮੈਨੂੰ ਇਹ ਮੈਂ ਐਤ ਪਿਆ ਪੜਦਾ ਸਾਂ, ਸੂਰਤ ਅਹਜ਼ਾਬ ਦੀ 37ਵੀਂ ਐਤ ਹੈ, ਉਹ ਮੈਂ ਪੜਨਾ ਸੀ, ਉਹ ਅੱਗੇ ਪਿੱਛੇ ਹੋ ਗਿਆ ਨਾ। ਚਲੋ ਕੋਨੀ ਉਹ ਕੱਢ ਲਓ, ਹੈ ਕੋਨੀ ਹੋ ਜਾਂਦਾ ਹੈ। ਤੁਸੀਂ ਜੀ ਬੜੀ ਤੁਸੀਂ ਮੈਨੂੰ ਹਰ ਗੱਲ ਅਗਰ ਮੈਂ ਗਲਤ ਵੀ ਕਰਨਾ ਵਾ ਤੇ ਤੁਸੀਂ ਅਲਹਮਦੁਲਿਲਾ ਮੇਰੇ ਨਾਲ ਗੁੱਸੇ ਨਹੀਂ ਹੁੰਦੇ। ਹਾਂਜੀ, ਇਹ ਤੁਹਾਡੀ ਬੜੀ ਹੀ ਮਿਹਰਬਾਨੀ ਹੈ। ਮੈਂ ਤੇ ਸਿੱਧਾ अस्सलाम वालेकुम सैनी साहब। वालेकुम अस्सलाम। सूरत अहज़ाब दी ਇਹ ਹੈ ਤੇ ਇਹ ਹੁਣ ਅੱਲਾਹ ਕਰੇ ਮੈਨੂੰ ਮਿਲ ਜਾਏ ਇੱਕ ਹੀ ਵੇਰਾ ਅਹਜ਼ਾਬ 10 ਹਾਂਜੀ ਮੈਂ ਉਹ ਲੱਭਣਾ ਮੈਂ ਕੁਰਾਨ ਦੇ ਵਿੱਚ ਉਹ ਆਇਤ ਲੱਭਦੇ ਪਏ ਨੇ ਸੈਣੀ ਸਾਹਿਬ, ਸੂਰਾ ਅਹਜ਼ਾਬ ਦੀ 37 ਨੰਬਰ। ਜੀ ਜੀ ਬਿਲਕੁਲ। ਹਾਂਜੀ ਹਾਂਜੀ, ਸੂਰਤ ਅਹਜ਼ਾਬ ਜਿਹੜੀ ਹੈ ਉਹ ਮੈਨੂੰ ਮਿਲ ਗਈ ਹੈ ਤੇ ਉਹਦੀ ਐਤ ਜਿਹੜੀ ਹੈ ਨਾ ਉਹ 37 ਜਿਹੜੀ ਹੈ ਐਤ ਉਹ ਹੁੰਦਾ ਹੈ ਰੱਬਨਾਮਾ। ਤੇ ਮੈਂ ਪਹੁੰਚ ਗਿਆ ਜੀ ਨੇੜੇ ਨੇੜੇ, ਮੈਂ ਇਹ ਪਹੁੰਚ ਗਿਆ ਜੀ। ਹਾਂਜੀ ਮੈਂ ਪਹੁੰਚ ਗਿਆ ਜੀ। ਅਸਲ ਚੀਜ਼ ਜਿਹੜੀ ਉਮਰ ਦੇ ਨਾਲ ਨਾ ਹੋਣਾ ਕਈ ਦਫਾ ਕੋਨੀ ਹੈ ਹੀ ਹੋ ਜਾਂਦਾ ਹੈ। ਨਹੀਂ ਨਹੀਂ ਉਮਰ ਪਹੁੰਚ ਗਿਆ ਜੀ, ਮੈਂ ਪਹੁੰਚ ਗਿਆ। ਵੱਡੇ ਹੋ ਕੇ ਤੁਸੀਂ ਸਹੀ ਹੋ ਜਾਓਦੇ ਹੈ ਹੀ ਜਾ ਉਹ ਐ ਤੇ ਵੇ ਅੱਛਾ। ਵਾਇਸ ਤਕੂਲੂ ਲਿल्लज़ी अनअम अल्लाहु अलैहि व अनअमता अलैहि अमसिकु अलैका ज़ौजका वत्तक़िल्लाह व तुख़फ़ी फ़ी नफ़्सिक वल्लाहु मुब्दीहि व तख़शन नास वल्लाहु अहक़्क़ु अन तख़शौ। ये लंबी आयत है, काफी लंबी है। मैं इत्थों तक की जरा तुसां के मैनूं मुखफ़फ़ आया नाम आ गया तो ताकि बड़ी है। हाँ जी, इत्थों तक ही मैं कहना ਇਹ ਵੀ ਵਾਕਿਆ ਤਕਰੀਬਨ ਇਹਨੂੰ ਇਹ ਕਹਿ ਲਓ ਵਾ ਇਸਤਕੂਲ ਲਿਲਾਜ਼ੀ। ਹਾਂ, ਇਹ ਵਾ ਇਸਤਕੂਲ ਇਹ ਇਸ ਤਰ੍ਹਾਂ ਜੋ ਕਿ ਨਬੀ ਨੂੰ ਕਿਹਾ ਗਿਆ ਕਿ ਤੂੰ ਇਹ ਯਾਦ ਕਰ ਕਿ ਉਹ ਮੌਕਾ ਜਦੋਂ ਕਿ ਤੂੰ ਉਸ ਸ਼ਖਸ ਨੂੰ ਕਹਿ ਰਿਹਾ ਤਾਂ ਇਸਤਕੂਲ ਜਦੋਂ ਤੂੰ ਕਹਿ ਰਿਹਾ ਸੈ ਲਿਲਾਜ਼ੀ ਉਸ ਆਦਮੀ ਨੂੰ
ਅਨਾ ਮੱਲਾਹੁ ਜਿਹਦੇ ਤੇ ਅਨਾ ਮੱਲਾਹੁ ਅਲੈਹ, ਜਿਹਦੇ ਤੇ ਅੱਲਾ ਨੇ ਇਨਾਮ ਕੀਤਾ ਹੋਇਆ ਹੈ। ਤੂੰ ਉਹ ਵਕਤ ਯਾਦ ਕਰ ਜਦੋਂ ਤੂੰ ਉਸ ਬੰਦੇ ਨੂੰ ਕਹਿ ਰਿਹਾ ਸੈਂ, ਜਦੋਂ ਕਿ ਅੱਲਾ ਨੇ ਤੇਰੇ ਤੇ ਆਸਾਨ ਕੀਤਾ ਸੀ, ਉਹਦੇ ਤੇ ਆਸਾਨ ਕੀਤਾ ਸੀ। ਵਾਨ ਅਮਤਾ ਅਲੈਹ, ਉਹ ਤੇਰੇ ਤੇ ਵੀ ਆਸਾਨ ਕੀਤਾ ਸੀ। ਅਮ ਸਿੱਖ ਕਿ ਨਾ ਛੱਡ, ਅਲਈ ਕਾ ਜ਼ੌਜਾ, ਕਿ ਤੂੰ ਆਪਣੀ ਬੀਵੀ ਨੂੰ ਨਾ ਛੱਡ। ਹੈ ਵਤਾ ਕਿਲਾ, ਅੱਲਾ ਕੋਲੋਂ ਡਰ ਜਾ। ਵਤੁਖਫੀ ਫੀ ਨਫਸਿਕ, ਔਰ ਆਪਣੇ ਜੀ ਦੇ ਵਿੱਚ, ਮਨ ਦੇ ਵਿੱਚ ਤੂੰ ਡਰ ਵੀ ਜਾ। ਮੱਲਾਹੁ ਮੁਬਦੀ ਹੈ, ਅੱਲਾਹ ਤਾਲਾ ਉਸ ਬਾਤ ਨੂੰ ਜ਼ਾਹਿਰ ਕਰਨ ਵਾਲਾ ਸੀ। ਵਤਖਸ਼ ਨਾਸ, ਤੇ ਤੂੰ ਲੋਕਾਂ ਕੋਲੋਂ ਡਰਦਾ ਸੈਂ। ਵੱਲਾਹੁ ਅਹਕੋ ਅਨ ਤਖਸ਼ਾਹੂ, ਅੱਲਾਹ ਦਾ ਜ਼ਿਆਦਾ ਹੱਕ ਹੈ ਕਿ ਤੂੰ ਉਹਦੇ ਕੋਲੋਂ ਡਰੇ, ਬਜਾਏ ਇਸ ਤੇ ਕਿ ਤੂੰ ਲੋਕਾਂ ਕੋਲੋਂ ਡਰੇ। ਇਹ ਫਿਰ ਇਹ ਤੋਂ ਅੱਗੇ ਜਿਹੜੀ ਆਇਤ ਜਿਹੜੀ ਸਾਨੂੰ ਜਿਹੜੇ ਮੌਲਵੀ ਸਾਨੂੰ ਦੱਸਦੇ ਨੇ, ਉਹ ਕਹਿੰਦੇ ਨੇ ਫਲਮਾ ਕਜ਼ਾ ਜ਼ਾਇਦੁ ਮਿਨਹੁਮਾ ਵਤਰਨ ਵਜ਼ਵਜਨਾਕਹਾ ਲਿਕੈ ਲਾ ਯਕੂਨੋ ਅਲੈਯਾ ਮੁਅਮਿਨੀਨ। ਇਸ ਆਇਤ ਨੂੰ ਲੈ ਕੇ ਉਹ ਜ਼ਿਆਦਾ ਬੋਲਦੇ ਨੇ। ਇਸ ਆਇਤ ਦਾ ਜਿਹੜਾ ਪਹਿਲੂ ਜਿਹੜਾ ਹੈ ਉਹ ਇਨਾਮ ਵਾਲੀ ਆਇਤ ਹੈ। ਉਹਦੇ 'ਚ ਇਹੋ ਹੀ ਸਾਨੂੰ ਦੱਸਿਆ ਗਿਆ ਹੈ, ਐ ਨਬੀ ਤੂੰ ਯਾਦ ਕਰ ਉਹ ਮੌਕਾ ਜਦੋਂ ਕਿ ਤੂੰ ਉਸ ਬੰਦੇ ਨੂੰ ਤੁਸੀਂ ਜਦੋਂ ਉਸ ਬੰਦੇ ਨੂੰ ਕਹਿ ਰਹੇ ਸੋ ਤੇ ਇਹਦੇ ਤੇ ਅੱਲਾਹ ਤਾਲਾ ਨੇ ਇਨਾਮ ਕੀਤਾ ਸੀ, ਤੇ ਇਹ ਤੋਂ ਇਲਾਵਾ ਅੱਲਾਹ ਨੇ ਤੁਹਾਡੇ ਤੇ ਵੀ ਆਸਾਨ ਕੀਤਾ ਸੀ ਕਿ ਤੂੰ ਆਪਣੀ ਬੀਵੀ ਨੂੰ ਨਾ ਛੱਡ ਤੇ ਅੱਲਾਹ ਕੋਲੋਂ ਡਰ ਜਾ। ਉਸ ਵਕਤ ਤੁਸੀਂ ਆਪਣੇ ਦਿਲ ਦੇ ਵਿੱਚ ਉਹ ਬਾਤ ਨੂੰ ਛੁਪਾ ਰਹੇ ਸੋ ਜਿਸ ਨੂੰ ਕਿ ਅੱਲਾਹ ਖੋਲ੍ਹਣਾ ਚਾਹੁੰਦਾ ਸੀ। ਤੁਹਾਡੇ ਤੇ ਅੱਲਾਹ ਤੋਂ ਡਰਨ ਦਾ ਜ਼ਿਆਦਾ ਹੱਕ ਹੈ, ਬਜਾਏ ਇਸ ਤੇ ਕਿ ਤੁਸੀਂ ਲੋਕਾਂ ਕੋਲੋਂ ਡਰੋ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਕੀਤੀਆਂ ਨੇ, ਇਹ ਕੀਤੀਆਂ ਨੇ ਕਿ ਜਿਨ੍ਹਾਂ ਦਾ ਅੱਲਾਹ ਨੇ ਕਿਹਾ ਕਿ ਇਨਾਮ ਹੋ ਚੁੱਕਿਆ ਹੋਇਆ ਹੈ। ਆ ਜਿਹੜਾ ਅਸੀਂ ਕਹਿੰਦੇ ਹਾਂ ਕਿ ਇਨਾਮ ਹੋਵੇਗਾ, ਇਹ ਹੋਵੇਗਾ, ਉਹ ਹੋਵੇਗਾ, ਇਹ ਸਾਰੇ ਸਾਨੂੰ ਇਹਨਾਂ ਮੌਲਵੀਆਂ ਨੇ, ਖਾ ਉਹ ਮੌਲਵੀ ਮਰਜ਼ਈ ਹੋਣ, ਸੁੰਨੀ ਹੋਣ, ਵਾਬੜੇ ਹੋਣ, ਕੋਈ ਵੀ ਹੋਣ, ਇਹਨਾਂ ਨੇ ਆਪਣੀਆਂ ਗੱਲਾਂ ਦੇ ਵਿੱਚ ਸਾਨੂੰ ਲਾਇਆ ਹੋਇਆ ਹੈ। ਅਸੀਂ ਅੱਲਾਹ ਨੂੰ ਯਾਦ ਰੱਖੀਏ, ਅੱਲਾਹ ਦੀਆਂ ਨਿਯਮਤਾਂ, ਸਾਨੂੰ ਅੱਛੀ ਸਿਹਤ ਦਿੱਤੀ ਹੋਈ ਹੈ, ਦੂਸਰਾ ਦਿੱਤਾ ਹੋਇਆ, ਅਸੀਂ ਇਹਨਾਂ ਨੂੰ ਯਾਦ ਰੱਖੀਏ। ਸਾਨੂੰ ਕੋਈ ਨਾ ਨਬੀ ਬਣਨ ਦੀ ਜ਼ਰੂਰਤ ਹੈ, ਨਾ ਕੋਈ ਸ਼ਹੀਦ ਬਣਨ ਦੀ ਜ਼ਰੂਰਤ ਹੈ, ਨਾ ਕੁਛ ਹੈਵੇ। ਅੱਲਾਹ ਦਾ ਇਨਾਮ ਸਾਡੇ ਹੋ ਗਿਆ, ਸਾਰੀਆਂ ਚੀਜ਼ਾਂ ਹੀ ਸਾਨੂੰ ਮਿਲ ਗਈਆਂ। ਅਸੀਂ ਜਦੋਂ ਅੱਲਾਹ ਦੀ ਚਾਹਤ ਦੇ ਵਿੱਚ ਅਸਾਂ ਚਾਹਤ ਪਾ ਦਿੱਤੀ। ਲਓ ਜੀ, ਮੇਰੀ ਬਾਤ ਖਤਮ। ਹੁਣ ਮਤਲਬ ਇਹ ਪਤਾ ਲੱਗਾ ਕਿ ਅਨਮ ਅੱਲਾਹੁ ਅਲੈਹ ਮਿਨ ਨਬੀਇਨਾ व सिद्दीकीना व शुहदाए व सालिहीना व हसुन उलाइका रफीका, कि अल्लाह ताला ਇਹ ਚਾਰ ਇਨਾਮ ਕਰੇਗਾ। ਤੇ ਇਹਦੇ ਵਾਸਤੇ ਜ਼ੈਦ ਨੇ ਆਪਣੀ ਬੀਵੀ ਨੂੰ ਜਿਹੜੀ ਤਲਾਕ ਦੇ ਦਿੱਤੀ, ਇਸ ਵਾਕਿਆ ਨੂੰ ਪੜਾਂਗੇ ਤਾਂ ਸਾਨੂੰ ਪਤਾ ਲੱਗੇਗਾ। ਇੱਥੋਂ ਜਾ ਕੇ ਮਸਲਾ ਹੱਲ ਹੋਏਗਾ। ਬੀਵੀ ਨੂੰ ਰੋਕ ਰੱਖੀ ਤੁਸੀਂ ਕਰੋ ਇਹ ਹੁਣ ਤੁਹਾਡੀ ਇਹ ਅਸਾਂ ਤੁਹਾਡੀ ਡੀ ਦੇ ਵਿੱਚ ਆਪਣਾ ਗੇਂਦ ਫੈਂਕ ਦਿੱਤਾ ਹੈ। ਹਾਂਜੀ, ਇਹ ਹੁਣ ਡੀ ਦੇ ਵਿੱਚ ਹੁਣ ਗੋਲ ਕਰਨਾ, ਤੇ ਤੁਸੀਂ ਹੁਣ ਗੋਲ ਕਰਨਾ। ਅਸਾਂ ਤੇ ਗੇਂਦ ਨੂੰ ਇਸ ਪਾਸੇ ਚੁੱਕ ਕੇ ਉਹ ਪਾਸੇ ਚੁੱਕ ਕੇ ਤੁਹਾਡੀ ਡੀ ਦੇ ਵਿੱਚ ਲਿਆ ਸੁੱਟਿਆ। ਹੁਣ ਤੁਸੀਂ ਉਹ ਇਸ ਗਰੁੱਪ ਤੇ ਰੂਹ ਰੋਹਾਂ, ਹੁਣ ਤੁਸੀਂ ਫੈਸਲਾ ਕਰੋ। ਅਸਾਂ ਸਾਡੀ ਆਪਣਾ ਜਿਹੜੀ ਕੇਸ ਜਿਹੜਾ ਉਹ ਪੁੱਟ ਕਰ ਦਿੱਤਾ ਹੈ। ਹਾਂਜੀ, ਅਸੀਂ ਜਿਹੜੀ ਗੱਲ ਕਰ ਰਹੇ ਉਹਦੇ ਵਾਸਤੇ ਸਾਨੂੰ ਇੱਧਰ ਉੱਧਰ ਜਾਣ ਦੀ ਜ਼ਰੂਰਤ ਨਹੀਂ ਹੈ। ਇੱਕ ਆਇਤ ਕਰੀਮਾ ਜਿਹੜਾ ਅੱਲਾਹ ਤਾਲਾ ਉਹਦੇ 'ਚ ਬਿਆਨ ਕਰ ਰਿਹਾ ਹੁੰਦਾ, ਉਹ ਆਪਣੀ ਵਜ਼ਾਹਤ ਖੁਦ ਹੀ ਕਰ ਰਹੀ ਹੁੰਦੀ, ਉਹਦੇ ਵਿੱਚ ਹੀ ਸਾਰਾ ਮਜ਼ਮੂਨ ਮੌਜੂਦ ਹੁੰਦਾ ਹੈ। ਇਹਦੇ 'ਚ ਕੋਈ ਐਸਾ ਇਸ਼ਤਬਾਹ ਨਹੀਂ ਹੈ ਜਿਹਦੇ ਵਾਸਤੇ ਅਸੀਂ ਇੱਧਰ ਉੱਧਰ ਜਾਈਏ ਤੇ ਹੋਰ ਨਵੇਂ ਮਜ਼ਾਮੀਨ ਛੇੜੀਏ। ਅਨਮ ਅੱਲਾਹ ਦਾ ਲਫ਼ਜ਼ ਤੇ ਕਈ ਜਗ੍ਹਾ ਆਇਆ ਹੈ, ਉਹ ਠੀਕ ਹੈ। ਨਹੀਂ ਜੀ, ਇਹਨਾਂ 5 ਜਗ੍ਹਾ ਤੋਂ ਇਲਾਵਾ ਕਿਸੇ ਜਗ੍ਹਾ ਤੇ ਨਹੀਂ ਆਇਆ, ਕਈ ਜਗ੍ਹਾ ਤੇ ਨਹੀਂ ਆਇਆ। ਇਹ 5 ਆਇਤਾਂ ਨੇ ਜਿਨ੍ਹਾਂ 'ਚ ਆਇਆ, ਕਈ ਜਗ੍ਹਾ ਨੂੰ ਛੱਡੋ ਪਰਾਂ। ਇਹ ਤੋਂ ਇਲਾਵਾ 6ਵੀਂ ਆਇਤ ਤੁਸੀਂ ਮੈਨੂੰ ਦੱਸੋ ਜਿਹਦੇ 'ਚ ਆਇਆ ਹੋਇਆ ਹੈ। ਇਹ 5 ਆਇਤਾਂ 'ਚ ਵੀ ਅਗਰ ਆਇਆ ਨਾ, ਤੇ ਇਹ ਵੀ ਕਈ ਜਗ੍ਹਾ ਹੀ ਹੋਇਆ 6ਵੀਂ ਵੀ ਨਾ। ਦੱਸੋ ਨਾ। ਤੁਸੀਂ ਆ ਕੇ ਬੜੀਆਂ ਆਇਤਾਂ 'ਚ ਆਇਆ, ਬੜੀਆਂ ਆਇਤਾਂ ਨੂੰ ਨਹੀਂ, ਮੈਂ ਜਨਰਲ ਨਹੀਂ ਕਹਿੰਦਾ, ਮੈਂ ਕਹਿੰਦਾ ਕਿ ਖਾਸ ਜਿਹੜੀ ਆਇਤਾਂ ਨੇ, ਜਿਹੜੀ ਮੈਂ 5 ਆਇਤਾਂ ਜਿਹੜੇ ਤੁਹਾਨੂੰ ਮੈਂ ਸੁਣਾ ਦਿੱਤੀਆਂ ਨੇ ਨਾ, ਉਹ ਮੈਂ ਤੁਹਾਨੂੰ ਸੁਣਾ ਦਿੱਤੀਆਂ ਨੇ। ਅਗਰ ਤੁਸੀਂ ਹੋਰ ਕਹਿੰਦੇ ਹੋ ਕੋਈ ਕਿਸੇ ਦੇ ਆਵੇ ਤੇ ਮੈਂ ਉਹ ਵੀ ਤੁਹਾਨੂੰ ਦੱਸਣਾ ਵਾ। ਉਹ ਮੈਂ ਸੂਰਤ ਆਲੇ ਇਮਰਾਨ ਦੀ ਆਇਤ ਨੰਬਰ 173 ਵੀ ਦੱਸਣਾ। अल्लाज़ीना काला लहुमुन नासो इन्न नासा कद जमाउ लकुम फखशौहुम फज़ादहुम ईमानन वकालू हस्बुनल्लाह व निअमल वकील। ਉੱਥੇ ਜਿਹੜਾ ਇਨਾਮ ਦਾ ਲਫ਼ਜ਼ ਆਇਆ ਉਹ ਅੱਲਾ ਨੂੰ ਕਿਹਾ ਗਿਆ ਕਿ ਅੱਲਾ ਇਨਾਮ ਦੇਣ ਵਾਲਾ ਹੈ। व निअमल वकील, और अच्छा निअमल वकील है।
ਉਹ ਤੇ ਅੱਛੇ ਦੇ ਮੈਨੇ ਚ ਆਇਆ ਹੈ। ਤੇ ਦੂਸਰੀ ਜਗ੍ਹਾ ਸੂਰਤ ਨਿਸਾ ਦੀ ਜਿਹੜੀ 57ਵੀਂ ਆਇਤ ਹੈ ਉੱਥੇ ਲਿਖਿਆ ਹੋਇਆ ਹੈ ਇਨ ਅੱਲਾਹ ਯਾਮੁਰਕੁਮ ਵ ਤੁਅੱਦੁਲ ਅਮਾਨਾਤ ਇਲਾ ਅਹਲਿਹਾ। ਅੱਲਾਹ ਤਾਲਾ ਤੁਹਾਨੂੰ ਹੁਕਮ ਕਰਦਾ ਹੈ ਜਿਹਦੇ ਤੁਹਾਡੇ ਕੋਲ ਅਮਾਨਤਾਂ ਨੇ ਕਿਸੇ ਦੀਆਂ, ਉਹ ਤੁਸੀਂ ਉਹਨਾਂ ਦੇ ਅਹਿਲਾ ਜਿਹੜੇ ਉਹਦੇ ਅਹਿਲ ਨੇ ਉਹਨਾਂ ਦੇ ਤਰਫ ਵਾਪਸ ਕਰ ਦਿਓ। ਵਾਇਜ਼ਾ ਹਕਮਤੁਮ ਬੈਨ ਨਾਸੇ ਅਨ ਤਹਕਮੂ, ਜਦੋਂ ਕਿ ਤੁਹਾਨੂੰ ਹੁਕਮ ਕੀਤਾ ਜਾਂਦਾ ਹੈ ਤੁਹਾਡੇ ਦਰਮਿਆਨ ਕਿ ਤੁਸੀਂ ਅਦਲ ਕਰੋ, ਬਿਲ ਅਦਲ ਕਰੋ। ਇਨ ਅੱਲਾਹ ਨੇਮਾ ਨਾਇਮਾ, ਅੱਲਾਹ ਤਾਲਾ ਜਿਹੜਾ ਉਹੀ ਨਾਇਮ ਹੈ, ਉਹੀ ਇੱਕ ਨਿਮਤ ਹੈ। ਯਾਇਜ਼ੁਕੁਮ, ਉਹ ਤੁਹਾਨੂੰ ਵਾਜ਼ ਕਰਦਾ, ਤੁਹਾਨੂੰ ਨਸੀਹਤ ਕਰਦਾ ਇਹਦੇ ਦੀ। ਇਨ ਅੱਲਾਹ ਕਾਨਾ ਸਮੀਅਨ ਬਸੀਰਾ। ਇਹ ਦੂਸਰੇ ਦੋ ਉਹ ਨੇ ਜਿਹਦੇ ਵਿੱਚ ਅਨਾ ਅੱਲਾਹ ਅਨਾਮਾ ਦਾ ਲਫ਼ਜ਼ ਆਉਂਦਾ ਹੈ। 5 ਤੇ 2 ਇਹ 7 ਆਇਤਾਂ ਨੇ। 8ਵੀਂ ਆਇਤ ਤੁਸੀਂ ਦਿਖਾਓ। ਅਗਰ ਤੁਹਾਨੂੰ ਇਹ ਕੋਈ ਜ਼ਿਆਦਾ ਨਹੀਂ ਲੰਮਾ ਚੌੜਾ, ਇਹ ਕਹਿੰਦੇ ਕਿ ਚਲੋ ਸਰ, ਸਾਬਕ ਨੂੰ ਸ਼ੁਕਰੀਆ ਤੁਹਾਡਾ, ਤਬਦੀਲ ਨਹੀਂ ਤੁਸੀਂ ਹੋਇਆ। ਬੰਦੇ ਦਿਖਾਈ ਤੇ ਨੇ, ਤੁਸੀਂ ਬੰਦੇ ਦਿਖਾ ਦਿੱਤੇ ਨੇ, ਇੱਥੇ ਬੰਦੇ ਲੱਭਣ ਡਏ ਸਾਂ। ਸ਼ੁਕਰੀਆ ਤੁਹਾਡਾ, ਤੁਸੀਂ ਬੰਦੇ ਦਿਖਾਈ ਤੇ। ਕਿ ਮੈਂ ਬੰਦੇ ਦਿਖਾ ਦਿੱਤੇ ਨੇ। ਲਓ ਜੀ, ਮੈਂ ਤੇ ਤੁਹਾਨੂੰ ਜੇ ਮੈਂ ਕੋਈ ਕਿਸੇ ਦਾ ਨਹੀਂ ਦੂਸਰਾ, ਜੇ ਕੋਲੋਂ ਮੈਂ ਪੁੱਛ ਲਓ ਕੋਈ ਕਿ ਕਿਸੇ ਉਹ ਨੂੰ ਐਗਰੀ ਹੈਗੇ ਡਿਸਕ੍ਰਿਮੀਨੇਟ ਨਹੀਂ ਤੁਹਾਡੇ ਕਰਦਾ, ਬੰਦੇ ਦਿਖਾਏ ਨੇ। ਮੈਂ ਕਿਸੇ ਨੂੰ ਜੇ ਤੁਸੀਂ ਡਿਸਕ੍ਰਿਮੀਨੇਟ ਬੰਦੇ- ਨਹੀਂ ਕਰਦਾ। ਮੈਂ ਤੁਹਾਡੇ ਸਾਹਮਣੇ ਉਹ ਬਾਤ ਕਰਨਾ ਵਾ ਜਿਹਦੇ ਤੇ ਤੁਹਾਡਾ ਵੀ ਈਮਾਨ ਹੈ ਕਿ ਸਵਾਨ ਬੈਨਾਨਾ ਵ ਬੈਨਾकुम, ਜਿਹਦੇ ਤੇ ਤੁਸੀਂ ਵੀ ਰਾਜ਼ੀ ਹੋ ਤੇ ਮੈਂ ਵੀ ਰਾਜ਼ੀ ਹਾਂ, ਜੋ ਕਿ ਖੁਦਾ ਦੇ ਖਿਲਾ ਕੇ ਉਹਦੀ ਤਫਸੀਰ ਨਹੀਂ ਕੀਤੀ, ਮੈਂ ਤਰਜਮਾ ਹੀ ਕਰਕੇ ਦੱਸ ਦਿੱਤਾ ਹੈ। ਜੀ ਮੈਂ ਮਾਫੀ ਚਾਹਨਾ, ਮੇਰੀ ਗੱਲ ਬੜੀ ਲੰਬੀ ਹੋ ਗਈ ਤੇ ਤੁਸੀਂ ਸਹੀ ਸਮਝਾ ਰਹੇ ਹੋ ਤੇ ਸਮਝਾਈ ਜਾਓ ਬਿਸमिल्लाह करके। नहीं जी, मैं समझा दी, मेरा काम खत्म। सफर साइड साहब और चाल साहब जी। सैनी साहब आप कुछ कहने लगे, क्या लें? ਨਹੀਂ ਮੈਂ ਨਹੀਂ ਕਹਿਣਾ ਚਾਹੁੰਦਾ, ਮੈਂ ਤੇ ਉਹ ਜਿਹੜੀ ਆਇਤ ਤੇ ਅਸੀਂ ਗੱਲ ਕਰ ਰਹੇ ਮੈਂ ਉਹਦਾ ਜ਼ਿਕਰ ਕੀਤਾ ਹੈ ਕਿ ਅਸੀਂ ਇਸ ਮਜ਼ਮੂਨ ਤੇ ਨਹੀਂ ਨਿਕਲੇ ਕਿ ਆਇਤਾਂ ਗਿਣਨੀਆਂ ਕਿਹਨਾਂ ਕਿਹਨਾਂ 'ਚ ਫਲਾਂ ਲਫ਼ਜ਼ ਆਇਆ, ਉਹਦੀਆਂ ਆਇਤਾਂ ਦੀ ਗਿਣਤੀ 4 ਤੱਕ ਪਹੁੰਚਦੀ ਹੈ, 5 ਤੱਕ ਪਹੁੰਚਦੀ ਹੈ, ਫਿਰ ਚੈਲੰਜ ਕਰ ਦਈਏ ਇੱਕ ਆਇਤ ਹੋਰ ਦਿਖਾਓ ਤੇ ਫਿਰ ਪਤਾ ਲੱਗ ਜਾਵੇ ਕਿੱਥੇ ਤੁਸੀਂ ਪਹੁੰਚਦੇ ਹੋ। ਜੇ ਤੇ ਇਹ ਗਿਣਤੀਆਂ ਕਰਨ ਦੇ ਮੁਕਾਬਲੇ ਨੇ ਤੇ ਲਾਮਾ ਲਾ ਉਹਦੇ 'ਚ ਅਸੀਂ ਆ ਰਹੇ ਹਾਂ, ਸਾਨੂੰ ਉਹ ਸਾਰੀਆਂ ਗਿਣਤੀਆਂ ਤੇ ਨਹੀਂ ਆਉਂਦੀਆਂ। ਅਸੀਂ ਗੱਲ ਕਰ ਰਹੇ ਹਾਂ ਸਿਰਫ ਇੱਕ ਖਾਸ ਮਜ਼ਮੂਨ ਦੀ, ਜਿਹੜੀ ਆਇਤ ਕਰੀਮਾ ਅਸੀਂ 69 ਨੰਬਰ ਪੜ੍ਹੀ ਹੈ, ਉਹਦੇ 'ਚ ਜਿਹੜਾ ਮਜ਼ਮੂਨ ਬਿਆਨ ਹੋਇਆ ਹੈ ਉਹਦੇ ਅੰਦਰ ਰਹਿ ਕੇ ਕਿ ਇਹਨਾਂ ਇਨਾਮਾਤ ਤੋਂ ਕੀ ਮੁਰਾਦ ਹੈ। ਕਿਆ ਅੱਲਾਹ ਤਾਲਾ ਨੇ ਇਸ ਜ਼ਿੰਦਗੀ 'ਚ ਕਿਸੇ ਨੂੰ ਦੇ ਦਿੱਤੇ ਨੇ, ਪਿਛਲੇ 100 ਸਾਲ ਹੀ ਦਿੱਤੇ ਨੇ, ਹੁਣ ਦੇ ਰਿਹਾ ਹੈ, ਅਗਲੇ ਸਾਲ ਦੇਗਾ, ਕਿਸੇ ਬੰਦੇ ਨੇ ਦੱਸਿਆ ਮੈਨੂੰ ਇਨਾਮ ਮਿਲਿਆ ਜਾਂ ਕਿਸੇ ਨੇ ਵੀ ਨਹੀਂ ਦੱਸਿਆ ਕਿ ਮੈਨੂੰ ਮਿਲਿਆ। ਇਸ ਤਰੀਕੇ ਨਾਲ ਅਸੀਂ ਇਸ ਗੱਲ ਨੂੰ ਸਮਝਣਾ ਹੈ ਔਰ ਫਿਰ ਜਿਹੜਾ ਦਾਅਵਾ ਕਰਨਾ ਹੈ ਜੇ ਸਾਨੂੰ ਕੋਈ ਨਹੀਂ ਮਿਲਿਆ ਤੇ ਅਸੀਂ ਇਹਦੇ ਤੇ ਜ਼ੋਰ ਮਾਰੀਏ ਨਹੀਂ ਮਿਲਦੇ ਨੇ, ਬਿਲਕੁਲ ਮਿਲੇ ਨੇ। ਤੇ ਜਿਹੜਾ ਇਹ ਜਦੋਂ ਜ਼ੋਰ ਮਾਰੇਗਾ ਤੇ ਲਾਮਾ ਲਾ ਸੁਣਨ ਵਾਲਾ ਪੁੱਛੇਗਾ ਯਾਰ ਤੂੰ ਕਹਿਣਾ ਪਿਆ ਵੀ ਮਿਲੇ ਨੇ ਤੇ ਕਿਹਨੂੰ ਮਿਲੇ ਨੇ, ਹੈ ਕੋ ਬੰਦਾ, ਤੇ ਉਹ ਉਹਦੇ ਤੇ ਸਾਈਕਲ ਲੈ ਕੇ ਅੱਗੇ ਨਿਕਲ ਜਾਏ। ਇਹ ਜਵਾਬ ਉਹਦਾ ਸਹੀ ਹੋਏਗਾ। ਇਹ ਜਿਹੜੇ ਜਿੰਨਾ ਵੀ ਇਨਾਮ ਹੋਇਆ ਇਹ ਸਾਰਾ ਦੁਨੀਆ ਦਾ ਵਾਕਿਆ ਹੈ। ਇਹ ਦੁਨੀਆ ਵਿੱਚ ਇਨਾਮ ਹੋਣ ਦੇ, ਜਦੋਂ ਤੁਹਾਨੂੰ ਜੰਨਤ ਵਿੱਚ ਚਲੇ ਗਏ ਤੇ ਤੁਹਾਨੂੰ ਕਿਸੇ ਇਨਾਮ ਦੀ ਜ਼ਰੂਰਤ ਕੋਈ ਨਹੀਂ। ਜੰਨਤ ਦਾ ਮਿਲਣਾ ਹੀ ਤੁਹਾਡੇ ਵਾਸਤੇ ਇਨਾਮ ਹੋ ਜਾਏ ਤੇ ਇਹ ਬਾਕੀ ਸਾਰੇ ਜੁਜ਼ਵੀ ਰਹਿ ਜਾਂਦੇ। ਇਹ ਦੁਨੀਆ ਦੀ ਇਨਾਮ ਹੈ, ਦੁਨੀਆ ਦੀ ਇਨਾਮ ਮਿਲਣਾ ਹੈ। ਅਬਦੁਲ ਕਾਦਰ ਚਹਿਲ ਸਾਹਿਬ 1 ਮਿੰਟ ਦਿਓਗੇ? ਜ਼ਰੂਰ ਜੀ। अच्छा, मेहरबानी सर, शुक्रिया। सैनी साहब, मसला है वे कि अब्दुल कादर चहल साहब ने जितनियां आयतां पेश कीतियां ने ना, ਜਿਹੜਾ ਤੁਹਾਡਾ ਸਵਾਲ ਆ ਨਾ, ਉਹਨਾਂ ਵਿੱਚੋਂ ਇੱਕ ਵੀ ਆਇਤ ਜਿਹੜੀ ਉਹਦੇ ਰਿਲੇਟਡ ਨਹੀਂ ਹੈ। ਮੈਂ ਉਹੀ ਅਰਜ਼ ਕਰ ਰਿਹਾ, ਮੈਂ ਉਹਦੇ ਨਾਲ ਕੋਈ ਤਾਲੁਕ ਤੁਸੀਂ ਜਿਹੜਾ ਸਵਾਲ ਕੀਤਾ ਹੈ ਬਜਾਏ ਇਸ ਦੇ ਕਿ ਉਹਨੂੰ ਸਮਝਣ ਜਾਂ ਉਹ ਪੁੱਛਣ ਕਿ ਸੈਣੀ ਸਾਹਿਬ ਮੈਨੂੰ ਸਮਝ ਨਹੀਂ ਆਈ, ਤੁਸੀਂ ਸਵਾਲ ਕੀ ਕੀਤਾ ਉਹ ਦੱਸ ਦਿਓ। ਉਹ ਭੱਜੋਗੇ ਨੇ ਜਿੱਥੇ ਜਿੱਥੇ ਲਫ਼ਜ਼ ਦਾ ਇਸਤੇਮਾਲ ਹੋਇਆ ਨਾ ਤੇ ਉਹ ਉੱਥੇ ਭੱਜੋਗੇ ਨੇ ਢੂੰਡ ਕੇ ਤੇ ਕੋਈ ਚੈਲੰਜ ਕਰ ਰਹੇ ਨੇ ਕਿ ਮੈਨੂੰ ਜਿਹੜਾ ਇਹ ਦੱਸੋ ਕਿ ਕਿੱਥੇ ਲਿਖਿਆ ਹੈ। ਤੇ ਤੁਸੀਂ ਤੁਹਾਡਾ ਸਿੰਪਲ ਜਿਹਾ ਸਵਾਲ ਹੈ ਕਿ ਆ ਜਿਹੜੀ ਆਇਤ ਹੈ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਇਨਾਮ, ਤੇ ਇਹਨਾਂ 'ਚ ਕੋਈ ਇੱਕ ਬੰਦਾ ਜਿਹੜਾ ਉਹ ਦੱਸ ਦਿਓ ਕਿ ਫਲਾਣਾ ਬੰਦਾ ਉਹਨੂੰ ਇਨਾਮ ਲੱਭੇ ਨੇ, ਫਲਾਣਾ ਜਿਹੜਾ ਇਸ ਇਨਾਮ ਦਿੱਤਾ ਹੈ, ਸਾਜ ਦਿੱਤਾ ਹੈ, ਨਬੀ ਬਣਿਆ, ਫਲਾਣਾ ਸਾਜ ਦਿੱਤਾ ਹੈ, ਸਦੀਕ ਬਣਿਆ, ਉਹਨੇ ਕਿਹਾ ਕਿ ਮੈਨੂੰ ਅੱਲਾ ਨੇ ਬਣਾਇਆ ਹੈ, ਮੈਨੂੰ ਸਾਲੇ ਬਣਾਇਆ, ਮੈਨੂੰ ਸ਼ਹੀਦ ਬਣਾਇਆ। ਸਿੰਪਲ ਜੀ ਗੱਲ ਹੈ। ਅਗਰ ਐਸਾ ਮਿਲ ਜਾਏ ਤੇ ਅਸੀਂ ਕਹਾਂਗੇ ਕਿ ਸਾਨੂੰ ਬੰਦਾ ਮਿਲ ਗਿਆ, ਅਗਰ ਨਾ ਮਿਲੇ ਤੇ ਅਸੀਂ ਕਹਾਂਗੇ ਸਾਨੂੰ ਨਹੀਂ ਮਿਲਿਆ। ਨਹੀਂ ਮਿਲਿਆ, ਸਾਡਾ ਕਿਸੇ ਦੇ ਉੱਤੇ ਕੋਈ ਨੌਰਾ ਤੇ ਨਹੀਂ ਹੈ। ਅਸੀਂ ਇਹ ਨਹੀਂ ਕਹਿ ਰਹੇ ਜ਼ਬਰਦਸਤੀ ਵੀ ਤੁਸੀਂ ਆਪਣੇ ਕੋਲੋਂ ਬਣਾ ਕੇ ਸਾਨੂੰ ਦੱਸੋ।
ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜਾ ਦਾਵਾ ਕਰਦਾ ਹੈ ਇਸ ਗੱਲ ਤੇ ਜ਼ੋਰ ਮਾਰਦਾ ਹੈ ਕਿ ਇਹ ਇਨਾਮ ਅੱਲਾਹ ਤਾਲਾ ਨੇ 4 ਵਾਅਦਾ ਕੀਤਾ ਹੈ ਤੇ ਇਸੇ ਦੁਨੀਆ 'ਚ ਉਹਨੇ ਦੇਣੇ ਨੇ, ਤੇ ਲਾਮਾ ਅੱਲਾਹ ਰਸੂਲਾਂ ਤੇ ਆਇਤ ਉਤਰੀ ਹੈ, ਰਸੂਲਾਂ ਦੇ ਬਾਅਦ ਅੱਜ ਤੱਕ ਕਿਸੇ ਨੂੰ ਮਿਲੇ ਨੇ ਤੇ ਪਤਾ ਨਹੀਂ, ਜੇ ਮਿਲੇ ਨੇ ਤੇ ਲਾਮਾ ਅੱਲਾਹ ਉਹਦਾ ਪਤਾ ਹੋਏਗਾ, ਕੋਈ ਨਾ ਕੋਈ ਦੱਸੇਗਾ ਫਲਾਂ ਨੂੰ ਮਿਲੇ ਨੇ, ਤੇ ਜੇ ਨਹੀਂ ਪਤਾ ਤੇ ਅਸੀਂ ਕਹਾਂਗੇ ਸਾਨੂੰ ਨਹੀਂ ਪਤਾ ਕਿਸੇ ਨੂੰ ਮਿਲੇ ਨੇ ਕਿ ਨਹੀਂ, ਫਿਰ ਅਸੀਂ ਇਹ ਨਹੀਂ ਕਹਿ ਸਕਦੇ ਵੀ ਜ਼ਰੂਰ ਮਿਲੇ ਨੇ, ਫਿਰ ਕਹਾਂਗੇ ਅਸਲੀ ਸਾਨੂੰ ਇਹਨਾਂ ਇਨਾਮਾਤ ਦੇ ਮਿਲਣ ਦੇ ਮੁਤਲਕ ਇਲਮ ਨਹੀਂ, ਪਤਾ ਨਹੀਂ ਅੱਲਾਹ ਤਾਲਾ ਕਦੋਂ ਦੇਗਾ, ਕਿੱਥੇ ਦੇਗਾ। ਸੈਂਸ ਸਾਹਿਬ ਇਹਦੇ 'ਚ 2 ਗੱਲਾਂ ਨੇ। ਜਾ ਪਹਿਲੇ ਨੰਬਰ ਤੇ ਗੱਲ ਇਹ ਵੇ ਕਿ ਜੇ ਇਹ ਆਇਤ ਨਾਜ਼ਲ ਹੋਈ ਹੈ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੇ, ਜਾ ਤੇ ਉਹਨਾਂ ਦੇ ਦੌਰ ਦੇ ਵਿੱਚ ਉਹਨਾਂ ਦੀ ਜਿਹੜੀ ਜਮਾਤ ਗੁਜ਼ਰੀ ਹੈ, ਅੱਲਾਹ ਤਾਲਾ ਨੇ ਉਹਦੇ ਬਾਰੇ ਫਰਮਾਇਆ ਹੈ ਕਿ ਮੈਂ ਇਹਨਾਂ ਤੋਂ ਰਾਜ਼ੀ ਹੋ ਗਿਆ, ਮੇਰੇ ਤੋਂ ਰਾਜ਼ੀ ਹੋ ਗਿਆ। ਜਾ ਫਿਰ ਇੱਕ ਜਗ੍ਹਾ ਤੇ ਫਰਮਾਇਆ ਗਿਆ ਜਿਹੜੀ ਤੇਰੀ ਬੈਤ ਕਰ ਰਹੇ ਦਰਖਤ ਦੇ ਥੱਲੇ ਮੈਂ ਦਿਲ ਟਟੋਲ ਕੇ ਵੇਖ ਲੈਨੇ ਕਿ ਜਿਹੜੇ ਇਮਾਨ ਦੇ ਪੱਕੇ ਨੇ ਜਾਂ ਕਿਹੜੇ, ਉਹਨਾਂ ਦੇ ਬਾਰੇ ਵੀ ਆ ਗਿਆ। ਤੇ ਸੈਂਸ ਸਾਹਿਬ ਜਿਨ੍ਹਾਂ ਦੇ ਬਾਰੇ ਸਨਦ ਆ ਗਈ ਕਿ ਮੈਂ ਇਹਨਾਂ ਤੋਂ ਰਾਜ਼ੀ ਹੋ ਗਿਆ, ਉਹ ਮੇਰੇ ਤੋਂ ਰਾਜ਼ੀ ਹੋ ਗਏ, ਕਿਆ ਉਹਨਾਂ ਅੱਲਾਹ ਤਾਲਾ ਦੇ ਰਸੂਲ ਦੀ ਇਤਾਅਤ ਕੀਤੀ ਤੇ ਹੋਏ ਜਾਂ ਐਵੇਂ ਹੋ ਗਏ? ਅੱਲਾਹ ਲਾਮਾ ਅੱਲਾਹ ਉਹਦੇ 'ਚ 2 ਹੀ ਗੱਲਾਂ ਨੇ, ਇਹ ਬੜੀ ਅੱਛੀ ਤੁਸੀਂ ਮਿਸਾਲਾਂ ਤੋਂ ਹੀ ਲੈ ਕੇ ਆਏ ਹੋ। ਇੱਕ ਇਹ ਹੈ ਕਿ ਇੱਕ ਗਰੁੱਪ ਹੈ ਜਿਹਦੇ ਮੁਤਲਕ ਫਰਮਾਇਆ ਰਜ਼ੀ ਅੱਲਾਹੁ ਅਨਹੁਮ व रज़ू अनहु। ਇਹ ਅੱਲਾਹ ਤਾਲਾ ਦੇ ਇਲਮ, ਉਹਨੇ ਨਾਂ ਸਾਨੂੰ ਨਹੀਂ ਦੱਸੇ ਲੇਕਿਨ ਉਹਦੇ ਇਲਮ ਵਿੱਚ ਨੇ ਕੁਝ ਬੰਦੇ ਜਿਨ੍ਹਾਂ ਨੂੰ ਉਹਨੇ ਅਤਾ ਕੀਤਾ ਹੈ। ਬਿਲਕੁਲ। ਤੇ ਦੂਸਰੀ ਜਗ੍ਹਾ ਫਰਮਾਇਆ ਕਿ ਮਿਨਹੁਮ ਮਨ ਕਜ਼ਾ ਨਹਬਹੁ व मिनहुम मन यंतज़िर। ਕੁਝ ਲੋਕ ਐਸੇ ਨੇ ਜਿਨ੍ਹਾਂ ਨੇ ਆਪਣੇ ਵਾਅਦੇ ਪੂਰੇ ਕਰ ਦਿੱਤੇ ਨੇ ਇਤਾਅਤ ਵਾਲੇ, ਤੇ ਕੋਈ ਇੰਤਜ਼ਾਰ ਵਿੱਚ ਨੇ। ਤੇ ਤੀਸਰੀ ਜਗ੍ਹਾ ਫਰਮਾਇਆ ਕਿ या अय्युहा नफ्सुल मुतमइन्ना तुरजी इला रब्बिक राज़ियतन मर्ज़िया फदखुली फी इबादी वदखुली फी जन्नती। ਉਹ ਜਿਹੜਾ ਜਾਣ ਵਾਲਾ ਬੰਦਾ ਹੈ ਇਹ ਅੱਲਾਹ ਦੇ ਤੇ ਉਹਦੇ ਦਰਮਿਆਨ ਹੈ, ਉਹ ਉਹਦੇ ਨਾਲ ਰਾਜ਼ੀ ਹੋਏਗਾ ਤੇ ਉਹ ਉਹਨਾਂ ਬੰਦਿਆਂ ਨਾਲ ਮਿਲਾਏਗਾ ਜਾਂ ਉਹਨੂੰ ਇਨਾਮ ਦੇਗਾ, ਜੋ ਕੁਝ ਕਰੇਗਾ ਉਹਨਾਂ ਦੇ ਵਿੱਚ ਹੈ। ਸਾਨੂੰ ਇਹਦਾ ਇਲਮ ਨਹੀਂ। ਇਹ ਜਿਹੜਾ ਅਸੀਂ ਲਫ਼ਜ਼ ਇਸਤੇਮਾਲ ਕਰਨੀ ਹੈ ਸ਼ਹੀਦ ਦਾ, ਲੋਕਾਂ ਦੇ ਜਿਹੜੇ ਬੰਦੇ ਕਿਤੇ ਕਤਲ ਹੋ ਜਾਂਦੇ ਨੇ, ਕੋਈ ਡੁੱਬ ਜਾਂਦੇ ਨੇ, ਉਹਨਾਂ ਵਾਸਤੇ ਅਸੀਂ ਲਫ਼ਜ਼ ਆਪਣੀ ਤਰਫੋਂ ਉਹਨਾਂ ਨੂੰ ਇੱਕ ਖੁਸ਼ नेक शगुन दे तौर साडा ज़न शो करने हैं ना, अपना ज़न शो करने हैं, खाओ कितना ही बड़ा मर्तबे दा आदमी साडे नजदीक होवे, लेकिन ओदे मुतलक सानू अल्लाह ताला ने ते कोई नहीं दस्या वे इस बंदे नू मैं शहीद बनाया। बिल्कुल उस बंदे नू असी शहीद कहने आ। सैनी साहब मैं दी मिसाल देना कि नबी पाक सल्लल्लाहु अलैहि वसल्लम दे दौर दे विच नबी पाक सल्लल्लाहु अलैहि वसल्लम दे एक गुलाम, कई रवायतां चाहंदा कि नबी पाक सल्लल्लाहु अलैहि वसल्लम दे गुलाम ते कियां चाहंदा कि हज़रत उमर दे गुलाम। ਉਹ ਜਿਸ ਟਾਈਮ ਜੰਗ ਤੋਂ ਬਾਅਦ ਨਬੀ ਪਾਕ ਸਾਹਬਾਂ ਨੂੰ ਇਕੱਠਾ ਫਰਮਾਉਂਦੇ ਤੇ ਪੁੱਛਿਆ ਕਿ ਉਹ ਕਿੱਥੇ ਬੰਦਾ, ਤੇ ਉਹ ਢੂੰਡਿਆ ਜਿਸ ਟਾਈਮ ਤੇ ਉਹਦੀ ਲਾਸ਼ ਲੱਭੀ ਤੇ ਫਰਮਾਇਆ ਕਿ ਉਹ ਸ਼ਹੀਦ, ਕੋਈ ਪਿੱਛੇ ਸਾਹਬੀ ਖਲੋਤੇ ਤੇ ਉਹਨੇ ਕਿਹਾ ਸ਼ਹੀਦ ਹੋ ਗਏ, ਹੁਣ ਸਿੱਧੇ ਜੰਨਤ ਵਿੱਚ ਨੇ। ਤੇ ਅੱਲਾਹ ਦੇ ਨਬੀ ਨੇ ਫਰਮਾਇਆ ਕਿ ਨਹੀਂ। ਹੁਣ ਉਹ ਸਾਹਬੀ ਉਹ ਕਹਿ ਰਹੇ ਨੇ ਕਿ ਸ਼ਹੀਦ ਹੈ, ਅੱਲਾਹ ਦੇ ਨਬੀ ਦੇ ਸਾਹਮਣੇ ਕਹਿ ਰਹੇ ਨੇ ਉਹ ਬੰਦਾ ਅੱਲਾਹ ਦੀ ਰਾਹ ਵਿੱਚ ਸ਼ਹੀਦ ਵੀ ਹੋਇਆ। फरमाया कि इन्हें मालिक निमत कोई चादर जेड़ी है वो चोरी की थी, अल्लाह ताला ने वो अग दी बना के उत्ते लपेट दी। ये हुण फैसला कौन कर रहा है? अल्लाह। बाजारी तौर ते बंदा ते शहीद हो रहा है, लेकिन फैसला कौन कर रहा है? अल्लाह अपने नबी नूं दस रहा है कि नहीं, जिन्हों तुसीं शहीद समझ रहे हो उन्हें है कि कहंदे ने काम कीता, ओहदी वजह ते मैं उहनूं अज़ाब दे रहा। ते इह साडे लोकां दा ज़रफ है, असीं कहने आ ना कि फलाना शहीद है, हुण भट्टो नूं कहंदे ने शहीद, जमाते वाली जमाते अहमदिया कहंदी है कि नहीं वो जिहड़ा वो जिल्लत दी मौत मरे। असीं ज़ियाउल हक नूं कहने शहीद, जमाते अहमदिया कहंदी है जिल्लत दी मौत मरे। ਇਹਦਾ ਫੈਸਲਾ ਕਿਹਨੇ ਕਰਨਾ? ਇਹਦਾ ਫੈਸਲਾ ਕਰੇਗਾ ਅੱਲਾਹ ਤਾਲਾ ਰੋਜ਼ੇ ਮਹਿਸ਼ਰ ਕਿ ਕਿਹੜਾ ਹਾਲਸਨ ਉਹਦੀ ਰਾਹ ਵਿੱਚ ਸ਼ਹੀਦ ਹੋਇਆ, ਕਿਹੜਾ ਬੰਦਾ ਜਿਹੜਾ ਰੱਬ ਦੀ ਰਜ਼ਾ ਵਾਸਤੇ ਸ਼ਹੀਦ ਹੋਇਆ, ਕਿਹੜਾ ਬੰਦਾ ਦੁਨੀਆ ਦਿਖਾਵੇ ਵਿੱਚ ਹੋਇਆ, ਕਿ ਬੰਦੇ ਦੇ ਅੰਦਰ ਰਹਾ ਕਿ ਉਹ ਲੋਕਾਂ ਤੋਂ ਛੁਪਾਉਂਦਾ। ਇਹ ਤਾਂ ਅੱਲਾਹ ਜਾਣਦਾ ਨਾ ਬਿਹਤਰ। ਤੇ ਇਸ ਲਿਹਾਜ਼ ਨਾਲ ਇਹ ਜਿਹੜੀ ਇਹ ਸਵਾਲ ਸਿਰਫ ਉਹਨਾਂ ਨਾਲ ਹੈ ਜਿਹੜੇ ਇਸ ਗੱਲ ਤੇ ਮਜਬੂਰ ਕਰਦੇ ਨੇ ਕਿ ਨਹੀਂ ਜੀ ਨਹੀਂ ਇੱਥੇ ਹੀ ਦੇਣੇ ਨੇ ਤੇ ਇੱਥੇ ਹੀ ਦੇ ਦਿੱਤੇ ਨੇ, ਤੇ ਜਿਹੜੇ ਇੱਥੇ ਦੇ ਦਿੱਤੇ ਨੇ ਜਾਂ ਅਗਰ ਉਹਦਾ ਸਾਨੂੰ ਪਤਾ ਨਹੀਂ ਤੇ ਸਾਨੂੰ ਕੀ ਪਤਾ ਵਕੀਲ ਨੇ ਦਿੱਤੇ ने कि नहीं ਦਿੱਤੇ, ਸਾਡੇ ਨਜ਼ਦੀਕ तो कोई नहीं पता। साहब अभी जो डिस्कशन हुई है इसमें ये तो पता लग गया कि कुछ ग्रोह के लोग यहाँ पे जैसे मेंशन कर दिया गया कि ये लोग जो हैं ये सादक भी थे, साले भी थे, वो बता दिया गया, ठीक है? नहीं कोई नहीं दसिया गया। अभी ਸਾਨੂੰ नहीं दसिया। ਇਹ ਗੱਲ ਅੱਲਾਹ ਤਾਲਾ ਦੇ ਤੇ ਬੰਦਿਆਂ ਦੇ ਦਰਮਿਆਨ ਹੈ। ਉਹ ਅਸੀਂ ਜਿਨ੍ਹਾਂ ਗੁਰੂਆਂ ਦਾ ਜ਼ਿਕਰ ਕੀਤਾ ਹੈ ਉਹ ਲੋਕ ਫੌਤ ਹੋ ਗਏ ਨੇ, ਰਜ਼ੀ ਅੱਲਾਹੁ ਅਨਹੁਮ व रज़ू अनहु।
ਇਹ ਉਹ ਲੋਕ ਨੇ ਜਿਨ੍ਹਾਂ ਨਾਲ ਸਹਾਬਾ ਦੇ ਨਾਲ ਅੱਲਾਹ ਤਾਲਾ ਰਾਜ਼ੀ ਹੋ ਗਿਆ। ਮਿਨਹੁਮ ਮਨ ਕਜ਼ਾ ਨਹਬਹੁ व ਮਿਨਹੁਮ ਮਨ ਯੰਤਜ਼ਿਰ, ਵੀ ਸਹਾਬਾ ਦੇ ਮੁਤਲਕ ਹੈ ਕਿ ਉਹਨਾਂ ਨੇ ਉਹ ਕਾਰਨਾਮੇ ਸਰ ਅੰਜਾਮ ਦਿੱਤੇ ਨੇ ਔਰ ਬਾਕੀ ਇੰਤਜ਼ਾਰ ਵਿੱਚ ਨੇ। ਦੂਸਰਾ ਉਹ ਨਫਸੇ ਮੁਤਮਇਨਾ ਹੈ ਜਿਹੜਾ ਅੱਲਾਹ ਤਾਲਾ ਦੇ ਹਜ਼ੂਰ ਹਾਜ਼ਰ ਹੁੰਦਾ ਹੈ। ਸਾਰੇ ਅਗਲੇ ਜਹਾਨ ਦੇ ਵਿੱਚ ਅੱਲਾਹ ਤਾਲਾ ਦੀ ਜਜ਼ਾ ਸਜ਼ਾ ਦੇ ਮੁਸਤਹਿਕ ਨੇ। ਇਸ ਜ਼ਮਾਨੇ 'ਚ ਅੱਲਾਹ ਤਾਲਾ ਕਿਸੇ ਨੂੰ ਅਗਰ ਕੋਈ ਇਨਾਮ ਇਸ ਦੁਨੀਆ 'ਚ ਦਿੰਦਾ ਹੈ, ਉਹਨੂੰ ਵਲੀ ਕਹਿੰਦਾ ਹੈ, ਉਹਨੂੰ ਗੌਸ ਕਹਿੰਦਾ ਹੈ, ਉਹਨੂੰ ਕੁਤਬ ਕਹਿੰਦਾ ਹੈ, ਉਹਨੂੰ ਸਾਲਿਹ ਕਹਿੰਦਾ ਹੈ, ਉਹਨੂੰ ਸਦੀਕ ਕਹਿੰਦਾ ਹੈ, ਉਹਨੂੰ ਸ਼ਹੀਦ ਕਹਿੰਦਾ ਹੈ। ਤੇ ਜੇ ਉਹਨੂੰ ਕਹਿੰਦਾ ਤੇ ਉਹ ਜ਼ਰੂਰ ਦੱਸੇਗਾ ਵੀ ਮੈਨੂੰ ਇਹ ਕਿਹਾ। यानी भाई आपकी जो बात है ना, ये इस तरीके से थोड़ी सी अनवैलिड लगती है हम्म, कि जो बंदे जन्नत में चले जाएंगे हम्म। उस वक्त तो ऑटोमेटिकली रफाकत मिल जानी है, क्योंकि वो भी वहाँ पे भी हैं, वो भी वहाँ पे हैं। ਮੇਰੀ ਗੱਲ ਤੇ ਮੈਂ ਤੁਹਾਨੂੰ ਕਤਨ ਨਹੀਂ ਕਹਿ ਰਿਹਾ ਕਿ ਤੁਸੀਂ ਇਹਨੂੰ ਮੰਨੋ। ਮੈਂ ਸਿਰਫ ਇਹ ਕਹਿ ਰਿਹਾ ਕਿ ਇਸ ਦੁਨੀਆ 'ਚ ਜਿਹੜੇ ਲੋਕ ਕਹਿੰਦੇ ਨੇ ਕਿ ਉਹਨਾਂ ਨੂੰ ਮਿਲੇ ਨੇ, ਅਗਰ ਕਿਸੇ ਨੂੰ ਇਸ ਗੱਲ ਦਾ ਪਤਾ ਹੈ ਤਾਂ ਦੱਸੋ ਕਿਹਨੂੰ ਮਿਲੇ ਨੇ। ਇਤਨੀ ਗੱਲ ਕਹਿ, ਮੈਂ ਨਹੀਂ ਅੱਛਾ ਕਹਿ ਰਿਹਾ ਜੀ। ਕਿ ਤੁਸੀਂ ਮੇਰੀ ਗੱਲ ਮੰਨੋ। ਇਹ ਹੁਸੈਨੀ ਸਾਹਿਬ ਬਾਤ ਤੁਹਾਡੀ ਸਹੀ ਹੈ, ਮੈਨੂੰ ਸਮਝ ਆ ਗਈ ਜੋ ਤੁਸੀਂ ਕਹਿੰਦੇ ਹੋ। ਤੁਸੀਂ ਜਦੋਂ ਕਿਹਾ ਸੀ ਨਾ ਕਿ ਉਹ ਬੰਦੇ ਦੱਸੋ ਜਿਨ੍ਹਾਂ ਦੇ ਅੱਲਾਹ ਤਾਲਾ ਦੇ ਇਨਾਮ ਹੋਇਆ, ਤੇ ਮੈਂ ਕੁਰਾਨ ਦੇ ਵਿੱਚ ਉਹ ਵੀ ਦੱਸ ਸਕਦਾ ਜੇਕਰ ਕੁਰਾਨ ਨੇ ਦੱਸਿਆ ਜਿਨ੍ਹਾਂ ਦੇ ਇਨਾਮ ਹੋਇਆ। ਹੁਣ ਆ ਜਿਹੜੀ ਆਪਣੇ ਮੁਹਤਰਮ ਨੇ ਉਹਨਾਂ ਨੇ ਜਦੋਂ ਵਾਜ਼ੇ ਕੀਤਾ ਹੈ ਤੇ ਤੁਸੀਂ ਕਿਹਾ ਤੁਸੀਂ ਉਹ ਚਾਹੁੰਦੇ ਹੋ ਕਿ ਕੁਰਾਨ ਤੋਂ ਬਾਅਦ ਜਿਹੜੇ ਦੇ ਇਨਾਮ ਹੋਇਆ ਉਹ ਦੱਸੋ। ਉਹ ਮੈਂ ਤੇ ਕੁਰਾਨ ਦੇ ਵਿੱਚ ਉਹਦੇ ਤੇ ਨਾ ਮੇਰੇ ਕੋਲ ਅਸੀਂ ਪਾਰਟਿਕੂਲਰਲੀ ਇਸ ਆਇਤ ਦੇ ਮਜ਼ਮੂਨ ਦਾ ਮਾਮਲਾ ਅਹਿਮਦੀਆਂ ਔਰ ਗੈਰ ਅਹਿਮਦੀਆਂ ਦੇ ਦਰਮਿਆਨ ਚੱਲਦਾ ਹੈ। ਅਹਿਮਦੀ ਇਹਦੇ ਵਿੱਚੋਂ ਨਬੂਵਤ ਨੂੰ ਜਾਰੀ ਕਰਦੇ ਨੇ। ਉਹ ਕਹਿੰਦੇ ਨੇ ਅੱਲਾਹ ਤਾਲਾ ਨੇ 4 ਇਨਾਮ ਦੇਣ ਦਾ ਵਾਅਦਾ ਕੀਤੇ ਹੈ। ਉਹਦੇ ਚੋਂ ਪਹਿਲਾ ਇਨਾਮ ਨਬੂਵਤ ਦਾ ਹੈ, ਦੂਸਰਾ ਇਨਾਮ ਸਿੱਦੀਕੀਅਤ ਦਾ ਹੈ, ਤੀਸਰਾ ਸ਼ਹਾਦਤ ਦਾ ਹੈ, ਚੌਥਾ ਸਾਲੀਦ ਦਾ ਹੈ। 4 ਦਰਜੇ ਨੇ, 4 ਮਨਸਬ ਨੇ ਜਿਹੜਾ ਅੱਲਾਹ ਤਾਲਾ ਅਤਾ ਫਰਮਾਉਂਦਾ ਹੈ। ਅਗਰ ਇਹ ਗੱਲ ਜਿਸ ਤਰ੍ਹਾਂ ਅਹਿਮਦੀ ਪੇਸ਼ ਕਰਦੇ ਨੇ, ਉਹਨਾਂ ਨੂੰ ਫਿਰ ਇਹ ਪੁੱਛੀਦਾ ਹੈ ਕਿ ਜੇ ਅੱਲਾਹ ਤਾਲਾ ਦਾ ਇਹ ਵਾਅਦਾ ਹੈ ਤੇ ਉਹਨੇ ਵਾਅਦਾ ਪੂਰਾ ਕੀਤਾ ਹੋਣਾ ਫਿਰ ਇੱਥੇ, ਤੇ ਅਗਰ ਕੀਤਾ ਤਾਂ ਦੱਸੋ ਕਿ ਕਿਹੜਾ ਬੰਦਾ ਉਹ। ਹੁਣ ਮੈਨੂੰ ਸਮਝ ਆਈ ਕਿ ਤੁਸੀਂ ਕਹਿੰਦੇ ਹੋ ਮੌਜੂਦਾ ਹਾਲ ਤੋਂ ਬਾਅਦ ਮਿਰਜ਼ਾ ਸਾਹਿਬ ਦੇ ਵਫਾਤ ਤੋਂ ਬਾਅਦ ਅਗਰ ਕੋਈ ਬੰਦਾ ਹੈ ਵੇ ਤੁਹਾਡੇ ਕੋਲ ਤੇ ਤੁਸੀਂ ਨਹੀਂ ਸਾਨੂੰ ਨਹੀਂ ਨਹੀਂ ਨਹੀਂ, ਤੁਸੀਂ ਉੱਥੇ ਤੁਹਾਡੇ ਪਾਸੇ ਗਰਮੀ ਵੀ ਹੈ ਔਰ ਸਰਦੀ ਵੀ ਰਹੀ ਹੈ, ਇਸ ਕਰਕੇ ਤੁਸੀਂ ਸਾਡੇ ਮਜ਼ਮੂਨ ਤੋਂ ਕਾਫੀ ਦੂਰ ਹੋ। ਤੇ ਦੁਬਾਰਾ ਸੁਣ ਲਓ, ਅਸੀਂ ਇਹਨਾਂ ਵਿੱਚੋਂ ਕੋਈ ਗੱਲ ਵੀ ਨਹੀਂ ਕਰ, ਅਸੀਂ ਕੁਝ ਹੋਰ ਗੱਲ ਕਰ ਰਹੇ ਹਾਂ। ਉਸ ਅਪਡੇਟ ਸੁਣ ਲਓ। ਅਸੀਂ ਆਇਤ ਨੰਬਰ 69 ਦੇ ਉੱਤੇ ਜ਼ਿਕਰ ਕਰ ਰਹੇ ਹਾਂ ਤੇ ਅਸੀਂ ਆਇਤ 69 ਤੋਂ ਬਾਹਰ ਕਿਧਰੇ ਨਹੀਂ ਜਾਣਾ, ਅਸਾਂ ਉਹਦੇ ਅੰਦਰ ਹੀ ਰਹਿਣਾ। ਤੇ ਅਸੀਂ ਉਹਦੇ 'ਚ ਦਿੱਤੇ ਗਏ ਇਨਾਮਾਂ ਦਾ ਜਿਹੜਾ ਜ਼ਿਕਰ ਹੈ ਕਿ ਅੱਲਾਹ ਤਾਲਾ ਇਹ 4 ਇਨਾਮ ਦੇਗਾ, ਉਹਨਾਂ ਦੇ ਨਾਂ ਦੱਸੇ ਨੇ ਅੱਲਾਹ ਤਾਲਾ ਨੇ। ਪਹਿਲਾ ਇਨਾਮ ਨਬੂਵਤ ਦਾ ਇਨਾਮ ਅਤਾ ਕਰੇਗਾ, ਦੂਸਰਾ ਇਨਾਮ ਸਿੱਦੀਕੀਅਤ ਦਾ ਇਨਾਮ ਅਤਾ ਕਰੇਗਾ, ਤੀਸਰਾ ਇਨਾਮ ਸ਼ਹਾਦਤ ਦਾ ਇਨਾਮ ਅਤਾ ਕਰੇਗਾ, ਚੌਥਾ ਇਨਾਮ ਸਾਲਿਹੀਅਤ ਦਾ ਇਨਾਮ ਅਤਾ ਕਰੇਗਾ। ਇਹ ਅੱਲਾਹ ਤਾਲਾ ਨੇ, ਇਹ ਤਾਂ ਸਾਨੂੰ ਯਕੀਨ ਹੈ ਕਿ ਅੱਲਾਹ ਤਾਲਾ ਨੇ ਜਦੋਂ ਫਰਮਾਇਆ ਤੇ ਅਤਾ ਕਰੇਗਾ, ਲੇਕਿਨ ਹਲੇ ਤੱਕ ਸਾਡੇ ਇਲਮ ਵਿੱਚ ਕੋਈ ਨਹੀਂ। ਜਦੋਂ ਦੀ ਆਇਤ ਆਈ ਹੈ ਕਿ ਇਸ ਜ਼ਮਾਨੇ 'ਚ ਕੋਈ ਬੰਦਾ ਉੱਠ ਕੇ ਕਹੇ ਕਿ ਮੈਨੂੰ ਇਹ ਇਨਾਮ ਮਿਲਿਆ, ਤੇ ਇਹਦਾ ਮਤਲਬ ਇਹੋ ਹੀ ਲੱਗਦਾ ਹੈ ਕਿ ਅੱਲਾਹ ਤਾਲਾ ਅਸਲ 'ਚ ਇਹਦੇ ਜਿਹੜੇ ਸੱਚੇ ਮਾਨੇ ਨੇ ਉਹ ਇਹ ਨੇ ਕਿ ਇਹਨਾਂ ਇਤਾਅਤ ਕਰਨ ਵਾਲੇ ਲੋਕਾਂ ਨੂੰ ਅੱਲਾਹ ਤਾਲਾ ਉਸ ਮੁਨਮਲਾ ਗਰੋਹ ਨਾਲ ਜਾ ਕੇ ਮਿਲਾਏਗਾ ਜਿਨ੍ਹਾਂ ਤੇ ਅੱਲਾਹ ਤਾਲਾ ਨੇ ਇਨਾਮ ਕੀਤੇ ਨੇ। ਉਹ ਅੱਲਾਹ ਤਾਲਾ ਦੇ ਇਲਮ ਵਿੱਚ ਨੇ ਕਿ ਕਿਹਨਾਂ ਤੇ ਇਨਾਮ ਕੀਤੇ। ਉਹਨਾਂ ਦਾ ਆਪਸ ਵਿੱਚ ਮੁਲਾਕਾਤ ਕਰਾਉਣਾ ਉਹਨਾਂ ਦਾ ਇੱਕ ਇਜ਼ਾਜ਼ ਹੈ, ਉਹਨਾਂ ਨੂੰ ਇੱਜ਼ਤ ਦੇਣ ਦਾ ਇੱਕ ਤਰੀਕਾ ਹੈ। ਇਸ ਤੋਂ ਸਿਵਾ ਹੋਰ ਕੋਈ ਗੱਲ ਇਹਦੇ 'ਚ ਨਹੀਂ। ਲੇਕਿਨ ਇਹ ਗੱਲ ਦਰੁਸਤ ਨਹੀਂ ਹੈ। ਨਬੀਆਂ ਦੇ ਇਨਾਮ ਮਿਲੇ ਨੇ ਜੀ। ਹਜ਼ਰਤ ਮਸੀਹ ਮੌਦ अलैहिस्सलाम ਨੇ ਫਰਮਾਇਆ ਕਿ ਨਬੀਆਂ ਦੇ ਇਨਾਮ ਮਿਲੇ ਨੇ, ਮੈਨੂੰ ਵੀ ਮਿਲਿਆ। ਇਸ ਤੋਂ ਪਹਿਲੇ ਮੇਰੇ 12 ਲੋਕੀ ਐਸੇ ਗੁਜ਼ਰ ਚੁੱਕੇ ਨੇ ਜਿਨ੍ਹਾਂ ਨੂੰ ਇਹ ਇਨਾਮ ਮਿਲਿਆ, ਔਰ ਇਹ ਕਿਆਮਤ ਤੱਕ ਸਿਲਸਿਲਾ ਜਾਰੀ ਰਹੇਗਾ, ਜਿਹਨੂੰ ਉਹ ਜ਼ਿਲੀ ਨਬੂਵਤ ਕਹਿੰਦੇ ਨੇ। ਜ਼ਿਲੀ ਨਬੂਵਤ ਦਾ ਸਿਲਸਿਲਾ ਕਿਆਮਤ ਤੱਕ ਜਾਰੀ ਹੈ। ਇਸ ਆਇਤ ਵਿੱਚ ਜ਼ਿਲੀ ਨਬੂਵਤ ਦਾ ਜ਼ਿਕਰ ਨਹੀਂ ਹੈ। ਇਸ ਆਇਤ ਵਿੱਚ ਰਫਾਕਤ ਹੈ ਇਹਨਾਂ ਲੋਕਾਂ ਦੀ, ਇਹਦੇ 'ਚ ਕਿਸੇ ਜ਼ਿਲੀ ਨਬੂਵਤ ਦਾ ਕੋਈ ਜ਼ਿਕਰ ਨਹੀਂ। ਇਹਦੇ 'ਚ ਅਗਰ ਤੁਸੀਂ ਰਫਾਕਤ ਮੁਰਾਦ ਲੋਗੇ ਤਾਂ ਇਹਦਾ ਮਤਲਬ ਹੈ ਕਿ ਉਮਤ ਨੂੰ ਕੋਈ ਇਨਾਮ ਨਹੀਂ ਮਿਲੇਗਾ। ਪਹਿਲੇ ਲੋਕੀ ਜਿਹੜੇ ਇਨਾਮ ਯਾਫਤਾ ਨੇ ਉਹਨਾਂ ਦਾ ਸਾਥ ਮਿਲ ਜਾਏਗਾ। ਜ਼ਾਹਿਰ ਹੈ ਉਹ ਪਹਿਲੀਆਂ ਉਮਤਾਂ ਫਿਰ ਜ਼ਿਆਦਾ ਬਿਹਤਰ ਹੋਈਆਂ ਨਾ, ਪਹਿਲੀ ਉਮਤ ਹੋਈਆਂ। ਸਾਡੇ ਸਮਝਣ ਨਾਲ ਜਾਂ ਨਾ ਸਮਝਣ ਨਾਲ ਅੱਲਾਹ ਤਾਲਾ ਦੇ ਇਰਾਦਿਆਂ 'ਚ ਔਰ ਉਹਦੇ ਐਕਸ਼ਨ 'ਚ ਕੋਈ ਤਬਦੀਲੀ ਨਹੀਂ ਆ ਸਕਦੀ। ਉਹ ਉਂਝ ਹੀ ਰਹੇਗਾ ਜੋ ਅੱਲਾਹ ਤਾਲਾ ਚਾਹੇਗਾ। ਅਸੀਂ ਸਿਰਫ ਇਤਨਾ ਕਹਿ ਰਹੇ ਹਾਂ ਕਿ ਇਹਨਾਂ 4 ਇਨਾਮਾਂ ਦਾ ਸਾਡੇ ਇਲਮ ਵਿੱਚ ਕੋਈ ਬੰਦਾ ਨਹੀਂ ਹੈ। ਸਾਡੇ ਇਲਮ 'ਚ ਹੈ। अच्छा हुसैनी साहब, हुसैनी साहब, जो तुसा वमन युतिल्लाह वर रसूल फौलाइका मअल लज़ीना अनअम अल्लाहु अलैहिम, ਇਹਦੇ 'ਚ ਜਿਹੜਾ ਤੁਸਾਂ ਕਿਹਾ ਹੈ ਕਿ
ਇਨਾਮ ਜਿਹੜਾ ਹੈ ਇਹ ਨਹੀਂ, ਇਹ ਹੋਵੇਗਾ। ਇਹ ਦੱਸਿਆ ਗਿਆ ਵਹਾਸੁਨਾ ਉਲਾਇਕਾ ਰਫੀਕ, ਆ ਜਿਹੜੇ ਕਿ ਆਖਰੀ ਲਫ਼ਜ਼ ਹੈ ਉਹ ਰਫਾਕਤ ਦੱਸੀ ਗਈ ਹੈ। ਉਹਨਾਂ ਦੀ ਰਫਾਕਤ ਹੋਏਗੀ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਤੇ ਅੱਲਾ ਨੇ ਇਨਾਮ ਕੀਆ, ਨਬੀਆਂ ਚ ਹੋਣ ਦੇ, ਸਦੀਕਾਂ ਚ ਹੋਣ ਦੇ, ਸ਼ੁਹਦਾ ਚ ਹੋਣ ਤੇ, ਸਾਲਹੀਨ ਤੋਂ ਹੋਣ ਤੇ। ਮੈਂ 100% ਜਿਹੜੀ ਤੁਸੀਂ ਸੀ ਨਾ, ਮੈਂ ਉਸ ਤਰ੍ਹਾਂ ਪਹਿਲੇ ਵੀ ਮੰਨਣਾ ਵਾ, ਇਹ ਨਹੀਂ ਕਿ ਤੁਸੀਂ ਮੈਨੂੰ ਤਬਦੀਲ ਕੀਤਾ ਹੈ। ਲੇਕਿਨ ਹੁਣ ਮੈਂ ਤੁਹਾਡੀ ਜਿਹੜੀ ਬਾਤ ਹੈ ਨਾ ਉਹ ਮੈਨੂੰ ਸਹੀ ਤੌਰ ਤੇ ਸਮਝ ਆ ਗਈ। ਤੁਸੀਂ, ਮੈਂ ਤੁਹਾਡੇ ਨਾਲ 100% ਇਸ ਚੀਜ਼ ਤੇ ਇਤਫਾਕ ਕਰਦਾ। ਅਸੀਂ ਕਿਸੇ ਹੋਰ ਮਜ਼ਮੂਨ ਤੇ ਗੱਲ ਕਰ ਰਹੇ, ਤੁਸੀਂ ਨਹੀਂ ਤਾਂ ਹੁਣ ਮੈਨੂੰ ਸਮਝ ਆ ਗਈ, ਮੈਨੂੰ ਨਹੀਂ ਸਮਝ ਆ ਕਿ ਤੁਸੀਂ ਕਿਸ ਮੌਜੂਦ ਹੋ ਸਕਦੇ, ਹੁਣ ਮੈਨੂੰ ਸਮਝ ਆ ਗਈ। कादर साहब मेरा छोटा सा क्वेश्चन यहाँ पे बनता चंगी गल है, मैं अगर इतनी जल्दी भी समझ आ जाए तो फिर काफी नेड़े ही हो गया ना। ਸਾਹਿਬ ਤੁਹਾਡੇ ਨਾਲ ਹੋਵੇ ਤੇ ਤੁਹਾਡੇ ਨਾਲ ਜ਼ਿੱਦ ਕੋਈ ਥੋੜੀ ਲਾਣੀ, ਤੁਹਾਨੂੰ ਪਤਾ ਹੀ ਹੈ ਮੈਂ ਕਦੀ ਤੁਹਾਡੇ ਨਾਲ ਜ਼ਿੱਦ ਲਾਈ ਹੋਵੇ। ਮੈਂ ਆਖਿਆ ਮੈਂ ਵੀ ਇਵੇਂ ਮੰਨਦਾ ਸਾਂ, ਮੈਂ ਤੁਸੀਂ ਕਿਸੇ ਨੂੰ ਦਿਖਾ ਦਿਓ ਲੋਕਾਂ ਨੂੰ, ਹੁਣ ਤੇ ਹੈ ਹੀ ਕੋਈ ਨਹੀਂ। ਉਦੋਂ ਬਾਅਦ ਜੇ ਮੈਂ ਦਿਖਾਵਾਂ मैयत दसी हुई है, ये सुने हुसैनी साहब, हजरत मसीह मौद अलैहिस्सलाम का इक्तबास फरमाते हैं, हमारा दावा है कि हम रसूल और नबी हैं। असल ये निज़ा लफ्जी है। खुदा ताला जिसके साथ ऐसा मुकालमा मुखातबा करे जो बालिहाज कमियत व कैफियत दूसरों से बहुत बढ़कर हो और उसमें पेशगोइयाँ भी कसरत से, उसे नबी कहते हैं और ये तारीफ़ हम पर सादिक आती है। बस हम नबी हैं। हाँ, ये नबूवत तशरीही नहीं जो किताब अल्लाह को मनसूख करे और नई किताब लाए। ऐसे दावे को तो हम कुफर समझते हैं। बनी इसराइल में कई ऐसे नबी हुए हैं जिन पर कोई किताब नाज़िल नहीं हुई, सिर्फ खुदा की तरफ से पेशगोइयाँ करते थे जिनसे मूसवी दीन की शौकत और सदाकत का इजहार हो, बस वो नबी कहलाए। यही हाल इस सिलसिला में है। भला अगर हम नबी ना कहलाएं तो उसके लिए और कौन सा इम्तियाजी लफ्ज़ है जो दूसरे मुल्हमों से मुमताज़ करे। देखो, और लोगों को भी बाज़ औक़ात सच्चे ख्वाब आ जाते हैं, बल्कि बाज़ दफ़ा कोई कलमा भी ज़बान पर जारी हो जाता है जो सच निकल आता है। ये इसलिए ता उन पर हुज्जत पूरी हो और वो ये ना कह सकें कि हमको ये हवास न दिए गए। बस हम समझ नहीं सकते कि ये किस बात का दावा करते हैं। आपको समझाना तो ये चाहिए था कि वो किस किस्म की नबूवत के मुद्दई हैं। आगे सुने। सारी मिर्जाइत दा ਜਿਹੜਾ ਬਿਲਵਾਬ ਹੈ ਨਾ, ਇਹ ਕਿਹੜੀ ਜਗ੍ਹਾ ਤੋਂ ਪੜਿਆ ਹੈ? ਇਹ ਹੈਗਾ मलफूजात जिल्द दहम सफ़ा 110। आगे फरमाते हैं, हमारा मजहब जी, हाँ जी, तारीख तो मैनू नहीं लिखी है, उत्थे जावांगे तो पता चल जाएगा। लेकिन जिल्द दहम जेड़े नया है ना मलफूजात किसरे अगे पीछे तारीखां लगियां होंदियां ने 110, हाँ वो तो मिल जाएगी, बहरहाल आखिरी दिना दी है। आगे कहते ने, हमारा मजहब तो ये है कि जिस दीन में नबूवत का सिलसिला ना हो वो मुर्दा है। यहूदियों, ईसाइयों, हिंदुओं के दीन को जो हम मुर्दा कहते हैं तो इसीलिए कि उनमें अब कोई नबी नहीं होता। अगर इस्लाम का भी यही हाल होता तो फिर हम भी किस्सा गो ठहरे। किस लिए इसको दूसरे दीनों से बढ़कर कहते हैं? आखिर कोई इम्तियाज भी तो होना चाहिए। तो मिर्जा साहब ऐ नहीं कह रहे मैं नबी, वो कहते हैं नबूवत का सिलसिला है इस्लाम में। और वो सिलसिला कौन सा है? मुजद्दिदीन दा सिलसिला। ਇਹਦੇ ਤੇ ਕੁਝ ਸਵਾਲ ਨੇ ਇਸ ਤਾਰੀਖ ਦੇ ਉੱਤੇ ਜੀ, ਪਰ ਇਹਦੀ ਤਾਰੀਖ ਦੱਸੋ ਤਾਂ ਮੈਂ ਉਹਨੂੰ ਕੱਢ ਸਕਣਾ। ਮੇਰੇ ਕੋਲ ਹੈ ਇਹਨੂੰ ਥੋੜਾ ਜਿਹਾ, ਤੁਹਾਡੇ ਕੋਲ ਅਗਰ ਅਸਲ ਕਿਤਾਬ ਹੋਵੇ ਥੋੜਾ ਜਿਹਾ ਅੱਗੇ ਪਿੱਛੇ ਜਾ ਕੇ। हाँ, मैं अक्सर किताब कर लेना, ठीक है। ਹਾਂ ਕਿ ਉਹਦੇ 'ਚ ਕਿਹੜੀ ਤਾਰੀਖ ਦਾ जी ਕਿਤੇ ਰੈਲ 'ਚ ਤੇ ਉੱਥੇ ਪਹੁੰਚ ਜਾਵਾਂਗੇ ਫਿਰ, ठीक ਕਿਉਂਕਿ ਮੇਰੇ ਕੋਲ ਅਸਲ 'ਚ 5 ਜਿਲਦਾਂ ਵਾਲੀ ਹੈ ਤੇ ਉਹ ਇਸ ਕਰਕੇ ਮੈਨੂੰ अच्छा 10 वाली नहीं है। हाँ ठीक है, मैं मेरे को वो सारियां हैं, मैं ਹਾਂ, उन्हीं ਮੇਰੇ कर ਕੋਲ ਇਹ लेता। ਮਸਲਾ ਹੈ। ਹਾਂ ਇਹਦੇ 'ਚ ਥੋੜਾ ਜਿਹਾ ਦੇਖੋ ਜੀ, ਇੱਕ ਸਵਾਲ ਮੇਰਾ ਇੱਥੇ ਯਕਦਮ ਇਹਨਾਂ ਦੀ ਬਾਤ ਤੋਂ, ਜਨਾਬ ਮੁਹਤਰਮ ਤਾਰਿਕ ਚੌਹਾਨ ਸਾਹਿਬ ਕਾਬਲ ਇੱਜ਼ਤ ਨੇ ਮੇਰੇ ਵਾਸਤੇ, ਮਾਸ਼ਾਅੱਲਾ, ਮੈਂ ਇਹਨਾਂ ਦੀ ਆਪਣੀ ਦਿਲੋਂ ਕਦਰ ਕਰਨਾ। ਇਹਨਾਂ ਦੀ ਕਈ ਬਾਤਾਂ ਸੁਣੀਆਂ ਵੀ ਨੇ, ਇਹਨਾਂ ਨੇ ਬਾਤ ਜਿਹੜੀ ਕੀਤੀ। ਇੱਥੇ ਮੇਰਾ ਇੱਕ ਸਵਾਲ ਹੈ ਵੇ, ਕਿਆ ਮਿਰਜ਼ਾ ਸਾਹਿਬ ਬਾਅਦ 'ਚ ਆਏ ਨੇ ਜਦੋਂ, ਕਿਆ ਉਹਨਾਂ ਨੇ ਕੋਈ ਐਸੀ ਚੀਜ਼ ਲਿਆਂਦੀ ਹੈ ਜਿਹੜੀ ਕਿ ਸਾਨੂੰ ਜ਼ਰੂਰਤ ਸੀ, ਜਿਹੜੀ ਕਿ ਪਹਿਲੂ ਉਹ ਮੌਜੂਦ ਨਹੀਂ ਸੀ? ਹੋ ਸਕਦਾ ਹੈ ਕਿ ਉਸਨੂੰ ਐਕਸਪਲੇਨ ਕੀਤਾ ਹੈ, ਜ਼ਰਾ ਵਾਜ਼ੇ ਅੰਦਾਜ਼ ਨਾਲ ਐਕਸਪਲੇਨ ਕੀਤਾ ਹੈ ਕਿ ਆਲਮ ਦੀ ਹਸੀਅਤ ਦੇ ਨਾਲ ਉਹਨਾਂ ਨੇ ਐਕਸਪਲੇਨ ਕੀਤਾ ਹੈ ਕਿ ਇੱਕ ਨਬੀ ਦਾ ਦਾਵਾ ਕਰਨ ਤੋਂ ਬਿਨਾਂ ਵੀ ਉਹ ਐਕਸਪਲੇਨ ਕਰ ਸਕਦੇ ਸਨ। ਅਲ ਉਲਮਾ ਵਰਸਤੁਲ ਅੰਬੀਆ, ਕਿ ਇਹ ਜਿਹੜੇ ਆਲਮ ਨੇ ਇੰਨਾ ਹੀ ਕੰਮ ਉਹ ਕਰਨਾ ਜੋ ਕਿ ਨਬੀ ਕੰਮ ਕਰਦੇ ਗਏ ਨੇ। ਇਹਨਾਂ ਨੇ ਆਲਮ ਹੋਣ ਦੇ, ਆਲਮ ਕਹਿਲਵਾ ਕੇ ਉਹਨਾਂ ਉਹ ਕੰਮ ਕਰਨਾ, ਉਹਨਾਂ ਨਬੀ ਜਾਂ ਕੋਈ ਹੋਰ ਕਹਿਲਵਾ ਕੇ ਕੰਮ ਨਹੀਂ ਕਰਨਾ। ਇਹ ਜਿਹੜੇ ਕੰਮ ਸਨ ਐਕਸਪਲੇਨ ਕਰਨ ਵਾਸਤੇ ਮਿਰਜ਼ਾ ਸਾਹਿਬ ਇੱਕ ਆਲਮ, ਇੱਕ
ਮੁਜੱਦਦ ਕੋਈ ਇਸ ਤਰ੍ਹਾਂ ਦਾ ਨਾਂ ਜਾਂ ਮੁਹੱਦਿਸ ਕਹਿਲਵਾ ਕੇ ਵੀ ਕਰਵਾ ਸਕਦੇ ਸਨ। ਨਬੀ ਲਾਜ਼ਮੀ ਸੀ ਕਹਿਲਵਾਣਾ। ਯਾਨੀ ਤੁਹਾਨੂੰ ਗੱਲ ਸਮਝ ਹੀ ਨਹੀਂ ਆਈ। ਉਹ ਵੀ ਨਬੂਵਤ ਦਾ ਦਾਵਾ ਨਹੀਂ ਉਹਨਾਂ ਨੇ ਕੀਤਾ, ਉਹਨਾਂ ਨੇ ਸਿਰਫ ਇੰਨਾ ਕਿਹਾ ਹੈ ਹਜ਼ਰਤ ਮੁਹੰਮਦ ਸੱਲੱਲਾਹੁ अलैहि वसल्लम ਦੇ ਬਾਅਦ ਮੁਕਾਲਮਾ ਮੁਖਾਤਬਾ ਇਲਾਹੀ ਹੈ, ਇਹ ਅੱਲਾਹ ਤਾਲਾ ਦੀ ਵਹੀ ਦਾ ਸਿਲਸਿਲਾ ਜਾਰੀ ਹੈ, ਔਰ ਜਿਸ ਨੂੰ ਉਹ ਵਹੀ ਕਰਕੇ ਮਾਮੂਰ ਕਰਦੇ ਤਜਦੀਦ ਦੀਨ ਵਾਸਤੇ ਉਹਨੂੰ ਨਬੀ ਤੁਸੀਂ ਕਹਿ ਸਕਦੇ ਹੋ ਲੁਗਵੀ ਮਾਨੋ ਦੇ ਵਿੱਚ, ਰਸੂਲ ਵੀ ਕਹਿ ਸਕਦੇ ਹੋ ਕਿਉਂਕਿ ਉਹ ਭੇਜਿਆ ਹੁੰਦਾ ਅੱਲਾਹ ਵੱਲੋਂ, ਔਰ ਨਬੀ ਇਸ ਲਈ ਕਹਿੰਦੇ ਆ ਕਿ ਉਹ ਵਹੀ ਪਾकर ਮਾਮੂਰ ਹੁੰਦਾ ਹੈ ਤਜਦੀਦ ਦੀਨ ਵਾਸਤੇ। ਉਹ ਵਾਲਾ ਸਿਲਸਿਲਾ ਜਾਰੀ ਹੈ, ਔਰ ਉਹ ਸਿਲਸਿਲਾ ਅਗਰ ਨਾ ਹੋਵੇ ਫਿਰ ਇਸਲਾਮ ਇੱਕ ਮੁਰਦਾ ਮਜ਼ਹਬ ਹੈ। ਨਹੀਂ ਉਹ ਨਬੂਵਤ ਦਾ ਦਾਵਾ ਕੋਈ ਨਹੀਂ ਉਹਨਾਂ ਦਾ। ਇਤਫਾਕ ਹੈ ਵਹੀ ਵੀ ਆਵੇ ਦੀ ਤੁਹਾਨੂੰ, ਕਿਉਂਕਿ ਵਹੀ ਤੇ ਹਾਲੀ ਸ਼ਾਇਦ ਦੀ ਮੱਖੀ ਨੂੰ ਵੀ ਆਉਂਦੀ ਹੈ ਨਾ, ਅਲਕਾ ਵੀ ਆਵੇ ਦਾ ਤੁਹਾਨੂੰ ਇਲਹਾਮ ਵੀ ਆਉਂਦੇ, ਲੇਕਿਨ ਉਹ ਆਪਣੀ ਬਾਤ ਮਨਵਾਉਣ ਵਾਸਤੇ ਤੁਸੀਂ ਆਪਣੇ ਆਪ ਨੂੰ ਨਬੂਵਤ ਦੇ ਅਹੁਦੇ ਤੇ ਲਾਜ਼ਮੀ ਕਰਨਾ ਹੈ, ਜਾਂ ਕਿ ਆ ਜਿਹੜੀਆਂ ਚੀਜ਼ਾਂ ਨੇ ਉਹ ਲਾਜ਼ਮੀ ਤੁਸੀਂ ਕਹਿਲਵਾਨੀਆਂ ਨੇ, ਜਿਹੜਾ ਕਿ ਅੱਜ ਕੱਲ ਮਹਮੂਦੀ ਆਮਦੀ ਜਿਹੜੇ ਨੇ ਉਹ ਕਹਿਲਵਾਉਂਦੇ ਨੇ। ਉਹ ਮੰਨਣ ਦੇ ਜਿਵੇਂ ਕਿ ਆਮਦੀ ਜਿਹੜੇ ਲਾਹੌਰੀ ਨੇ ਉਹਨਾਂ ਨੂੰ ਨਬੀ ਮੰਨਣ ਤੋਂ ਬਿਨਾਂ ਵੀ ਉਹ ਉਹਨਾਂ ਦੀ ਤਬਲੀਗ ਹਾਲੀ ਕਰਦੇ ਮਿਰਜ਼ਾ ਸਾਹਿਬ ਦੀ। ਇਹ ਚੀਜ਼ ਹੈ ਕਿ ਕਿਆ ਉਹ ਲਾਜ਼ਮੀ ਐਸਾ ਕਰਵਾਉਣਾ ਹੈ, ਉਹ ਬਾਤ ਕਹਿਲਵਾਨੀ ਹੈ ਜਿਹੜੀ ਕਿ ਲੋਕੀ ਦੂਸਰੇ ਪਸੰਦ ਨਹੀਂ ਕਰਦੇ, ਅਸੀਂ ਉਹਦੇ ਤੋਂ ਲਾਮੇ ਹੋ ਜਾਈਏ। ਅਸੀਂ ਲੋਕਾਂ ਦੇ ਉੱਤੇ ਲਾਨਤ ਪਾਉਂਦੇ ਜਿਹੜੇ ਨਹੀਂ ਪਸੰਦ ਕਰਦੇ ਵੀ ਜਿਹੜਾ ਅੱਲਾਹ ਤਾਲਾ ਵੱਲੋਂ ਮੁਰਸਲ ਆਂਦਾ ਹੈ ਉਹਨੇ ਲੋਕਾਂ ਦੇ ਮਤਲਬ ਉਹਨਾਂ ਦੇ ਵਾਸਤੇ ਕਰਨਾ ਹੁੰਦਾ ਹੈ। ਤਾਰਕ ਸਾਹਿਬ ਮੈਨੂੰ ਇਹ ਦੱਸੋ ਆ ਲਾਨਤ ਤੁਸੀਂ ਕਿਸ ਤੇ ਭੇਜੀ ਹੈ? ਮੈਂ ਉਹਨਾਂ ਲੋਕਾਂ ਤੇ ਲਾਨਤ ਪਾਉਣਾ ਹੈ ਜਿਹੜਾ ਮਤਲਬ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀ ਖੁਸ਼ਨੂਦੀ ਵਾਸਤੇ ਉਹਨਾਂ ਨੂੰ ਕਰਨਾ ਚਾਹੀਦਾ ਸੀ, ਉਹਨਾਂ ਲੋਕਾਂ ਤੇ ਮੈਂ ਲਾਨਤ ਪਾਈ ਹੈ। ਕਿਉਂਕਿ ਜੋ ਖੁਦਾ ਦਾ ਮੁਰਸਲ ਆਂਦਾ ਹੈ ਉਹ ਲੋਕਾਂ ਨੂੰ ਸਿਖਾਉਣ ਆਂਦਾ ਹੈ, ਲੋਕਾਂ ਦੀ ਮਰਜ਼ੀ ਉਹਨਾਂ ਦੇ ਦਿਲ ਬਹਿਲਾਨ ਨਹੀਂ ਆਂਦਾ ਕਿ ਜਿਹੜੇ ਇਹਨਾਂ ਦੇ ਅਕਾਇਦ ਪਹਿਲੇ ਮੌਜੂਦ ਨੇ ਮੈਂ ਉਹਨਾਂ ਨੂੰ ਕਿਸੇ ਛੇੜ ਨਾ ਦੇਵਾਂ, ਕਿਤੇ ਇਹਨਾਂ ਦਾ ਦਿਲ ਨਾ ਦੁੱਖ ਜਾਏ। ਵੀ ਅੱਲਾਹ ਤਾਲਾ ਦਾ ਮੁਰਸਲ ਆਂਦਾ ਹੈ ਤੁਹਾਡੇ ਗਲਤ ਅਕਾਇਦ ਦੀ ਦੁਰਸਤੀ ਵਾਸਤੇ, ਤੇ ਜੇ ਉਹਨੇ ਉਹੀ ਚੀਜ਼ਾਂ ਪੇਸ਼ ਕਰਨੀਆਂ ਜਿਹੜੀਆਂ ਤੁਹਾਨੂੰ ਪਹਿਲੇ ਤੁਸੀਂ ਲੈ ਕੇ ਬੈਠੇ ਹੋ ਗਲਤ ਅਕਾਇਦ, ਤੇ ਫਿਰ ਉਹਦੇ ਆਉਣ ਦਾ ਕੀ ਫਾਇਦਾ? ਤੁਸੀਂ ਗਲਤ ਅਕਾਇਦ ਲੈ ਕੇ ਬੈਠੇ ਹੋ ਕਿ ਵਹੀ ਜਾਰੀ ਨਹੀਂ ਹੈ, ਅੱਲਾਹ ਤਾਲਾ ਹੁਣ ਬੰਦ ਕਰਕੇ ਮੂੰਹ ਸ਼ਾਹ ਸਾਰਾ ਬਹਿ ਗਿਆ, ਹੁਣ ਉਹਨੇ ਵਹੀ ਨਹੀਂ ਕਰਨੀ ਕਿਉਂਕਿ ਹਜ਼ਰਤ ਮੁਹੰਮਦ ਸੱਲੱਲਾਹੁ अलैहि वसल्लम ने वही करती। मिर्ज़ा साहब ने यह किया बिल्कुल गलत अकीदा है, और ए हज़रत मुहम्मद सल्लल्लाहु अलैहि वसल्लम दी शान जो गुस्ताखी वाला अकीदा है कि कहा जाए कि खातमन नबीन जेड़ा तमाम नबियां दा सरदार है ओदी उम्मत नाल अल्लाह ताला कलाम ही नहीं करेगा, ਇਹਦੇ ਨਾਲ शान ਵੱਧਦੀ ਹੈ ਉਹਨਾਂ ਦੀ ਕਿ ਘਟਦੀ ਹੈ? ਤਾਜਦਾਰੇ ਖਤਮੇ ਨਬੂਵਤ ਜ਼ਿੰਦਾਬਾਦ। ਦੇਖੋ ਜੀ ਇਹਦੇ ਵਿੱਚ ਨਬੀ ਕਰੀਮ अलैहिस्सलाम ਨੂੰ ਤੁਸੀਂ ਕਿਉਂ ਠਹਿਰਾਉਂਦੇ ਹੋ? ਉਹਨਾਂ ਜੋ ਪੈਗਾਮ ਦੇਣਾ ਸੀ ਉਹ ਤਾਂ ਦੇ ਗਏ ਨੇ। ਹੁਣ ਤੁਸੀਂ ਇਹ ਕਹੋ ਕਿ ਜਿਹੜਾ ਕਿ ਇਸ ਨੂੰ ਨਹੀਂ ਮੰਨਦਾ, ਜਿਹੜਾ ਕਿ ਮੰਨਦਾ ਹੈ ਇਹ ਦੂਸਰਾ ਵਹੀ ਆ ਸਕਦੀ ਹੈ ਜਾਂ ਨਹੀਂ ਆ ਸਕਦੀ, ਬਾਤ ਉਹਨਾਂ ਲੋਕਾਂ ਦੀ ਹੋ ਰਹੀ ਹੈ। ਜਾਂ ਅਲਕਾ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ, ਕਿਸੇ ਨੂੰ ਇਲਹਾਮ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ। ਇਹ ਜਿਹੜੀ ਇਲਹਾਮ ਹੋ ਸਕਦਾ ਹੈ, ਇਹੀ ਗਲਤੀ ਨੂੰ ਤੇ ਉਹਨਾਂ ਨੇ ਠੀਕ ਕੀਤਾ। ਲੋਕਾਂ ਦੇ ਬਾਰੇ ਬਾਤ ਕਰੋ ਕਿ ਜਿਹੜੇ ਕਿ ਕਹਿੰਦੇ ਨੇ ਨਹੀਂ ਹੁੰਦਾ, ਮੈਂ ਤੇ ਇਹ ਕਹਿੰਦਾ ਲੋਕਾਂ ਨੂੰ ਅਲਕਾ ਵੀ ਹੋ ਸਕਦਾ ਹੈ, ਇਲਹਾਮ ਫਲਹਮਾ ਫਜੂਰਹਾ ਵ ਤਕਵਾ। ਜਦੋਂ ਬੱਚਾ ਪੈਦਾ ਹੁੰਦਾ ਉਹਨੂੰ ਦੋਵੇਂ ਚੀਜ਼ਾਂ ਉਹਨੂੰ ਇਲਹਾਮ ਕਰ ਦਿੱਤੀਆਂ ਜਾਂਦੀਆਂ ਨੇ, ਅੱਛਾਈ ਤੇ ਬੁਰਾਈ ਦੇ ਦਰਮਿਆਨ ਫਰਕ ਦੱਸ ਦਿੱਤਾ ਜਾਂਦਾ ਹੈ, ਫਸੂਕ ਤੇ ਤਕਵੇ ਦੇ ਦਰਮਿਆਨ। ਇਹ ਤੇ ਹਰ ਚੀਜ਼ ਮੱਖੀ ਜਿਹੜੀ ਹੁੰਦੀ ਹੈ ਉਹਨੂੰ ਵੀ। ਅਗਰ ਤੁਸੀਂ ਇਲਹਾਮ ਨੂੰ ਮੰਨਦੇ ਹੋ ਨਾ, ਇਹਦਾ ਮਤਲਬ ਹੈ ਤੁਸੀਂ ਮਿਰਜ਼ਾ ਸਾਹਿਬ ਨੂੰ ਮੰਨਣ ਵਾਲੇ ਹੋ, ਕਿਉਂਕਿ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਮੁਕਾਲਮਾ ਮੁਖਾਤਬਾ ਇਲਾਹੀਆ ਜਾਰੀ ਹੈ। ਮਿਰਜ਼ਾ ਸਾਹਿਬ ਨੂੰ ਨਹੀਂ ਮੰਨਦਾ ਕਿਸੇ ਵੀ ਹਾਲਤ ਦੇ ਵਿੱਚ। ਤੁਸੀਂ ਨਾ ਮੰਨੋ, ਮੇਰਾ ਮਤਲਬ ਹੈ ਕਿ ਤੁਸੀਂ ਉਹਨਾਂ ਨਾਲ ਮੁਤਫਿਕ ਹੋ, ਕਿਉਂਕਿ ਉਹ ਕਹਿ ਰਹੇ ਨੇ ਕਿ ਨਬੂਵਤ ਬੰਦ ਹੈ, ਮੁਕਾਲਮਾ ਮੁਖਾਤਬਾ ਇਲਾਹੀਆ ਜਾਰੀ ਹੈ, ਔਰ ਮੁਕਾਲਮਾ ਮੁਖਾਤਬਾ ਦੀ ਇਲਾਹੀਆ ਦੀ ਕਸਰਤ ਦਾ ਨਾਮ ਮੈਂ ਨਬੂਵਤ ਰੱਖਿਆ ਬਹੁਕਮ ਇਲਾਹੀ। ਇਹ ਉਹਨਾਂ ਦੀ ਡੈਫੀਨੇਸ਼ਨ ਹੈ ਨਬੂਵਤ ਦੀ। ਤਾਰੀਫ ਹੈ ਨਾ ਜਿਹੜੀ ਕਿ ਕੁਰਾਨ ਦੇ ਵਿੱਚੋਂ ਨਹੀਂ, ਤਾਰੀਫ ਜਿਹੜੀ ਕਿ ਉਹਨਾਂ ਕਹੀ ਹੈ, ਜਿਹੜੀ ਕਿ ਇਲਹਾਮ ਦੀ। ਤੁਹਾਡਾ ਮੈਂ ਕੀ ਕਰਾਂ ਕਿ ਤੁਹਾਨੂੰ ਮੇਰੀ ਗੱਲ ਹੀ ਨਹੀਂ ਸਮਝ ਆ ਰਹੀ, ਤੁਸੀਂ ਕਿਸੇ ਹੋਰ ਬੜੀ ਸਮਝ। ਮੈਂ ਤੁਹਾਡੀ ਕਿੱਥੇ ਸਮਝ ਆਈ ਤੁਹਾਨੂੰ? ਮੈਂ ਤੁਹਾਨੂੰ ਕਹਿ ਰਿਹਾ ਮਿਰਜ਼ਾ ਸਾਹਿਬ ਨੇ ਉਹਦੀ ਤਾਰੀਫ ਬਾ ਹੁਕਮ ਇਲਾਹੀ ਯਾਨੀ ਅੱਲਾਹ ਤਾਲਾ को वही पाके मुकालमा मुखातबा इलाहिया ਦੀ ਕਸਰਤ ਦਾ ਨਾਮ ਉਹਨਾਂ ਨੇ ਨਬੂਵਤ ਰੱਖਿਆ। ਇਹ ਕੋਈ ਨਹੀਂ ਅੱਲਾਹ ਤਾਲਾ ਨੇ ਕਿਹਾ ਇਹ ਚੀਜ਼। ਓਹੋ ਕਿਆ ਮੈਂ ਕਰਾਂ ਇਸ ਬੰਦੇ ਦਾ, ਕੁਝ ਹੈ ਫਰਕ ਪੈਂਦਾ ਕੋਈ? ਅਜੀਬ ਆਦਮੀ ਹੈ, ਤੁਸੀਂ ਕੱਖ ਨਹੀਂ ਮੇਰਾ ਕਰ ਸਕਦੇ। ਖੁਦਾ ਨੇ ਹੈ ਕੁਝ ਨਹੀਂ ਕਰ ਸਕਦੇ ਵਾਕਈ। ਕੁਲ ਇਨਮਾ ਅਨਾ ਬਸ਼ਰੁਮ ਮਿਸਲੁकुम ਯੂਹਾ ਇਲैया। ਮੈਂ ਤੁਹਾਨੂੰ ਕੀ ਕਿਹਾ ਹੈ? ਮੇਰੀ ਆਵਾਜ਼ ਤੁਹਾਨੂੰ ਸੁਣਾਈ ਦਿੱਤੀ ਹੈ? ਮੈਨੂੰ ਸਾਰੀ ਆਵਾਜ਼ ਦਿੱਤੀ ਹੈ। ਮੈਂ ਤੁਹਾਡੀ ਕੀ ਮੈਂ ਕਿਹਾ? ਦੁਹਰਾਓ ਜ਼ਰਾ ਮੈਂ ਕੀ ਕਿਹਾ ਹੈ? ਮੈਨੂੰ ਨਹੀਂ ਦੁਹਰਾਉਂਦੀ, ਤੁਸੀਂ ਮੇਰਾ ਇਮਤਿਹਾਨ ਨਹੀਂ ਲੈ ਸਕਦੇ। ਮੈਂ ਤੁਹਾਨੂੰ ਪਤਾ ਹੀ ਨਹੀਂ ਮੈਂ ਕੀ ਮੈਂ ਕਿਹਾ। ਮਿਰਜ਼ਾ ਸਾਹਿਬ ਨੇ ਇਹ ਕਿਹਾ ਹੈ
ਤੁਸੀਂ ਆਪ ਉਸ ਬਾਤ ਨੂੰ ਵਲਾ ਕੇ ਵਾਹ ਘੇਰੀ ਅਕਬਰ ਦੇ ਵਿੱਚ ਪਾ ਕੇ ਤੇ ਤੁਸੀਂ ਪਏ ਕਰਦੇ ਹੋ, ਤੁਸੀਂ ਖੁਦ ਕਨਫਿਊਜ਼ ਹੋ। ਤੁਸੀਂ ਇਸ ਬਾਤ ਨੂੰ ਘੁੰਮਣ ਘੇਰੀ ਚ ਪਾ ਕੇ ਕਨਫਿਊਜ਼ ਹੋ। ਤੁਸੀਂ ਜਦੋਂ ਨਬੂਵਤ ਨਬੀ ਉਹਨਾਂ ਨੂੰ ਮੰਨਦੇ ਹੀ ਨਹੀਂ ਤੇ ਤੁਸੀਂ ਕਿਉਂ ਇਹ ਕਹਿੰਦੇ ਹੋ ਕਿ ਉਹ ਜਿਹੜੀ ਬਾਤ ਹੈ ਨਬੂਵਤ ਤੱਕ ਪਹੁੰਚ ਸਕਦੀ ਹੈ? ਤੁਸੀਂ ਕਿਉਂ ਕਹਿੰਦੇ ਹੋ ਕਿ ਉਹਦੇ ਦਰਮਿਆਨ ਉਹ ਚੀਜ਼ ਦੱਸਣਾ ਜਿਹੜਾ ਉਹ ਤੇ ਜੇ ਕੋਈ ਅਕਲ ਆਪਣੀ ਬੰਦ ਕਰ ਲੇ ਤੇ ਮੋਦਾ ਕੀ ਕਰ ਸਕਣਾ ਹੈ? ਇਹ ਤੁਸੀਂ ਅੱਖਾਂ ਬੰਦ ਕੀਤੀ ਹੋਈਆਂ ਨੇ ਮੋਹਤਰਮ, ਇਹ ਤੁਸੀਂ ਅੱਖਾਂ ਬੰਦ ਕੀਤੀ ਹੋਈਆਂ ਨੇ, ਤੁਸੀਂ ਅੱਖਾਂ ਵੀ ਮੈਨੂੰ ਤੇ ਕੋਈ ਦਿਲ ਵੀ ਮੈਂ ਬੰਦ ਤੇ ਕੀਤੇ ਹੋਏ ਨੇ। ਜਦੋਂ ਮਿਰਜ਼ਾ ਸਾਹਿਬ ਨੇ ਕਹਿ ਦਿੱਤਾ ਕਿ ਮੁਕਾਲਮਾ ਮੁਖਾਤਬਾ ਇਲਾਹੀਆ ਦੀ ਕਸਰਤ ਦਾ ਨਾਮ ਹੈ ਨਬੂਵਤ ਰੱਖਣਾ, ਕੋਈ ਨਹੀਂ, ਇਹ ਮਿਰਜ਼ਾ ਸਾਹਿਬ ਦਾ ਖੁਦ ਸਾਖਤਾ ਕਾਨੂੰਨ ਹੈ। तो मिर्जा साहब ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਮਿਰਜ਼ਾ ਸਾਹਿਬ ਦਾ ਖੁਦ ਸਾਖਤਾ ਹੈ ਤੇ ਅਸੀਂ ਉਹਨਾਂ ਨੂੰ ਮੰਨਦੇ ਹਾਂ। ਉਹਨਾਂ ਨੇ ਜੋ ਕਿਹਾ ਸਹੀ ਕਿਹਾ, ਅਸੀਂ ਉਹਨਾਂ ਨੂੰ ਮੰਨਦੇ ਹਾਂ। ਤੁਹਾਡਾ ਤੇ ਤੁਸੀਂ ਨਾ ਮੰਨੋ, ਅਸੀਂ ਤੁਹਾਨੂੰ ਕਾਫਰਾਂ ਕੋਲੋਂ ਤੇ ਨਹੀਂ ਮਨਾਣਾ, ਅਸੀਂ ਮੰਨਦੇ ਹਾਂ ਉਹਨਾਂ ਨੂੰ। ਦੁਰ ਲਾਨਤ ਤੇਰੇ ਤੇ ਭੈਣ ਚੋਦ ਡਾਕੂਆ, ਤੂੰ ਅੱਲਾਹੁ ਅਕਬਰ। ਤੇਰੀ ਮਾਂ ਦੀ ਫੁੱਦੀ ਚ ਲੰਨ ਉਹ ਦਲਿਆ।